हाँ जी प्यारे बच्चों ਅਤੇ ਸਾਰੇ ਹੀ ਬੱਚਿਆਂ ਦੇ ਪੇਰੈਂਟਸ ਐਜੂਕੇਟ ਪੰਜਾਬ ਪ੍ਰੋਜੈਕਟ ਦੇ ਸਮੂਹ ਟੀਮ ਵੱਲੋਂ ਸਾਰੇ ਹੀ ਪਰਿਵਾਰਾਂ ਨੂੰ ਬੱਚਿਆਂ ਨੂੰ ਜੀਓ ਆਇਆ। ਜਿਸ ਤਰ੍ਹਾਂ ਕਿ ਆਪਾਂ ਪਿਛਲੇ ਕਈ ਦਿਨਾਂ ਤੋਂ ਗੁਰਮਤਿ ਵਿਚਾਰਾਂ ਕੁਝ ਨਵਾਂ ਗੁਰੂ ਜੀ ਦਾ ਗਿਆਨ ਸਮਝ ਰਹੇ ਹਾਂ, ਉਸੇ ਦੀ ਤਹਿਤ ਅੱਜ ਦੇ ਕੈਂਪ ਵਿੱਚ ਸਾਰੀ ਹੀ ਸੰਗਤ ਜਿੰਨੇ ਬੱਚੇ ਮਾਤਾ ਪਿਤਾ ਆਪਾਂ ਹਾਜ਼ਰ ਹੋਏ ਹਾਂ, ਸਭ ਤੋਂ ਪਹਿਲਾਂ ਆਓ ਜੀ ਗੁਰੂ ਫਤਿਹ ਦੀ ਸਾਂਝ ਪਾਈਏ। ਸਾਰੇ ਬੋਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਰੋਜ਼ਾਨਾ ਦੀ ਤਰ੍ਹਾਂ ਜਿਸ ਤਰ੍ਹਾਂ ਕੈਂਪ ਦੀ ਸ਼ੁਰੂਆਤ ਆਪਾਂ ਕਰਦੇ ਹਾਂ ਜਾਪ ਸੇਵਾ ਦੇ ਨਾਲ, ਅੱਜ ਬੇਟੀ ਮਨਪ੍ਰੀਤ ਕੌਰ ਜੀ EPP ਨੰਬਰ 14860 ਜ਼ੋਨ ਰੋਪੜ ਤੋਂ ਹੈਂਡ ਰੇਜ਼ ਕਰੋ ਬੇਟੇ ਤੇ ਜਾਪ ਸੇਵਾ ਆਰੰਭ ਕਰੋ ਜੀ ਆਪ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਪੁੱਤਰ ਜੀ, ਬਹੁਤ ਬਹੁਤ ਮਨਪ੍ਰੀਤ ਕੌਰ ਜੀ ਆਪ ਜੀ ਦਾ। ਸੋ ਕੀਰਤਨ ਦੀ ਸੇਵਾ ਬੇਟੀ ਮਨਦੀਪ ਕੌਰ EPP ਪਟਿਆਲਾ ਤੋਂ ਮਨਦੀਪ ਕੌਰ ਜੀ ਕੀਰਤਨ ਆਰੰਭ ਕਰੋ। ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। बेटे मोबाइल नेड़े कर लो थोड़ा।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਟੇ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ। ਸੋ ਨਿੱਕੇ ਨਿੱਕੇ ਬੱਚਿਆਂ ਨੂੰ ਤੁਸੀਂ ਬੇਟੇ ਆਪਣੇ ਨਾਲ ਸੋਹਣੀ ਦਸਤਾਰ ਸਜਾ ਕੇ ਬਿਠਾਇਆ ਹੋਇਆ ਹੈ। ਉਮੀਦ ਹੈ ਕਿ ਆਪ ਜੀ ਇਹਨਾਂ ਬੱਚਿਆਂ ਨੂੰ ਵੀ ਗੁਰਮਤ ਸਿਖਾ ਰਹੇ ਹੋਵੋਗੇ ਨਾਲ ਨਾਲ। ਸੋ ਆਪਾਂ ਸਾਰਿਆਂ ਨੇ ਸ਼ਬਦ ਸਰਵਣ ਕੀਤਾ ਜੀ, ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਵਸੀਠ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦਾ ਇਹ ਸ਼ਬਦ ਦੇ ਅਰਥ ਬੇਟੇ ਬੜੇ ਪਿਆਰੇ ਨੇ, ਜੋ ਅੱਗੇ ਆਪਾਂ ਸੁਣਨ ਜਾ ਰਹੇ ਹਾਂ। ਵੀ ਜਿਹੋ ਜਿਹਾ ਗੁਰੂ ਬਾਰੇ ਸੁਣਿਆ ਸੀ, ਜੈਸਾ ਸਤਿਗੁਰ ਸੁਣੀਂਦਾ, ਵੀ ਗੁਰੂ ਇਸ ਤਰ੍ਹਾਂ ਕਿਰਪਾ ਕਰਦਾ ਹੈ, ਗੁਰੂ ਦੀ ਬਖਸ਼ਿਸ਼ ਇਸ ਤਰ੍ਹਾਂ ਵੀ ਸਿਰਫ ਆਪਾਂ ਸਾਰਿਆਂ ਨੇ ਜਿੰਨੇ ਆਪਾਂ ਕੈਂਪ 'ਚ ਹਾਜ਼ਰ ਹਾਂ, ਆਪਾਂ ਨੇ ਗੱਲਾਂ ਵਿਚਾਰਾਂ ਸੁਣੀਆਂ ਨੇ। ਗੁਰੂ ਸਾਹਿਬ ਕਹਿੰਦੇ ਵੀ ਦੁਨੀਆ ਦੇ ਲੋਕਾਂ ਨੇ ਸੁਣਿਆ ਸੀ, ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਆਪਣੀ ਉਦਾਹਰਨ ਦੇ ਕੇ ਸਮਝਾ ਰਹੇ ਨੇ ਵੀ ਅਸੀਂ ਉਸ ਗੁਰੂ ਨੂੰ ਮਾਣਿਆ ਜੀਵਨ ਦੇ ਵਿੱਚ, ਵੀ ਗੁਰੂ ਪੂਰਾ ਹੈ। ਗੁਰੂ ਜੀ ਦਾ ਗਿਆਨ ਜਦੋਂ ਅਸੀਂ ਜਿਉਂਦੇ ਹਾਂ, ਗੁਰੂ ਸਾਡੀ ਜ਼ਿੰਦਗੀ 'ਚ ਆਉਂਦਾ ਹੈ। ਗੁਰੂ ਦਾ ਆਉਣਾ ਮਤਲਬ ਗੁਰਬਾਣੀ ਦਾ ਗਿਆਨ ਬੇਟੇ ਜਿਉਣਾ, ਹਨ ਤਾਂ ਗੁਰੂ ਸਾਡੀ ਜ਼ਿੰਦਗੀ 'ਚ ਆ ਜਾਂਦਾ ਹੈ। ਸੋ ਅੱਜ ਜਿਹੜਾ ਆਪਣੇ ਕੋਲ ਪਹਿਲਾ ਸੈਸ਼ਨ ਲੈ ਰਹੇ ਨੇ ਆਪਣੇ ਸਾਰਿਆਂ ਦੇ ਸਤਿਕਾਰਯੋਗ ਅੰਕਲ ਜੀ ਭਾਈ ਜਸਵਿੰਦਰ ਸਿੰਘ ਜੀ ਖਾਲਸਾ ਇੰਗਲੈਂਡ ਤੋਂ, ਜੋ ਕਿ ਆਪਣੇ ਨਾਲ ਹਰ ਵਾਰ ਆਪਾਂ ਸਾਰੇ ਉਹਨਾਂ ਕੋਲੋਂ ਵਿਚਾਰ ਸਰਵਣ ਕਰਦੇ ਰਹਿੰਦੇ ਹਾਂ। ਸੋ ਗੁਰੂ ਕਿਵੇਂ ਵਰਤਦਾ ਹੈ, ਗੁਰੂ ਦੀ ਕਿਰਪਾ, ਗੁਰੂ ਦੀ ਰਹਿਮਤ, ਗੁਰੂ ਤੇ ਵਿਸ਼ਵਾਸ, ਭਰੋਸਾ ਪ੍ਰੈਕਟੀਕਲ ਜੀਵਨ ਦੇ ਵਿੱਚ ਜਦੋਂ ਅਸੀਂ ਜਿਉਂਦੇ ਹਾਂ, ਉਹ ਆਪਣੇ ਨਾਲ ਅੰਕਲ ਜੀ ਵਿਚਾਰਾਂ ਦੀ ਸਾਂਝ ਪਾਉਣਗੇ। ਸੋ ਅੰਕਲ ਜੀ ਸਾਰੇ ਬੱਚਿਆਂ ਵੱਲੋਂ, ਬੱਚਿਆਂ ਦੇ ਪੇਰੈਂਟਸ ਵੱਲੋਂ ਆਪ ਜੀ ਨੂੰ ਜੀ ਆਇਆਂ। ਗੁਰੂ ਕਿਰਪਾ ਕਰੇ ਜੀ, ਆਪ ਜੀ ਵਿਚਾਰ ਗੁਰੂ ਦੀ ਬਖਸ਼ਿਸ਼ ਬੱਚਿਆਂ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਬਹੁਤ ਪਿਆਰੇ ਬੱਚਿਓ, ਇਹ ਸਾਰੇ ਮੇਰੇ ਵੀਰ, ਮੇਰੀਆਂ ਬੱਚੀਆਂ, ਮੇਰੀਆਂ ਭੈਣਾਂ, ਮਾਤਾਵਾਂ, ਦਾਸ ਦੀ ਫਤਿਹ ਪ੍ਰਵਾਨ ਕਰੋ। ਇੰਗਲੈਂਡ ਤੋਂ ਡੱਕਿਆ ਪਿਆ ਵਾਂ, ਅੱਜ 12 ਮਹੀਨੇ ਤੋਂ ਉੱਤੇ ਹੋ ਗਏ। ਬੜਾ ਦਿਲ ਕਰਦਾ ਹੈ ਕਿ ਆ ਕੇ ਬੱਚਿਆਂ ਦੇ ਦਰਸ਼ਨ ਕਰਾਂ। ਇਹ ਬੱਚੇ ਬੜੇ ਬੜੇ ਪਿਆਰੇ ਮੇਰੇ, ਬੜਾ ਕੁਝ ਸਿੱਖਦੇ ਪਏ ਆ, ਮੈਨੂੰ ਬਹੁਤ ਚੰਗਾ ਲੱਗਦਾ ਹੈ। ਮੈਂ ਰੋਜ਼ ਕੈਂਪ ਦੇਖਦਾ ਵਾਂ। ਸੋ ਬੱਚਿਓ, ਮੈਂ ਆਪਣੀ ਗੱਲ ਸ਼ੁਰੂ ਕਰਾਂ ਤੇ ਨਾਲ, ਕਿਉਂਕਿ ਨਾ ਦੇਖੋ ਤੁਸੀਂ ਬੱਚਿਓ, ਜਿਸ ਤਰ੍ਹਾਂ ਹੁਣ ਕੈਂਪ 'ਚ ਆਏ ਨਾ, ਕਈ ਬੱਚੇ ਆਏ ਹੋਣਗੇ ਜਿਨ੍ਹਾਂ ਨੇ ਕੋਈ ਕੈਂਪ ਨਾ ਲਾਉਣਗੇ ਤੇ ਕੱਲ ਇਹਨਾਂ ਦੀ ਫੀਸ ਬੰਦ ਹੋ ਜਾਏਗੀ, ਇਸ ਕਰਕੇ ਡਰ ਕਰਕੇ ਆਏ ਹੋਣਗੇ ਬੱਚੇ। ਨਹੀਂ ਬੱਚਿਓ, ਨਹੀਂ, ਤੁਸੀਂ ਨਾ ਦੇਖੋ, ਮੈਂ ਪ੍ਰਚਾਰਕ ਨਹੀਂ ਹੈ ਨਾ। ਕਈ ਵਾਰੀ ਪ੍ਰਚਾਰਕ ਬੱਚੇ ਗੁਰਦੁਆਰੇ ਜਾਂਦੇ ਆ ਤੇ ਪ੍ਰਚਾਰਕ ਬੋਲ ਰਿਹਾ ਹੁੰਦਾ ਤੇ ਬੱਚੇ ਬੈਠਦੇ ਨਹੀਂ 2 ਮਿੰਟ, ਉੱਥੇ ਸੁਣਦੇ ਹੀ ਨਹੀਂ ਉਹਨੂੰ। ਮੈਂ ਪ੍ਰਚਾਰਕ ਨਹੀਂ ਹਾਂ ਮੇਰੇ ਬੱਚਿਓ, ਨਾ ਮੈਂ ਕੋਈ ਸੰਤ ਬਾਬਾ। ਮੈਂ ਤਾਂ ਇੱਕ ਬੱਚਿਆਂ ਨੂੰ ਦੱਸਣਾ ਚਾਹੁੰਦਾ ਕਿ ਮੈਂ ਤੁਹਾਡੇ ਵਰਗਾ ਹੀ ਸਟੂਡੈਂਟ ਸੀ ਬੱਚਿਓ। ਮੈਂ ਤੇ ਆਪਣੀ ਥੋੜੀ ਜਿਹੀ ਕਹਾਣੀ ਲੈ ਕੇ ਨਾ ਤੇ ਸ਼ੁਰੂ ਹੋ ਜਾਣਾ ਵਾ ਔਰ ਆਪਣੇ ਆਪ ਸੱਚ ਦੱਸੀ ਜਾਣਾ, ਕਿਉਂਕਿ ਮੈਂ ਬਿਲਕੁਲ, ਮੈਨੂੰ ਯਾਦ ਹੈ, ਆਪਣੀ ਦੂਸਰੀ ਕਲਾਸ ਵੀ ਯਾਦ ਹੈ। ਹੁਣ ਤੁਸੀਂ ਤਾਂ ਸਾਰੇ ਬੱਚੇ ਉੱਥੇ 5ਵੀਂ 6ਵੀਂ ਉੱਤੇ ਬੈਠੇ ਬੱਚੇ ਸਾਰੇ ਸੁਣਦੇ ਪਿਓ ਮੈਨੂੰ, ਤੇ ਮੈਂ ਤਾਂ ਦੂਸਰੀ ਕਲਾਸ ਮੈਨੂੰ ਯਾਦ ਹੈ, 7 ਸਾਲ ਦਾ, ਚੌਥੀ ਕਲਾਸ 9 ਸਾਲ ਦਾ। ਇਸ ਤਰ੍ਹਾਂ ਹੀ ਬੇਟੇ ਮੈਂ BA ਕਰਕੇ, ਗ੍ਰੈਜੂਏਸ਼ਨ ਕਰਕੇ ਮੈਂ ਉੱਥੋਂ ਇੰਡੀਆ ਤੋਂ ਇੱਥੇ ਆਇਆ ਸੀਗਾ। ਤਾਂ ਤੁਸੀਂ ਵੀ ਪੜ੍ਹਾਈਆਂ ਕਰਦੇ ਹੀ ਪਏ ਹੋ, ਸੋ ਮੈਂ ਵੀ ਕੀਤੀ ਥੋੜ੍ਹੀ ਬਹੁਤ। ਤੇ ਹੁਣ ਮੈਂ ਫਿਰ ਦੁਬਾਰਾ ਕਹਾਂ ਬੇਟੇ, ਮੈਂ ਪ੍ਰਚਾਰਕ ਨਹੀਂ ਹਾਂ। ਪ੍ਰਚਾਰਕ ਬੱਚਿਆਂ ਨੂੰ ਬੋਰ ਵੀ ਕਰਦੇ ਆ। ਨਹੀਂ, ਮੈਨੂੰ ਆਉਂਦਾ ਜਾਂਦਾ ਕੁਛ ਨਹੀਂ ਹੈ, ਹੋ ਮੂਰਖ ਕਾਰੇ ਲਾਇਆ। ਪਰ ਮੈਂ ਤੁਹਾਨੂੰ ਬੋਰ ਨਹੀਂ ਹੋਣ ਦਿਆਂਗਾ, ਕਿਉਂਕਿ ਮੇਰੀਆਂ ਗੱਲਾਂ ਸੱਚ ਹਨ। ਤੇ ਮੈਂ ਕੀ ਕਰਦਾ ਪਿਆ ਵਾਂ, ਇਹਨਾਂ ਬੱਚਿਆਂ ਨੂੰ ਮੈਂ ਦੱਸ ਕੇ ਆਪਣੀ ਜ਼ਿੰਦਗੀ ਦੀ ਕਹਾਣੀ, ਸੱਚੀ ਕਹਾਣੀ, ਕਿ ਬਈ ਗੁਰਬਾਣੀ ਨਾਲ ਜੁੜ ਕੇ, ਗੁਰਬਾਣੀ ਨੂੰ ਸਮਝ ਕੇ ਪੜ੍ਹਿਆ। ਜਿਵੇਂ ਤੁਸੀਂ ਆਪਣੀ ਸਕੂਲ ਦੀ ਪੜ੍ਹਾਈ ਕਰਦੇ ਹੋ, ਹੈ ਨਾ, ਵਿਚਾਰ ਕੇ ਪੜ੍ਹਦੇ ਹੋ ਤੇ ਸਹੀ ਜਵਾਬ ਜਾ ਕੇ ਦੇ ਦਿੰਦੇ ਹੋ ਅਗਲੇ ਦਿਨ, ਤੇ ਫਿਰ ਤੁਸੀਂ ਪਾਸ ਹੋ ਜਾਂਦੇ ਹੋ। ਹੌਲੀ ਹੌਲੀ ਇੱਕ ਦਿਨ ਤੁਸੀਂ ਬਣ ਜਾਂਦੇ ਜੋ ਬਣਨਾ ਹੈ। ਤੇ ਮੈਂ ਬੱਚਿਆਂ ਨੂੰ ਇਹੀ ਦੱਸਦਾ, ਬੱਚਿਓ, ਅੱਜ ਅਸੀਂ ਇਹ ਨਾ ਸਮਝੀਏ ਕਿ ਪਾਠ ਕਿਉਂ ਕਰਨ ਨੂੰ ਕਹਿੰਦੇ ਸਾਰੇ, ਸਾਨੂੰ ਬਾਣੀ ਪੜ੍ਹਨ ਨੂੰ ਕਿਉਂ ਕਹਿੰਦੇ ਆ। ਦੇਖੋ, ਪੜ੍ਹਾਈ ਕਰਕੇ ਤੁਸੀਂ 15-20 ਸਾਲ ਬਾਅਦ ਡਾਕਟਰ, ਇੰਜੀਨੀਅਰ ਤੇ ਅਫਸਰ ਬਣ ਜਾਣਾ। ਕੱਲ ਨੂੰ ਰੋਜ਼ੀ ਰੋਟੀ ਦਾ ਤੁਹਾਡਾ, ਤੁਸੀਂ ਤਿਆਰ ਹੋ ਜਾਓਗੇ। ਅੱਗੋਂ ਰੋਟੀ ਦੇਣ ਮਿਲਣੀ, ਨੌਕਰੀ ਮਿਲਣੀ ਨਾ ਮਿਲਣੀ ਦਾ ਪਰਮਾਤਮਾ ਦੇ ਹੱਥ ਹੈ। ਤੇ ਉਹਦੇ ਲਈ ਅਸੀਂ ਤੁਹਾਨੂੰ ਬੱਚਿਆਂ ਸਾਰਿਆਂ ਨੂੰ ਪਰਮਾਤਮਾ ਨਾਲ ਜੋੜਦੇ ਹਾਂ।
ਕਿਉਂਕਿ ਸਾਡੇ ਮਾਤਾ ਪਿਤਾ ਨੇ ਸਾਨੂੰ ਜੋੜਿਆ ਸੀ। ਮੈਂ 6 ਭੈਣ ਭਰਾ, ਅਸੀਂ 6 ਅੱਜ ਹੈਗੇ ਆ। ਸਾਡੇ ਸਾਰੇ ਅਸੀਂ ਦਾਦੇ ਨਾਨੇ ਬਣ ਗਏ ਆ, ਦੋਤੇ ਪੋਤਿਆਂ ਵਾਲੀਆਂ। ਤੇ ਮੈਂ ਤੁਹਾਨੂੰ ਬੱਚਿਓ ਆਪਣੇ ਬੱਚਿਆਂ ਤੋਂ ਵੱਧ ਕੇ ਪਿਆਰ ਕਰਦਾ ਵਾਂ। ਮੈਂ ਦੱਸਦਾ ਹੁੰਦਾ, ਮੈਨੂੰ ਕੋਈ ਇੱਥੇ ਪੁੱਛਦਾ ਨਾ ਤੇਰੇ ਪਰਿਵਾਰ ਦਾ ਕੀ ਹਾਲ ਹੈ, ਤੇ ਮੈਂ ਦੱਸਦਾ ਹੁੰਦਾ ਕਿ ਬਈ ਮੇਰਾ ਪਰਿਵਾਰ ਤੇ ਇੰਡੀਆ ਹੈ। 1,70,000 ਪਲੱਸ ਬੱਚਾ ਇਸ ਵੇਲੇ ਗੁਰਬਾਣੀ ਨਾਲ ਜੁੜ ਚੁੱਕਾ ਹੈ, ਤੇ ਜਿਨ੍ਹਾਂ ਨੂੰ ਮੈਂ ਆਪਣੀ ਸੱਚੀ ਕਹਾਣੀ ਸੁਣਾ ਕੇ ਕਹਿੰਦਾ ਬਈ ਥੋੜਾ ਜਿਹਾ 15 ਮਿੰਟ ਤੋਂ ਸ਼ੁਰੂ ਹੋ ਜਾਓ, ਕੋਈ ਗੱਲ ਨਹੀਂ 15 ਮਿੰਟ ਤੋਂ ਹੀ ਸ਼ੁਰੂ ਹੋ ਜਾਓ, ਪਾਠ ਕਰ ਲਓ। ਪਰ ਇਹ ਨਾ ਹੋਵੇ ਕਿ ਫਟਾਫਟ ਅੰਮ੍ਰਿਤ ਛਕ ਲਓ ਤੇ ਫਿਰ ਪਾਠ ਕੋਈ ਨਾ ਕਰੋ, ਉਹ ਤਾਂ ਫਿਰ ਬੇਦਬੀ ਹੋ ਗਈ, ਫਿਰ ਤਾਂ ਪਾਪ ਹੋ ਗਿਆ। ਇਹ ਬਹੁਤ ਸਾਰੇ ਬੱਚੇ ਕਰ ਰਹੇ ਆ, ਅੰਮ੍ਰਿਤ ਝਟ ਛਕ ਲੈਂਦੇ ਆ। ਮੈਂ ਅੰਮ੍ਰਿਤ ਛਕਿਆ ਜੀ, ਪਰ ਅੰਮ੍ਰਿਤ ਛਕਣ ਵਾਲਿਆਂ ਨੂੰ 5 ਬਾਣੀਆਂ ਰੋਜ਼ ਸਵੇਰੇ ਪੜ੍ਹਨੀਆਂ ਤੇ 2 ਸ਼ਾਮ ਨੂੰ ਪੜ੍ਹਨੀਆਂ। ਤੇ ਜੇ ਨਹੀਂ ਵੀ ਛਕਿਆ ਤਾਂ ਵੀ ਪੜ੍ਹਨ ਦਾ ਅਭਿਆਸ ਕਰਨਾ ਸ਼ੁਰੂ ਕਰ ਦਿਓ। ਅੰਮ੍ਰਿਤ ਜ਼ਰੂਰ ਛਕਣਾ ਆਪਾਂ। ਸੋ ਇਸ ਕਰਕੇ ਅਸੀਂ ਜਦੋਂ ਛੋਟੇ ਛੋਟੇ ਸੀ, ਅਸੀਂ ਜਪਜੀ ਸਾਹਿਬ ਦਾ ਪਾਠ ਕੀਤੇ ਬਗੈਰ ਸਕੂਲ ਜਾਂਦੇ ਸੀ। ਮੈਨੂੰ ਯਾਦ ਹੈ ਕਿ ਸਾਡੀ ਮੰਮੀ ਪਾਪਾ ਦੱਸ ਦਿੰਦੇ ਸੀ ਸ਼ਾਮ ਨੂੰ ਕਿ ਬਈ ਅੱਜ ਪਾਠ ਨਹੀਂ ਜੇ ਕਰਕੇ ਗਿਆ ਤੇ ਫਿਰ ਆਰਾਮ ਨੂੰ ਕੁੱਟ ਪੈਂਦੀ ਸਾਨੂੰ, ਪਾਪਾ ਆ ਕੇ ਕੁੱਟਦੇ ਸੀ ਬੱਚਿਓ। ਸੋ ਬੱਚਿਓ, ਇਸ ਕਰਕੇ ਤੁਹਾਨੂੰ ਅਸੀਂ ਪਾਠ ਵੱਲ ਲਾਉਣਾ ਚਾਹੁੰਦੇ ਹਾਂ ਤੇ ਤੁਸੀਂ ਹੋਰਾਂ ਨੂੰ ਵੀ ਲਾਓ। ਦੇਖੋ ਮੈਂ ਹੁਣ ਕੀ ਨਹੀਂ ਪ੍ਰਾਪਤ ਕੀਤਾ, ਪਾਠ ਕਰਕੇ ਮੈਂ ਕੀ ਨਹੀਂ ਪ੍ਰਾਪਤ ਕੀਤਾ। ਹੁਣ ਦੇਖੋ ਬੱਚਿਓ, ਪਹਿਲੀ ਗੱਲ ਤਾਂ ਗੱਲਾਂ ਕੁਝ ਨੋਟ ਕਰੀ ਜਾਣਾ, ਥੋੜੀਆਂ ਪੈਨ ਕਾਪੀ ਤੁਹਾਡੇ ਕੋਲ ਹੋਏਗੀ, ਕਿਉਂਕਿ ਮੈਂ ਕਹਾਣੀ ਵੀ ਥੋੜੀ ਜਿਹੀ ਸੁਣਾਵਾਂਗਾ। ਵਿਸ਼ਵਾਸ ਬਣੇਗਾ ਤੁਹਾਡਾ, ਕਿਉਂਕਿ ਬਹੁਤ ਸਾਰੇ ਬੱਚਿਆਂ ਨੇ ਕਹਾਣੀ ਸੁਣੀ ਹੋਈ ਹੈ, ਪਰ ਅਸੀਂ ਨਾ ਪਾਠ ਨੂੰ ਵਿਚਾਰ ਕਰਕੇ ਨਹੀਂ ਪੜ੍ਹਦੇ ਹਾਂ। ਤੇ ਮੈਂ ਵੀ ਇੱਕਦਮ ਨਹੀਂ ਵਿਚਾਰ ਕਰਕੇ ਪੜ੍ਹਿਆ ਤੇ ਬਹੁਤ ਜੋ ਪੜ੍ਹੀ ਜਾ ਰਹੇ ਹਾਂ ਉੱਤੋਂ ਲੰਘ ਜਾਂਦਾ। ਨਹੀਂ, ਜਦੋਂ ਵਿਚਾਰ ਕਰਕੇ ਪੜਾਂਗੇ, ਫਿਰ ਪਰਮਾਤਮਾ ਦਾ ਕਹਿਣਾ ਮੰਨਾਂਗੇ ਨਾ, ਤੇ ਬੱਚਿਓ ਫਿਰ ਬਿਲਕੁਲ ਅੱਖਰ ਅੱਖਰ ਸੱਚ ਹੈ। ਇਹ ਤੁਸੀਂ ਵਿਸ਼ਵਾਸ ਕਰਨਾ, ਕਿਉਂਕਿ ਮੈਂ ਆਪਣੀ ਗਰੀਬੀ ਦੀ ਗੱਲ ਕਰਦਾ ਵਾਂ। ਦੂਸਰੀ ਕਲਾਸ 'ਚ ਲੋਲੀਪੌਪ ਖਾਣ ਜੋਗੇ ਪੈਸੇ ਨਹੀਂ ਸੀ ਹੁੰਦੇ। ਇੱਕ 30 ਵਾਲੀ ਗੋਲੀ, ਬਿਲਕੁਲ ਸੱਚ ਬੋਲਦਾ ਮੈਂ, ਝੂਠ ਕਹਾਣੀਆਂ ਬਣਾ ਕੇ ਨਹੀਂ ਆਇਆ। ਦੇਖੋ ਬੱਚੇ, ਨੋਟ ਕਰੋ ਕਿ ਪਰਮਾਤਮਾ ਕਿੱਥੇ ਹੈ। ਪਹਿਲੀ ਗੱਲ ਤਾਂ ਬੱਚਿਆਂ ਨੂੰ ਇਹ ਨਹੀਂ ਪਤਾ ਹੁੰਦਾ, ਕਈ ਵਾਰੀ ਨਾ ਅਸੀਂ ਸੋਚਦੇ ਹਾਂ ਉੱਥੇ ਪਰਮਾਤਮਾ ਖਾਲੀ ਗੁਰਦੁਆਰੇ 'ਚ ਹੈਗਾ। ਪਰਮਾਤਮਾ ਸਾਡੇ ਨਾਲ ਹੈ, ਸਾਡੇ ਅੰਦਰ ਹੈ, ਹਰ ਵੇਲੇ ਸਾਨੂੰ ਵੇਖਦਾ ਪਿਆ ਹੈ। ਉਹ ਇੰਗਲੈਂਡ ਮੇਰੇ ਕੋਲ ਹੁਣ ਵੀ ਹੈਗਾ ਜੇ, ਤੇ ਤੁਹਾਡੇ ਕੋਲ ਸਾਰਿਆਂ ਦੇ ਘਰਾਂ 'ਚ ਬੈਠਾ ਹੈ, ਤੁਹਾਡੇ ਕੋਲ ਹੈਗਾ ਇਸ ਵੇਲੇ, ਸਭ ਨੂੰ ਵੇਖਦਾ ਪਿਆ। ਹੁਣ ਇੰਨੀ ਗੱਲ ਤੁਸੀਂ ਨੋਟ ਕਰ ਲਓ ਬਈ ਜਿਹੜਾ ਬੱਚਾ ਵੀ ਪਰਮਾਤਮਾ ਦਾ ਕਹਿਣਾ ਮੰਨੇਗਾ ਨਾ, ਉਹਦੇ ਕੰਮ ਪਰਮਾਤਮਾ ਆਪ ਕਰਦਾ ਜੇ। ਬੱਚਿਓ ਬਿਲਕੁਲ ਸੱਚ ਹੈ, ਮੇਰੇ ਨਾਲ ਸਾਰੀ ਜ਼ਿੰਦਗੀ ਹੋਇਆ। ਮੈਂ ਤੁਹਾਨੂੰ ਆਪਣੀ ਜ਼ਿੰਦਗੀ ਦੀ ਕਹਾਣੀ ਜੋ ਗੱਲ ਦੱਸਦਾ ਪਿਆ। ਹੁਣ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਮੈਨੂੰ ਪਰਮਾਤਮਾ ਨੇ ਸਭ ਕੁਝ ਦਿੱਤਾ। ਕੀ ਨਹੀਂ ਦਿੱਤਾ? ਇੰਨਾ ਜ਼ਿਆਦਾ ਦਿੱਤਾ ਕਿ ਦੇਂਦਾ ਦੇ ਲੈਂਦੇ ਥੱਕ ਪਾਏ। ਦੇਣ ਵਾਲਾ ਨਹੀਂ ਥੱਕਿਆ, ਮੈਂ ਲੈਣ ਵਾਲਾ ਥੱਕ ਗਿਆ। ਕਿਉਂ? ਕਿਵੇਂ? ਕਿਉਂਕਿ ਮੈਂ ਪਾਠ ਪੜ੍ਹਨਾ ਸ਼ੁਰੂ ਕੀਤਾ ਸੀ ਛੋਟੀ ਉਮਰ ਤੋਂ। ਘਰ ਮੰਗਿਆ, ਘਰ ਮਿਲ ਗਿਆ। ਕਾਰ ਮੰਗੀ, ਕਾਰ ਮਿਲ ਗਈ। ਕਾਰੋਬਾਰ ਮੰਗਿਆ, ਕਾਰੋਬਾਰ ਮਿਲ ਗਿਆ। ਫਿਰ ਸ਼ਾਦੀ ਹੋ ਗਈ, ਬੇਟਾ ਮੰਗਿਆ, ਬੇਟਾ ਮਿਲ ਗਿਆ। ਬੇਟੀ ਮੰਗੀ, ਬੇਟੀ ਮਿਲ ਗਈ। ਇਹ ਸੱਚ ਹੈ। ਤੁਹਾਡਾ ਮੈਂ ਵਿਸ਼ਵਾਸ ਬਣਾਉਣਾ ਸਾਰੇ ਬੱਚਿਆਂ ਦਾ, ਬਿਲਕੁਲ ਅੱਖਰ ਅੱਖਰ ਸੱਚ ਹੈ। ਗੁਰੂ ਗ੍ਰੰਥ ਸਾਹਿਬ ਲਿਖਿਆ, ਮੇਰੇ ਨਾਲ ਹੋਇਆ। ਥੋੜਾ ਮੰਗਿਆ ਬਲਕਿ ਬਹੁਤਾ ਮਿਲਿਆ। ਮੈਂ ਤਾਂ ਦੁਨੀਆ ਦੀ ਸਭ ਤੋਂ ਮਹਿੰਗੀ ਕਾਰ ਵੇਖੀ ਸੀ ਤੇ ਮੈਂ ਝੂਟਾ ਮੰਗਿਆ ਸੀ। ਮੈਨੂੰ ਯਾਦ ਹੈ 1968 ਚ ਬੱਚਿਓ, 1968 ਚ। ਬਾਬਾ ਜੀ ਕਦੀ ਇਹੋ ਜਿਹੀ ਕਾਰ ਦਾ ਝੂਟਾ ਲੈ ਲਾਂਗੇ। 10 ਸਾਲ ਬਾਅਦ ਬਾਬਾ ਜੀ ਨੇ ਕਾਰ ਹੀ ਦੇ ਛੱਡੀ ਮੈਨੂੰ। ਕਿਵੇਂ? ਕਿਉਂ? ਕਿਉਂਕਿ ਮੈਂ ਰੋਜ਼ ਵਿਚਾਰ ਕੇ ਥੋੜਾ ਪਾਠ ਕਰਦਾ ਸੀ ਤੇ ਬਾਬਾ ਜੀ ਮੇਰੇ ਨਾਲ ਹੀ ਹੁੰਦੇ ਸੀ। ਹਰ ਵੇਲੇ ਰੋਜ਼ ਵੇਖਦੇ ਸੀ, ਅੱਛਾ ਬੱਚਾ ਨਾ ਕਹਿਣਾ ਮੰਨਦਾ, ਇਹਨੇ ਝੂਟਾ ਮੰਗਿਆ ਸੀ, ਇਹਨੂੰ ਕਾਰ ਜੋਗੇ ਪੈਸੇ ਦੇ ਦਿਓ। ਬਿਲਕੁਲ ਸੱਚ ਹੈ ਬੇਟੇ। 5 ਕਰੋੜ ਦੀ ਕਾਰ ਮੈਂ 40 ਸਾਲ ਚਲਾਈ ਬੱਚਿਓ। ਅੱਜ ਮੇਰੇ ਬੱਚੇ ਵੀ ਚਲਾਉਂਦੇ ਪਿਆ, ਕਿਉਂਕਿ ਮੈਂ ਆਪਣੇ ਬੱਚਿਆਂ ਨੂੰ ਇਹ ਸਿੱਖਿਆਵਾਂ ਦਿੱਤੀਆਂ ਇੱਥੇ। ਮੇਰੇ ਬੱਚੇ ਵੱਡੇ ਵੱਡੇ ਹੋ ਗਏ ਹੁਣ, ਤੇ ਬੱਚਿਓ ਮੈਂ ਉੱਥੇ ਪੰਜਾਬ ਜਾ ਕੇ ਮੇਰੇ ਬੱਚਿਆਂ ਤੋਂ ਵੱਧ ਕੇ ਪਿਆਰ ਕਰਨਾ ਉਹਨਾਂ ਬੱਚਿਆਂ ਨੂੰ, ਕਿਉਂਕਿ ਤੁਹਾਡੇ ਮਾਤਾ ਪਿਤਾ ਭੁੱਲ ਗਏ ਹੈ ਨਾ। ਭੁੱਲ ਜਾਂਦਾ ਇਨਸਾਨ। ਮੈਂ ਤੁਹਾਡੇ ਮਾਤਾ ਪਿਤਾ ਨੂੰ ਮਾੜਾ ਨਹੀਂ ਕਹਿਣਾ, ਬੜੇ ਚੰਗੇ ਤੁਹਾਡੇ ਮਾਤਾ ਪਿਤਾ, ਉਹ ਭੁੱਲ ਗਏ ਵਿਚਾਰੇ। ਕਿਉਂਕਿ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਇਹ ਹੁਕਮ ਦਿੱਤਾ ਸੀ। ਇਹ ਹੁਕਮ ਦੀ ਪਾਲਣਾ ਮੇਰੇ ਮੰਮੀ ਪਾਪਾ ਤੇ ਕਰਦੇ ਸੀਗੇ। ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਇਹ ਹੁਕਮ ਗੁਰੂ ਸਾਹਿਬ ਦਾ ਹੁਕਮ ਹੈ। ਫਿਰ ਹੁਣ ਗੁਰੂ ਸਾਹਿਬ ਨੂੰ ਤਾਂ ਮੰਨਦੇ ਆ, ਇਹ ਨੋਟ ਕਰਨਾ ਮੇਰੇ ਬੱਚਿਓ। ਗੁਰੂ ਸਾਹਿਬ ਨੂੰ ਤਾਂ ਅਸੀਂ ਮੰਨਦੇ ਆ, ਪਰ ਅਸੀਂ ਗੁਰੂ ਸਾਹਿਬ ਦਾ ਹੁਕਮ ਨਹੀਂ ਮੰਨਦੇ। ਤੇ ਹੁਕਮ ਕਿੱਥੇ ਲਿਖ ਕੇ ਗਏ ਸੀ? ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ। ਇਹਨੂੰ ਪੜ੍ਹ ਲੈਣਾ, ਇਹਨੂੰ ਖਾਲੀ ਧੂਪ ਅਗਰਬੱਤੀ ਨਾ ਕਰਨਾ, ਇਹਨੂੰ ਖਾਲੀ ਮੱਥੇ ਨਾ ਟੇਕਣਾ। ਥਾਂ ਥਾਂ ਤੇ ਮੱਥੇ ਟੇਕਦੇ ਨਾ, ਮੈਂ ਦੇਖਿਆ ਬੱਚਿਆਂ ਦੀਆਂ ਮੰਮੀਆਂ ਨਾ 12-12, 15-15, 20 ਥਾਂ ਤੇ ਮੱਥੇ ਟੇਕਦੇ। ਬੱਚੇ ਵੀ ਨਾਲ ਨਾਲ ਹੀ ਕੰਮ ਕਰੀ ਜਾਂਦੇ। ਉਹ ਖਾਲੀ ਮੱਥੇ ਟੇਕਾਉਂ। ਦੇਖੋ ਬੱਚਿਓ, ਬੜੇ ਬੀਬੇ ਬੱਚੇ ਆ ਮੇਰੇ, ਤੁਸੀਂ ਆਪਣੀਆਂ ਕਿਤਾਬਾਂ ਨੂੰ ਖਾਲੀ ਮੱਥੇ ਟੇਕਣੇ ਸ਼ੁਰੂ ਕਰ ਦਿਓ, ਧੂਪ ਅਗਰਬੱਤੀ ਕਰਨੀ ਸ਼ੁਰੂ ਕਰ ਦਿਓ, ਦੱਸੋ ਪਾਸ ਹੋ ਜਾਓਗੇ ਤੁਸੀਂ? ਹੈ ਕਿ ਨਹੀਂ? ਏਦਾਂ ਮੈਂ ਸਮਝਾਉਣਾ ਬੱਚਿਆਂ ਨੂੰ। ਸੋ ਬੇਟੇ ਵਿਚਾਰ ਕੇ ਪੜ੍ਹੋ, ਭਾਵੇਂ ਇੱਕ ਅੰਗ ਰੋਜ਼ ਦਾ ਪੜ੍ਹੋ, ਵਿਚਾਰ ਕੇ ਪੜ੍ਹੋ, ਕਿਉਂਕਿ ਅੱਖਰ ਅੱਖਰ ਲਿਖਿਆ ਸੱਚ ਹੈ। ਕਿਉਂਕਿ ਦੇਖੋ ਹੁਣ ਮੈਂ ਤੁਹਾਨੂੰ ਜ਼ਰੂਰ ਦੱਸਣਾ ਚਾਹੁੰਦਾ ਕਿ ਪਰਮਾਤਮਾ ਵਿਅਕਤੀ ਨਹੀਂ ਜਿਉਂਦਾ। ਗੁਰੂ ਸਾਹਿਬ ਨੇ ਇਹੀ ਕਿਹਾ ਸੀਗਾ, ਅੱਜ ਤੋਂ ਬਾਅਦ ਵਿਅਕਤੀ ਗੁਰੂ ਨਹੀਂ ਹੋਏਗਾ। ਪਰਮਾਤਮਾ ਇੱਕ ਸ਼ਕਤੀ ਹੈ। ਕਿੱਥੇ ਹੈ? ਗੁਰ ਮੇਰੇ ਸੰਗ ਸਦਾ ਹੈ
ਨਾਲੇ ਹਰ ਵੇਲੇ ਸਾਡੇ ਨਾਲ ਹੈ। ਫਿਰ ਕਿਸੇ ਨੂੰ ਥੋੜਾ ਕਿਉਂ ਦੇ ਰਿਹਾ, ਕਿਸੇ ਨੂੰ ਬਹੁਤਾ ਕਿਉਂ ਦੇ ਰਿਹਾ? ਇਹ ਸਿੰਪਲ ਜੀ ਗੱਲ ਜੇ। ਜਿਹੜਾ ਉਹਦਾ ਕਹਿਣਾ ਮੰਨੇਗਾ ਉਹਨੂੰ ਸਭ ਕੁਝ ਦੇਗਾ, ਜਿਹੜਾ ਕਹਿਣਾ ਨਹੀਂ ਮੰਨੇਗਾ ਤੇ ਫਿਰ ਉਹਨੂੰ ਨਹੀਂ ਦੇਗਾ। ਉਹਦੇ ਘਰ ਦੁੱਖ ਵੀ ਹੋਣਗੇ, ਮੁਸ਼ਕਲਾਂ ਵੀ ਹੋਣਗੀਆਂ। ਸੋ ਇਸ ਤਰ੍ਹਾਂ ਹੀ ਬੱਚਿਓ, ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਹਾਨੂੰ ਸ਼ਾਇਦ ਮੇਰੀਆਂ ਗੱਲਾਂ ਸਮਝ ਆ ਰਹੀਆਂ ਹੋਣੀਆਂ। ਤੇ ਮੈਂ ਥੋੜਾ ਮੰਗਿਆ, ਬਾਬਾ ਜੀ ਨੇ ਮੈਨੂੰ ਬਹੁਤਾ ਦਿੱਤਾ, ਔਰ ਪੰਕਤੀ ਇੱਕ ਇੱਕ ਸੱਚੀ ਹੈ। ਮੈਂ ਜਦੋਂ 12-13 ਸਾਲ ਪਹਿਲੇ ਮੈਂ ਇੰਡੀਆ ਆ ਕੇ ਬੱਚਿਆਂ ਨੂੰ ਇਹ ਦੱਸਣਾ ਸ਼ੁਰੂ ਕੀਤਾ, ਕਿਉਂਕਿ ਜੇ ਮੈਂ ਤੁਹਾਨੂੰ ਹੁਣੇ ਕਹਾਂ ਕਿ ਤੁਹਾਨੂੰ ਕਹਿਣਾ ਮੰਨਣ ਨੂੰ ਕਹਿ ਰਿਹਾ ਕਿ ਪਰਮਾਤਮਾ ਦਾ ਕਹਿਣਾ ਮੰਨਣਾ ਹੈ, ਤੇ ਬੱਚਿਓ ਮੈਂ ਵੀ ਕਹਿਣਾ ਮੰਨਦਾ ਨਾ। ਜਦੋਂ ਮੈਂ 12 ਸਾਲ ਪਹਿਲੇ 2 ਲੱਖ ਰੁਪਈਆ ਰੋਜ਼ ਦਾ ਕਮਾ ਸਕਦਾ ਸੀਗਾ, ਤੇ ਮੈਂ ਬਾਬਾ ਜੀ ਅੱਗੇ ਜਾ ਕੇ ਅਰਦਾਸ ਕੀਤੀ ਸੀ, ਬਾਬਾ ਜੀ ਤੁਸੀਂ ਮੈਨੂੰ ਇੱਕ ਭਿਖਾਰੀ ਨੂੰ ਰਾਜਾ ਬਣਾ ਦਿੱਤਾ। ਕਿਉਂਕਿ ਪਰਮਾਤਮਾ ਇੰਨੀ ਵੱਡੀ ਸ਼ਕਤੀ ਹੈ। ਜਦੋਂ ਮੈਂ ਲੋਲੀਪੌਪ ਖਾਣ ਜੋਗੇ ਪੈਸੇ ਨਹੀਂ ਸੀ ਹੁੰਦੇ, ਉਹ ਮੇਰਾ ਦੋਸਤ ਇੱਕ ਲੋਲੀਪੌਪ ਚੂਸਦਾ ਹੁੰਦਾ ਸੀ, ਮੈਨੂੰ ਯਾਦ ਹੈ, ਤੇ ਮੈਂ ਉਹਦਾ ਮੂੰਹ ਦੇਖਦਾ ਰਹਿੰਦਾ ਸੀ। ਤੇ ਅੱਜ ਮੇਰੇ ਕੋਲ ਰਾਜਿਆਂ ਮਹਾਰਾਜਿਆਂ ਵਾਲਾ ਸਭ ਕੁਝ ਹੈ। ਜੋ ਕੁਝ ਰਾਜਿਆਂ ਮਹਾਰਾਜਿਆਂ ਕੋਲ ਹੁੰਦਾ ਹੈ, ਬੱਚਿਆਂ ਨੂੰ ਮੈਂ ਦੱਸ ਚੁੱਕਾ, ਮੈਂ ਸੱਚ ਬੋਲਦਾ। ਹੁਣ ਮੈਂ ਮਹਿਲ 'ਚ ਬੈਠਾ, ਇਸ ਲਈ ਮੇਰਾ ਘਰ ਮਹਿਲ ਵਰਗਾ ਹੈ। 2 ਘੰਟੇ ਅੰਗਰੇਜ਼ ਮੇਰੇ ਘਰ ਦੇ ਬਾਹਰ ਆ ਖਲੋਤੇ ਹੁੰਦੇ। ਅੰਗਰੇਜ਼ਾਂ ਨੇ ਇਹੋ ਜਿਹਾ ਘਰ ਨਹੀਂ ਵੇਖਿਆ। ਪਰ ਬੇਟੇ, ਮੈਂ ਆਪਣੀ ਅਮੀਰੀ ਨਹੀਂ ਦੱਸਦਾ ਸਾਰੇ ਬੱਚਿਆਂ ਨੂੰ, ਨਾ ਅਮੀਰੀ ਦੱਸਣੀ ਹੁੰਦੀ ਤੇ ਮੈਂ ਫਿਰ ਮਹਿਲਾਂ 'ਚ ਹੀ ਬੈਠਾ ਰਹਿੰਦਾ। ਮੈਂ ਫਿਰ ਹੁਣ ਜਿੰਨੇ ਸਵਾਸ ਬਾਕੀ ਹੈ ਇਹ ਮੈਂ ਬੱਚਿਆਂ ਤੇ ਲਾਣਾ, ਕਿਉਂਕਿ ਮੈਂ ਵੀ ਗੁਰੂ ਦਾ ਹੁਕਮ ਮੰਨਦਾ ਨਾ ਕਿ ਨਾਮ ਜਪੋ, ਕਿਰਤ ਕਰੋ, ਵੰਡ ਕੇ ਛਕੋ। ਹੁਣ ਮੇਰਾ ਵਕਤ ਹੈ ਵੰਡ ਕੇ ਛਕਣ ਦਾ। ਜਦ ਮੈਂ 2 ਲੱਖ ਰੁਪਇਆ ਰੋਜ਼ ਦਾ ਕਮਾ ਸਕਦਾ ਸੀਗਾ, ਤੇ ਮੈਂ ਬਾਬੇ ਜੀ ਅਰਦਾਸ ਕੀਤੀ, ਬਾਬਾ ਜੀ ਮੈਂ 62 ਸਾਲ ਦਾ ਉਦੋਂ ਹੋ ਗਿਆ ਸੀ, ਅੱਜ ਮੈਂ 74 ਸਾਲ ਦਾ ਬੱਚਿਓ। ਤੇ ਬਾਬਾ ਜੀ ਕੀ ਕਰਾਂਗਾ ਮੈਂ 2 ਲੱਖ ਰੁਪਇਆ ਰੋਜ਼ ਦਾ ਇਕੱਠਾ ਕਰਕੇ? ਬਾਬਾ ਜੀ ਨਾਲ ਤਾਂ ਸੂਈ ਜਾਣੀ ਕੋਈ ਨਹੀਂ, ਮੈਨੂੰ ਪਤਾ ਲੱਗ ਚੁੱਕਾ ਹੈ। ਤੁਸੀਂ ਮੈਨੂੰ ਭਿਖਾਰੀ ਤੋਂ ਰਾਜਾ ਬਣਾਤਾ ਹੈ, ਤੁਹਾਡਾ ਸ਼ੁਕਰਾਨਾ ਕੋਈ ਨਹੀਂ ਕੀਤਾ। ਸੋ ਬੱਚਿਓ, ਇਹ ਸ਼ੁਕਰਾਨੇ ਵਜੋਂ ਸਾਡੇ ਗੁਰੂ ਸਾਹਿਬ ਨੇ ਕਿਹਾ ਸੀਗਾ ਕਿ ਬਈ ਨਾਮ ਹੀ ਜਪਣਾ ਹੈ, ਕਿਰਤ ਵੀ ਕਰਨੀ ਹੈ। ਮੈਂ ਕਾਰੋਬਾਰ ਕੀਤਾ, ਵੱਡਾ ਸਾਰਾ ਕਾਰੋਬਾਰ ਹੈ, ਬੱਚੇ ਸੰਭਾਲਦੇ, ਹੁਣ ਵੱਡੇ ਹੋ ਗਏ ਬੱਚੇ, ਔਰ ਬੱਚੇ ਨੂੰ ਇਹੀ ਕੁਝ ਸਿਖਾਇਆ ਜੋ ਮੈਂ ਬੱਚਿਆਂ ਨੂੰ, ਜੋ ਤੁਹਾਨੂੰ ਸਿਖਾ ਰਿਹਾ ਇਸ ਵੇਲੇ। ਸੋ ਬੇਟੇ, ਦੇਂਦਾ ਦੇ ਲੈਂਦੇ ਥੱਕ ਪਾਏ। ਇਹ 2 ਲੱਖ ਰੁਪਇਆ ਰੋਜ਼ ਦਾ ਮੈਂ ਕਮਾਦਾ ਸੀ, ਮੈਂ ਛੱਡ ਦਿੱਤਾ ਬਾਬਾ ਜੀ, ਨਾਲ ਸੂਈ ਨਹੀਂ ਜਾਣੀ, ਤੇ ਮੈਂ ਚੱਲ ਕੇ ਤੁਹਾਡਾ ਸ਼ੁਕਰਾਨਾ ਕਰਦਾ। ਤੇ ਪਿਛਲੇ 12 ਸਾਲਾਂ ਤੋਂ ਆਪਾਂ ਸ਼ੁਕਰਾਨਾ ਕਰਦੇ ਹਾਂ। ਔਰ ਇਹ ਬੱਚੇ ਫਿਰ ਮੇਰੀ ਸੱਚੀ ਕਹਾਣੀ ਸੁਣ ਕੇ ਗੁਟਕਾ ਸਾਹਿਬ ਮੰਗ ਲੈਂਦੇ ਆ, ਪਾਠ ਵੀ ਕਰਨ ਲੱਗ ਪੈਂਦੇ ਆ, ਵਿਚਾਰ ਕੇ ਕਰਦੇ ਆ। ਫਿਰ ਬੱਚੇ ਮੈਨੂੰ ਆਪੇ ਦੱਸਦੇ ਆ, ਹਾਂ ਬਾਬਾ ਜੀ ਸਾਡੇ ਘਰ ਬਾਣੀ ਆਈ, ਪਾਪਾ ਨੇ ਸ਼ਰਾਬ ਛੱਡਤੀ, ਵੀਰੇ ਨੇ ਕੇਸ ਰੱਖ ਲਏ। ਕਿਉਂਕਿ ਕੇਸ ਰੱਖਣੇ ਵੀ ਤਾਂ ਸਾਡੇ ਬਾਬਾ ਜੀ ਦਾ ਹੁਕਮ ਹੈ ਨਾ। ਅਸੀਂ ਛੋਟੇ ਛੋਟੇ ਹੁੰਦੇ ਸੀਗੇ ਤੇ ਸਾਨੂੰ ਇਹਦਾ ਨਾ ਕਿ ਦਾਦੀ ਜੀ ਨਾਨੀ ਜੀ ਸਾਡੇ ਬਿਸਤੇ ਤੇ ਆ ਕੇ ਬਹਿ ਜਾਂਦੇ ਸੀ, ਆ ਕੇ ਸਾਨੂੰ ਸਾਖੀਆਂ ਸੁਣਾਉਂਦੀਆਂ ਸੀਗੀਆਂ। ਪਰ ਅੱਜ ਦੀ ਦਾਦੀ ਨਾਨੀ ਤਾਂ ਮੈਂ ਦੇਖਿਆ ਸੀਰੀਅਲ ਹੀ ਦੇਖਦੀ ਰਹਿ ਜਾਂਦੀ ਵਿਚਾਰੀ, ਹੈ ਨਾ, ਭੁੱਲ ਗਈ ਵਿਚਾਰੀ। ਕਿਸੇ ਨੂੰ ਮਾੜਾ ਨਹੀਂ ਕਹਿਣਾ ਆਪਾਂ। ਸੋ ਜੇ ਤੁਹਾਡੇ ਮਾਤਾ ਪਿਤਾ ਭੁੱਲ ਗਏ, ਦਾਦੀ ਨਾਨੀ ਭੁੱਲ ਗਏ, ਮੈਂ ਬੱਚਿਆਂ ਦਾ ਦਾਦਾ ਜੀ ਨਾਨਾ ਜੀ ਬਣ ਕੇ ਤੇ ਬੱਚਿਆਂ ਨੂੰ ਆਪਣੀ ਕਹਾਣੀ ਸੁਣਾਣਾ। ਤੇ ਸਾਡੀ ਦਾਦੀ ਨਾਨੀ ਸਾਨੂੰ ਕਹਿੰਦੀ ਸੀ, ਭਾਈ ਤਾਰੂ ਸਿੰਘ ਨੇ ਖੋਪੜੇ ਲਵਾ ਲਏ ਪਰ ਕੇਸ ਨਹੀਂ ਸੀ ਕਟਵਾਏ। ਤੇ ਅੱਜ ਦਾ ਨੌਜਵਾਨ ਕਹਿੰਦਾ ਦਾੜੀ ਕੇ ਸਾਨੂੰ ਅੰਬ ਲੱਗਣੇ ਹੈ ਨਾ। ਅੱਜ ਕਿੰਨੇ ਬੱਚਿਆਂ ਨੇ ਬੰਬੀ ਆਪਾਂ ਨੇ ਦੇਖਿਆ ਦਾੜੀ ਬਿਊਟੀ ਪਾਰਲਰ ਜਾਂਦੀਆਂ ਮੇਰੀਆਂ ਮੰਮੀਆਂ। ਨਾ ਬੇਟੇ ਨਾ, ਇਹ ਗਲਤੀ ਕਰਦੇ ਪਏ ਆ। ਸੋ ਇਹਨਾਂ ਨੂੰ ਆਪਾਂ ਪਿਆਰ ਨਾਲ ਸਮਝਾਉਣਾ ਹੈ, ਪਰ ਬੱਚੇ ਝੱਟ ਸਮਝ ਜਾਂਦੇ ਆ। ਮੈਨੂੰ ਪਤਾ ਸੀ ਜੋ ਬੱਚੇ ਕਹਿਣਾ ਮੈਨੂੰ ਲੱਗ ਪੈਣਗੇ ਗੁਰੂ ਜੀ ਦਾ, ਘਰ ਵਿਚਕਾਰ ਬੇਟੇ ਇਸ ਤਰ੍ਹਾਂ ਦੀਆਂ ਅੱਛੀਆਂ ਚੀਜ਼ਾਂ ਹੋਣੀਆਂ ਲੱਗ ਪੈਣਗੀਆਂ, ਆਪੇ ਹੋਣ ਲੱਗ ਪੈਣਗੀਆਂ। ਕਿਉਂਕਿ ਬਾਬਾ ਜੀ ਤੁਹਾਨੂੰ ਵੇਖਦੇ ਪਿਆ ਸਾਰਿਆਂ ਨੂੰ, ਜੋ ਅੱਛੇ ਬੱਚੇ ਨੂੰ ਮਾਂ ਪਿਓ ਸਭ ਕੁਝ ਦਿੰਦੇ ਆ। ਸੋ ਬੇਟੇ, ਇਸ ਤਰ੍ਹਾਂ ਮੈਂ ਇੱਥੇ ਇੰਗਲੈਂਡ ਜਦੋਂ ਆਇਆ ਸੀ, 3 ਮਹੀਨੇ ਮੈਂ ਦਰ ਦੀਆਂ ਠੋਕਰਾਂ ਖਾਧੀਆਂ ਸੀ, ਹੈ ਨਾ। ਨੌਕਰੀ ਮੰਗਦਾ ਸੀਗਾ, ਨੌਕਰੀ ਦਿੰਦੇ ਨਹੀਂ ਸੀ। ਬਾਹਰ ਲਿਖਿਆ ਹੁੰਦਾ ਸੀ ਕਰਮਚਾਰੀਆਂ ਦੀ ਜ਼ਰੂਰਤ ਹੈ, ਪਰ ਮੈਨੂੰ ਦੋਸਤ ਮਿੱਤਰ ਕਹਿੰਦੇ ਸੀ ਯਾਰ ਤੂੰ ਦਾੜੀ ਕਟਾ, ਪਗੜੀ ਲਾ ਤਾਂ ਨੌਕਰੀ ਮਿਲ ਜਾਏਗੀ ਤੇਰੇ। ਮੈਂ ਕਿਹਾ ਨਹੀਂ, ਮੈਨੂੰ ਵਿਸ਼ਵਾਸ ਸੀਗਾ, ਕਿਉਂਕਿ ਲਿਖਿਆ ਹੋਇਆ ਗੁਰੂ ਗ੍ਰੰਥ ਸਾਹਿਬ 'ਚ ਕਿ ਜੋ ਵੀ ਇਨਸਾਨ, ਜੋ ਵੀ ਬੱਚਾ ਬਾਬਾ ਜੀ ਦਾ ਕਹਿਣਾ ਮੰਨੇਗਾ ਨਾ, ਬਾਬਾ ਜੀ ਉਹਦਾ ਕੰਮ ਆਪ ਕਰਦੇ ਆ। ਇਹ ਬੱਚਿਓ ਤੁਸੀਂ ਵਿਸ਼ਵਾਸ ਕਰਨਾ, ਤੁਹਾਡਾ ਮੈਂ ਸਿਰਫ ਵਿਸ਼ਵਾਸ ਹੀ ਵਧਾਉਣਾ ਜੇ, ਹੈ ਨਾ। ਤੁਸੀਂ ਫਿਰ ਗਲਤੀਆਂ ਕਰਨ ਲੱਗ ਪੈਣਾ, ਮੈਨੂੰ ਪਤਾ ਹੈ। ਲੈਕਚਰ ਤਾਂ ਹੁਣ ਸੁਣ ਲਿਆ ਤੁਸੀਂ ਮੇਰਾ, ਤੁਹਾਨੂੰ ਵਿਸ਼ਵਾਸ ਹੋ ਹੀ ਜਾ ਰਿਹਾ, ਪਰ ਤੁਸੀਂ ਗਲਤੀਆਂ, ਕਿਉਂਕਿ ਬਾਬਾ ਜੀ ਕਹਿੰਦੇ ਝੂਠ ਨਹੀਂ ਬੋਲਣਾ, ਫਿਰ ਤੁਸੀਂ ਝੂਠ ਬੋਲਣ ਲੱਗ ਪਓਗੇ। ਮੈਨੂੰ ਪਤਾ ਬਾਬਾ ਜੀ ਕਹਿੰਦੇ ਸੱਚ ਬੋਲਣਾ। ਜੋ ਸੱਚ ਬੋਲਾਂਗੇ ਨਾ, ਫਿਰ ਬਿਲਕੁਲ ਅੱਖਰ ਅੱਖਰ ਸੱਚ। ਜੇ ਬੱਚਿਓ ਥੋੜਾ ਮੰਗਿਆ ਬਾਬਾ ਜੀ ਨੇ ਬਹੁਤਾ ਦਿੱਤਾ, ਔਰ ਮੈਂ ਲੈਣ ਵਾਲਾ ਥੱਕ ਗਿਆ, ਦੇਣ ਵਾਲਾ ਨਹੀਂ ਥੱਕਿਆ। ਬਿਲਕੁਲ ਇਹ ਸੱਚ ਹੈ ਬੇਟੇ। ਔਰ ਫਿਰ ਦੇਖੋ, ਮੈਂ ਕਦੀ ਦਾੜੀ ਕੇਸ ਨਹੀਂ ਕਟਵਾਏ। 3 ਮਹੀਨੇ ਮੈਂ ਦਰਦਾਂ ਦੀਆਂ ਠੋਕਰਾਂ ਖਾਧੀਆਂ। ਅੰਗਰੇਜ਼ ਨੌਕਰੀ ਨਹੀਂ ਦੇ ਰਹੇ ਸੀਗੇ ਨਾ, ਤੇ ਮੈਂ ਚੱਲਿਆ ਵਾਪਸ ਇੰਡੀਆ। ਕੋਈ ਗੱਲ ਨਹੀਂ, ਘਰ ਗਰੀਬੀ ਸੀਗੀ, ਰੋਟੀ ਤਾਂ ਖਾਣ ਨੂੰ ਮਿਲ ਹੀ ਜਾਂਦੀ ਸੀ। ਤੇ ਦੇਖੋ ਫਿਰ ਵਿੱਚ ਆ ਗਿਆ ਪਰਮਾਤਮਾ ਆਪੇ ਹੀ। ਇਹ ਫਿਰ ਪਰਮਾਤਮਾ ਵਿੱਚ ਆ ਜਾਂਦਾ ਬੇਟੇ, ਇੱਕ ਸ਼ਕਤੀ ਹੈ। ਉਹ ਕਿਵੇਂ ਆਇਆ? ਮਾਮਾ ਜੀ ਦੇ ਰੂਪ ਵਿੱਚ। ਮਾਮਾ ਜੀ ਮੇਰੇ ਉੱਥੇ ਫੈਕਟਰੀ 'ਚ ਕੰਮ ਕਰਦੇ ਸੀਗੇ। ਮਾਮਾ ਜੀ ਨੇ ਜਾ ਕੇ ਅੰਗਰੇਜ਼ ਨੂੰ ਕਿਹਾ, ਉਹ ਮੇਰਾ ਭਾਂਜਾ ਬੜਾ ਇਮਾਨਦਾਰ ਹੈ, ਬੜਾ ਮਿਹਨਤੀ ਹੈ, ਤੁਹਾਨੂੰ ਕਰਮਚਾਰੀਆਂ ਦੀ ਜ਼ਰੂਰਤ ਹੈ, ਕੰਮ ਕਰਕੇ ਖਾਏਗਾ। ਬੇਟਿਓ ਅੰਗਰੇਜ਼ ਨੇ ਉਸੇ ਵੇਲੇ ਮੈਨੂੰ ਨੌਕਰੀ ਦਿੱਤੀ, ਉਹਨੇ ਦਾੜੀ ਕੇਸ ਕੱਟਣ ਨੂੰ ਨਹੀਂ ਕਿਹਾ। ਇਹ ਬੇਟੇ ਪਰਮਾਤਮਾ ਸਾਡੇ ਇਮਤਿਹਾਨ ਲੈਂਦਾ ਹੈ। ਜਿਵੇਂ ਤੁਹਾਡੇ ਸਕੂਲਾਂ ਦੇ ਇਮਤਿਹਾਨ ਹੁੰਦੇ ਆ ਨਾ, ਏਦਾਂ ਬਾਬਾ ਜੀ ਸਾਡੀ ਹਰ ਇੱਛਾ ਪੂਰੀ ਕਰਨ ਤੋਂ ਪਹਿਲੇ ਸਾਡਾ ਇਮਤਿਹਾਨ ਲੈਂਦੇ ਜੇ। ਸੋ ਇਸ ਤਰ੍ਹਾਂ ਬੇਟੇ ਮੈਨੂੰ ਪੂਰੀ ਉਮੀਦ ਹੈ ਤੁਸੀਂ ਸਾਰੇ ਗੱਲਾਂ ਸਮਝਦੇ ਪਏ ਹੋਵੋਗੇ।
ਸੋ ਮੇਰੇ ਹੁਣ ਜਿੰਨੇ ਸਵਾਸ ਬਾਕੀ ਹੈ, ਕਿਉਂਕਿ ਮੈਂ ਪਰਮਾਤਮਾ ਧੰਨਵਾਦ ਕਰਨ ਵਾਸਤੇ ਉੱਥੇ ਬੱਚਿਆਂ ਨੂੰ ਜਾ ਕੇ ਗੁਰੂ ਗ੍ਰੰਥ ਸਾਹਿਬ ਨਾਲ ਜੋੜਦਾ ਵਾਂ। ਜਿੱਥੇ ਆਪਾਂ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਾ ਹੈ, ਖਾਲੀ ਗੁਰੂ ਗ੍ਰੰਥ ਸਾਹਿਬ ਨਾਲ ਨਹੀਂ ਜੋੜਨਾ। ਅਸੀਂ ਕਿਰਤ ਵੀ ਕਰਨੀ ਹੈ, ਗੁਰੂ ਸਾਹਿਬ ਦਾ ਹੁਕਮ ਹੈ ਨਾ, ਕਿਰਤ, ਕਾਰੋਬਾਰ ਵੀ ਕਰਨੇ ਆ, ਕੋਈ ਨੌਕਰੀਆਂ ਵੀ ਕਰਨੀਆਂ। ਤੇ ਉਹਦੇ ਲਈ ਮੈਨੂੰ ਭਾਈ ਸਾਹਿਬ ਜਸਬੀਰ ਸਿੰਘ ਖਾਲਸਾ ਖੰਨੇ ਵਾਲੇ ਉਹ ਦੱਸ ਕੇ ਗਏ ਸੀ ਕਿ ਬਾਈ ਇਹ ਵਾਲੀ ਸੇਵਾ ਤੂੰ ਕਰ, ਬਾਈ ਬੱਚਿਆਂ ਨੂੰ ਪੜ੍ਹਾਈਆਂ ਵੀ ਕਰਾਓ। ਜਿੱਥੇ ਪਰਮਾਤਮਾ ਨਾਲ ਜੋੜਨਾ ਹੈ ਉੱਥੇ ਵੱਡੀਆਂ ਵੱਡੀਆਂ ਪੜ੍ਹਾਈਆਂ ਕਰਾਓ ਇਹਨਾਂ ਬੱਚਿਆਂ ਨੂੰ। ਤੇ ਉਹ ਬੱਚੇ ਬਜਾਏ ਕਿ ਮੈਂ ਵੀ ਆਪਣਾ ਦਸਵੰਧ, ਕਿਉਂਕਿ ਦਸਵੰਧ ਤਾਂ ਸਾਰਿਆਂ ਨੇ ਦੇਣਾ ਗੁਰੂ ਨਾਨਕ ਦਾ, ਕਿਉਂਕਿ ਗੁਰੂ ਸਾਹਿਬ ਨੇ ਕਿਹਾ ਹੋਇਆ ਕਿ ਬਾਈ ਜੋ ਵੀ ਤੁਸੀਂ ਕਮਾ ਕੇ ਲੈ ਕੇ ਆਉਂਦੇ ਹੋ ਨਾ, ਜੇ 10 ਰੁਪਏ ਲੈ ਕੇ ਆਉਂਦੇ ਹੋ ਤੇ 1 ਰੁਪਈਆ ਗਰੀਬ ਦਾ ਮੂੰਹ ਗੁਰੂ ਦੀ ਗੋਲਕ, ਜੇ 100 ਲੈ ਕੇ ਆਉਂਦੇ ਹੋ 10, ਜੇ 1000 ਲੈ ਕੇ ਆਉਂਦੇ ਹੋ 100। ਤਾਂ ਇਹ ਦਸਵੰਧ ਗੁਰੂ ਦੇ ਚੰਗੇ ਕੰਮਾਂ ਵਾਸਤੇ ਦੇਣਾ ਹੈ। ਸੋ ਬੇਟੇ ਸਮੇਂ ਦੀ ਲੋੜ ਮੈਂ ਦੇਖਦੇ ਹੋਏ ਮੈਂ ਕਿਹਾ ਬਈ ਪੜ੍ਹਾਈ ਦੀ ਲੋੜ ਹੈ। ਪੰਜਾਬ ਵਿੱਚ ਵੀਰ ਜੀ ਨੇ ਵੀ ਕਿਹਾ ਮੈਨੂੰ, ਨਹੀਂ ਤੇ ਲੋਕੀ ਸਾਰੇ ਗੁਰਦੁਆਰੇ ਬਣਾਈ ਜਾ ਰਹੇ ਆ, ਸੋਨਾ ਪੱਥਰ ਲਾਈ ਜਾ ਰਹੇ ਆ, ਲੰਗਰ ਲਾਈ ਜਾਂਦੇ ਆ। ਨਹੀਂ ਬਾਈ ਨਹੀਂ, ਉਹ ਸਾਰੇ ਕੰਮ ਕਰਨੇ ਆਪਾਂ, ਪਰ ਸਮੇਂ ਦੀ ਲੋੜ ਸੀਗੀ। ਮੈਂ ਦੇਖਦਾ ਸੀ ਪੰਜਾਬ ਜਾ ਕੇ, ਕਿਉਂਕਿ 52 ਸਾਲ ਹੋ ਗਏ ਮੈਂ ਇੱਥੇ ਇੰਗਲੈਂਡ, ਬਈ ਪੰਜਾਬ ਅਨਪੜ੍ਹ ਬੈਠਾ ਹੈ। ਮੈਂ ਜਦੋਂ ਸਕੂਲ ਛੱਡਿਆ ਸੀ 40-50 ਸਾਲ ਪਹਿਲੇ, ਤੇ ਬੇਟੇ ਕਲਕੱਤਾ, ਮਦਰਾਸ, ਬੰਗਲੌਰ, ਪੰਜਾਬ ਸਾਰਾ ਹੀ ਅਨਪੜ੍ਹ ਸੀਗਾ। ਪਰ ਮੈਂ ਦੇਖਿਆ ਕਲਕੱਤਾ, ਮਦਰਾਸ, ਬੰਗਲੌਰ ਦਾ ਮਜ਼ਦੂਰ ਵੀ ਅੰਗਰੇਜ਼ੀ ਬੋਲਦੇ ਆ, ਤੇ ਪੰਜਾਬ ਦੇ ਸਾਡੇ ਬੱਚੇ ਵੀਰ ਭੈਣਾਂ ਸਾਰੇ ਹੀ ਅਨਪੜ੍ਹ ਰਹਿ ਗਏ। ਅੱਜ ਜਿਹੜਾ ਸਾਡਾ ਕਿਸਾਨਾਂ ਦਾ ਮੋਰਚਾ ਚੱਲ ਰਿਹਾ ਨਾ, ਇਹਦਾ ਕਾਰਨ ਸਿਰਫ ਅਨਪੜ੍ਹਤਾ ਹੈ। ਜੇ ਅੱਜ ਪੜ੍ਹੇ ਲਿਖੇ ਹੁੰਦੇ, ਗੁਰਸਿੱਖ ਡਾਕਟਰ, ਗੁਰਸਿੱਖ ਇੰਜੀਨੀਅਰ, ਗੁਰਸਿੱਖ ਅਫਸਰ ਹੁੰਦੇ, ਤੇ ਬੇਟੇ ਫਿਰ ਤੁਹਾਨੂੰ ਕੋਈ ਬੇਵਕੂਫ ਨਾ ਬਣਾ ਸਕਦਾ। ਇਹ ਸਾਨੂੰ ਬੇਵਕੂਫ ਬਣਾ ਕੇ ਨਾ, ਤੇ ਅੱਜ ਸਾਨੂੰ ਉੱਥੇ ਦਿੱਲੀ ਦੇ ਕਿਨਾਰੇ ਤੇ ਬਿਠਾ ਦਿੱਤਾ ਗਿਆ ਇਹ ਬੇਟੇ, ਕਿਉਂਕਿ ਅੱਜ ਅਨਪੜ੍ਹਤਾ ਦਾ ਨਜਾਇਜ਼ ਫਾਇਦਾ ਉਠਾਇਆ ਜਾ ਰਿਹਾ ਹੈ। ਸੋ ਕੋਈ ਗੱਲ ਨਹੀਂ ਬੇਟੇ, ਤੁਸੀਂ ਵੱਡੇ ਹੋਵੋਗੇ ਨਾ, ਤੁਸੀਂ ਘੱਟੋ ਘੱਟ ਇਹੋ ਜਿਹਾ ਚੱਕਰਾਂ 'ਚ ਨਹੀਂ ਪਾਓਗੇ, ਇਹੋ ਜਿਹੇ ਤੁਹਾਡੇ ਨਾਲ ਕੋਈ ਚਲਾਕੀਆਂ ਨਹੀਂ ਕਰ ਸਕੇਗਾ, ਕਿਉਂਕਿ ਤੁਸੀਂ ਪੜ੍ਹੇ ਲਿਖੇ ਹੋਵੋਗੇ, ਤੁਸੀਂ ਸਮਝਦਾਰ ਹੋਵੋਗੇ। ਇਹ ਪੁੱਠੇ ਸਿੱਧੇ ਕਾਨੂੰਨ ਬਣਾਉਂਦੇ ਹੋਣਗੇ, ਤੁਸੀਂ ਨਾਲ ਹੀ ਪ੍ਰੋਟੈਸਟ ਕਰ ਸਕੋਗੇ, ਔਰ ਤੁਹਾਡੇ ਕੋਲ ਹੱਕ ਹੋਏਗਾ, ਕਿਉਂਕਿ ਤੁਸੀਂ ਪੜ੍ਹੇ ਲਿਖੇ ਗੁਰਸਿੱਖ ਜੱਜ, ਗੁਰਸਿੱਖ ਵਕੀਲ ਹੋਵੋਗੇ। ਸੋ ਇਹ ਬੱਚਿਓ ਮੈਂ ਤੁਹਾਨੂੰ ਬਣਾਉਣਾ ਚਾਹੁੰਦਾ ਵਾਂ। ਇਹ ਸਮੇਂ ਦੀ ਲੋੜ ਹੈ, ਤੇ ਮੈਂ ਮਾਤਾ ਪਿਤਾ ਵੀ ਸਾਰਿਆਂ ਨੂੰ ਇਹੀ ਕਹਿਣਾ ਹੁੰਦਾ ਕਿ ਬਈ ਆਓ ਰਲ ਕੇ, ਹੁਣ ਗੁਰਦੁਆਰੇ ਬਹੁਤ ਬਣਾ ਲਏ, ਲੰਗਰ ਬਹੁਤ ਲਾ ਲਏ, ਮੇਰੇ ਵਰਗੇ ਰਜਿਆਂ ਨੂੰ ਲੰਗਰ ਛਕਾਈ ਜਾ ਰਹੇ ਹੋ, ਸਾਰਾ ਕੁਝ ਕਰਨਾ ਹੈ, ਕੋਈ ਮਰਿਆਦਾ ਨਹੀਂ ਤੋੜਨੀ। 2.5, 3 ਲੱਖ, 4, 5 ਲੱਖ ਦੇ ਰੁਮਾਲੇ ਚੜਾਈ ਜਾ ਰਹੇ ਆ। ਬਈ ਹੀਰਿਆਂ ਦੇ ਰੁਮਾਲੇ ਵੀ ਥੋੜੇ ਆ ਮੇਰੇ ਗੁਰੂ ਸਾਹਿਬ ਵਾਸਤੇ, ਮੈਂ ਕੋਈ ਮਰਿਆਦਾ ਨਹੀਂ ਤੋੜਨੀ, ਪਰ ਸਮੇਂ ਦੀ ਲੋੜ ਹੈ। ਜੇ ਗੁਰਦੁਆਰੇ 'ਚ ਰੁਮਾਲੇ ਦੀ ਲੋੜ ਹੈ ਤੇ ਹੀਰਿਆਂ ਦਾ ਰੁਮਾਲਾ ਵੀ ਚੜਾਈਏ, ਪਰ ਜੇ ਨਹੀਂ ਲੋੜ ਹੈ ਤੇ ਫਿਰ ਇੱਕ ਬੱਚੇ ਦੀ ਬਾਂਹ ਫੜ ਕੇ ਬੱਚਿਆਂ ਨੂੰ ਪੜ੍ਹਾਈਆਂ ਕਰਾਈਏ। ਔਰ ਇਹੀ ਮੈਂ ਚਾਹੁੰਦਾ ਵਾਂ ਬੱਚਿਆਂ ਨੂੰ ਪੜ੍ਹਾ ਕੇ, ਕਿਉਂਕਿ ਅੱਜ 5000 ਬੱਚਿਆਂ ਦੀਆਂ ਪੜ੍ਹਾਈਆਂ ਦੀਆਂ ਫੀਸਾਂ ਦਿੱਤੀਆਂ ਜਾ ਰਹੀਆਂ। ਸਾਡੇ ਐਜੂਕੇਟ ਪੰਜਾਬ ਪ੍ਰੋਜੈਕਟ, ਸਾਡੀ ਟੀਮ ਪੂਰੀ ਕੰਮ ਕਰਦੀ ਹੈ, ਔਰ ਬੱਚਿਓ ਤੁਸੀਂ ਉਹਨਾਂ ਦਾ ਇੱਕ ਹਿੱਸਾ ਹੈਗੇ ਹੋ। ਤੇ ਜਿਸ ਤਰ੍ਹਾਂ ਤੁਹਾਨੂੰ ਮੈਂ ਆਪਣੀਆਂ ਗੱਲਾਂ ਦੱਸਦਾ ਵਾਂ, ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ। ਹੁਣ ਕੁਝ ਬਾਣੀ ਦੀਆਂ ਪੰਕਤੀਆਂ ਮੈਂ ਕੱਢਾਂਗਾ ਤੇ ਮੈਂ ਉਹਦੇ ਨਾਲ ਆਪਣਾ ਉਦਾਹਰਣ ਵੀ ਦੇ ਦਿਆਂਗਾ। ਤੁਸੀਂ ਦੇਖੋ, ਕਈ ਬੱਚਿਆਂ ਨੇ ਸੁਣਿਆ ਹੋਇਆ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਇਹ ਬਿਲਕੁਲ ਮੇਰੀ ਜ਼ਿੰਦਗੀ 'ਚ ਬਿਲਕੁਲ ਹੋਇਆ। ਦੁੱਖ ਰੋਗ, ਤੇਰੇ ਦੁੱਖ ਦੂਰ ਕਰ ਦਿਆਂਗਾ, ਤੇਰੀਆਂ ਬਿਮਾਰੀਆਂ ਦੂਰ ਕਰ ਦਿਆਂਗਾ, ਤੇਰੀਆਂ ਮੁਸ਼ਕਲਾਂ ਦੂਰ ਕਰ ਦਿਆਂਗਾ। ਕਿਹਦੀਆਂ? ਜਿਹੜਾ ਪਰਮਾਤਮਾ ਦਾ ਕਹਿਣਾ ਮੰਨੇਗਾ। ਸੋ ਬੇਟੇ 2006 ਚ ਭਾਈ ਜਸਬੀਰ ਸਿੰਘ ਖਾਲਸਾ ਖੰਨੇ ਵਾਲੇ ਮੇਰੇ ਘਰ ਆਏ ਸੀ, ਮੈਨੂੰ ਯਾਦ ਹੈ, ਕਿਉਂਕਿ ਰਾਗੀ ਪ੍ਰਚਾਰਕ ਅਸੀਂ ਇੱਥੇ ਬੁਲਾਉਂਦੇ ਹੁੰਦੇ ਸੀਗੇ। ਅੱਜ ਉਹ ਵੀਰ ਜੀ ਨਹੀਂ ਹੈਗੇ, ਤੇ ਉਹ ਵੀਰ ਜੀ ਨੇ ਮੇਰੀ ਪਤਨੀ ਨੂੰ ਕਿਹਾ ਸੀਗਾ ਕਿ ਗੁਟਕਾ ਕੜਾਹ ਪ੍ਰਸ਼ਾਦ ਦੀ ਤਿਆਰ ਕਰਕੇ ਲਿਆਓ ਬੇਟਾ, ਤੇ ਅੱਜ ਇੱਕ ਸਹਿਜ ਪਾਠ ਆਰੰਭ ਕਰਨਾ ਹੈ। ਤੇ ਮੇਰੀ ਪਤਨੀ ਕਹਿੰਦੀ ਹੈ, ਵੀਰ ਜੀ ਸਾਡੇ ਘਰ 3 ਸਹਿਜ ਪਾਠ ਤੇ ਅੱਗੇ ਹੀ ਚੱਲਦੇ ਆ। ਇੱਕ ਮੇਰੀ ਬੇਟੀ ਦੇ ਜਨਮ ਦਿਨ ਤੇ ਅਸੀਂ ਸਹਿਜ ਪਾਠ ਦਾ ਭੋਗ ਪਾਉਂਦੇ ਸੀ, ਇੱਕ ਮੇਰੇ ਬੇਟੇ ਦੇ ਜਨਮ ਦੇ ਭੋਗ ਪਾਉਂਦੇ ਸੀ, ਇੱਕ ਅਸੀਂ ਮੀਆਂ ਬੀਬੀ ਦੋਨਾਂ ਦੀ ਯੂਨੀਵਰਸਿਟੀ ਦੇ ਭੋਗ ਪਾਉਂਦੇ ਸੀਗੇ। ਨਹੀਂ ਬੇਟਾ, ਇਹ ਵੀ ਇੱਕ ਹੋਰ ਚੌਥਾ ਵੀ ਸ਼ੁਰੂ ਕਰਨਾ ਹੈ। ਸੋ ਬੇਟੇ ਇਹ ਸਹਿਜ ਪਾਠ ਕਰਨਾ ਬਹੁਤ ਜ਼ਰੂਰੀ ਹੈ। ਭਾਵੇਂ ਇੱਕ ਅੰਗ ਰੋਜ਼ ਦਾ ਪੜ੍ਹੋ, ਪਰ ਵਿਚਾਰ ਕੇ ਪੜ੍ਹੋ। ਇਹ ਸਾਡੇ ਮਾਤਾ ਪਿਤਾ ਨੇ ਸਾਨੂੰ ਛੋਟੀ ਹੁੰਦੀ ਉਮਰ ਤੋਂ ਗੁਰਤੀਆਂ ਦਿੱਤੀਆਂ ਸੀਗੀਆਂ। ਸੋ ਬੇਟੇ ਮੇਰੀ ਪਤਨੀ ਨੇ ਕੜਾਹ ਪ੍ਰਸ਼ਾਦ ਦੀ ਤਿਆਰ ਕੀਤੀ, ਸਹਿਜ ਪਾਠ ਆਰੰਭ ਹੋ ਗਿਆ। ਤੇ ਵੀਰ ਜੀ ਕਹਿੰਦੇ ਆ ਕਿ ਬਾਈ ਇਹ ਪਾਠ ਨਾ, ਮੈਨੂੰ ਕਹਿੰਦੇ ਤੂੰ ਕੰਮ ਤੋਂ ਰੋਜ਼ ਘਰ ਆ ਕੇ ਨਾ ਅੱਧਾ ਘੰਟਾ 40 ਮਿੰਟ ਬੈਠ ਕੇ ਸੁਣਿਆ ਕਰ। ਤੇ ਮੇਰੀ ਪਤਨੀ ਨੂੰ ਕਹਿੰਦੇ ਤੂੰ ਪਾਠ ਕਰਨਾ, ਇਹ ਸੁਣਿਆ ਕਰੇਗਾ। ਬੇਟੇ ਮੈਂ ਇਹ ਸੱਚ ਬੋਲਦਾ, ਜੇ 2006 ਦੀ ਗੱਲ ਹੈ, ਤੇ ਮੈਂ ਰੋਜ਼ ਪਾਠ ਘਰ ਜਾ ਕੇ ਸੁਣਿਆ ਕਰਨਾ। ਮਹਾਰਾਜ ਦਾ ਪ੍ਰਕਾਸ਼ ਹੈ ਘਰ ਦੇ ਵਿਚਕਾਰ, ਤੇ ਉਹ ਫਿਰ ਮੈਂ ਰੋਜ਼ ਪਾਠ ਸੁਣਨਾ ਬੜੇ ਧਿਆਨ ਨਾਲ। ਤੇ ਕੋਈ 400 ਅੰਗ ਮੈਂ ਪਹੁੰਚਿਆ ਸੀਗਾ। ਹਾਂਜੀ, 6 ਮਹੀਨੇ ਹੋ ਗਏ ਸੀ ਪਾਠ ਸੁਣਨ, ਰੋਜ਼ ਜਾਂਦਾ ਸੀ ਮੈਂ 40 ਮਿੰਟ ਸੁਣਨਾ। ਤੇ ਬੇਟੇ ਮੇਰੇ ਪੇਟ 'ਚ ਤਕਲੀਫ ਹੋਈ, ਔਰ ਤੁਹਾਨੂੰ ਮੈਂ ਅੱਗੇ ਕਹਾਣੀ ਸੁਣਾ ਚੁੱਕਾ ਕਿ ਮੈਂ ਬੜਾ ਫਿਜ਼ੀਕਲੀ ਫਿੱਟ ਬੰਦਾ ਵਾਂ। ਮੈਨੂੰ ਕੋਈ 30-70 ਸਾਲ ਦੀ ਉਮਰ ਤੱਕ ਮੈਨੂੰ ਕੋਈ ਰੋਗ ਨਹੀਂ ਸੀਗਾ। 2 ਸਾਲ ਪਹਿਲੇ ਮੈਨੂੰ ਥੋੜੀ ਤਕਲੀਫ ਆਈ ਸੀ, ਮੈਂ ਹੁਣ 74 ਸਾਲ ਦਾ ਵਾਂ। ਸੋ ਬੇਟਾ ਜੀ ਮੈਂ ਕਦੀ ਬਿਮਾਰ ਨਹੀਂ ਹੋਇਆ, ਕਦੀ ਬਿਮਾਰੀ ਮੈਨੂੰ ਪਤਾ ਹੀ ਨਹੀਂ ਸੀਗੀ। ਤੇ ਜਦੋਂ ਮੈਂ ਉੱਥੇ 400 ਅੰਗ ਤੇ ਪਹੁੰਚਿਆ ਸੀ, 6 ਮਹੀਨੇ ਪਾਠ ਸੁਣਦਿਆਂ ਹੋਏ ਸੀ, ਤੇ ਮੇਰੇ ਪੇਟ 'ਚ ਤਕਲੀਫ ਹੋਈ। ਮੇਰੀ ਬੇਟੀ 28-29 ਸਾਲ ਦੀ ਸੀ ਉਦੋਂ, ਤੇ ਮੈਂ ਉਹਨੂੰ ਕਿਹਾ ਬੇਟੇ ਮੈਨੂੰ ਅੱਜ ਤੱਕ ਕਦੀ ਕੋਈ ਤਕਲੀਫ ਨਹੀਂ ਹੋਈ, ਚੱਲ ਚਲੀਏ ਚੈੱਕਅਪ ਕਰਾ ਲਈਏ, ਕਿਧਰੇ ਦਾ ਨਾ ਕੋਈ ਬਹੁਤ ਸੀਰੀਅਸ ਰੋਗ ਨਾ ਹੋਵੇ। ਮੇਰੀ ਉਮਰ ਦੇ 60-62 ਸਾਲ ਦੇ ਬੰਦੇ ਕਈ ਚਲੇ ਗਏ,
ਤੇ ਅਸੀਂ ਚੈੱਕ ਕਰਾਉਣ ਗਏ। ਮੈਨੂੰ ਯਾਦ ਹੈ ਵੱਡਾ ਅੰਗਰੇਜ਼ ਡਾਕਟਰ, ਤੇ ਮੇਰਾ ਐਕਸਰੇ ਹੋਇਆ ਤੇ ਬੇਟੀ ਮੇਰੀ ਅੰਗਰੇਜ਼ੀ ਚੰਗੀ ਬੋਲੀ, ਇੱਥੋਂ ਦੀ ਜੰਪਲ ਹੈ, ਤੇ ਗੱਲਾਂ ਕਰ ਰਹੀ ਡਾਕਟਰ ਨਾਲ, ਤੇ ਮੈਂ ਦੇਖਿਆ ਜ਼ੋਰ ਜ਼ੋਰ ਦੀ ਰੋਂਦੀ ਪਈ ਸੀ। ਉਹ ਮੈਂ ਦੂਰੋਂ ਹੀ ਸਮਝ ਗਿਆ ਉਹ ਇਹ ਰੋਂਦੀ ਕਿਉਂ ਪਈ ਹੈ, ਕਿਉਂਕਿ ਡਾਕਟਰ ਨੇ ਕਹਿਤਾ ਹੋਣਾ ਸ਼ਾਇਦ ਇਹ ਪਾਪਾ ਨੇ ਛੇਤੀ ਮਰ ਜਾਣਾ, ਕੋਈ ਨਾ ਕੋਈ ਇਹੋ ਜਿਹੀ ਗੱਲ ਹੋਣੀ ਤਾਂ ਹੀ ਰੋਣ ਲੱਗੀ, ਨਹੀਂ ਤਾਂ ਬੜੀ ਸਟਰੋਂਗ ਹੈ ਮੇਰੀ ਬੇਟੀ, ਅਖੰਡ ਪਾਠ ਵੀ ਕਰਦੀ ਹੈ, ਕੀਰਤਨ ਵੀ ਕਰਦੀ ਹੈ, ਮਹਾਰਾਜ ਦੀ ਕਿਰਪਾ ਜਿਵੇਂ ਤੁਸੀਂ ਬੱਚੇ ਕਰਦੇ ਹੋ। ਇਹ ਸਾਰੇ ਗੁਣ ਆਪਾਂ ਭਰਨੇ ਆ। ਸੋ ਉਹ ਬੱਚਿਓ ਮੈਂ ਉਹਨੂੰ ਦੂਰੋਂ ਆਵਾਜ਼ ਪਤਾ ਮਾਰ ਕੇ ਕੀ ਕਿਹਾ, ਮੈਂ ਕਿਹਾ ਉਹ ਮੇਰੀ ਬੇਟੀਏ ਤੂੰ ਰੋਂਦੀ ਕਿਉਂ ਪਈ ਹੈ, ਉਹ ਤੈਨੂੰ ਤਾਂ ਮੈਂ ਅਸਲੀ ਪਿਤਾ ਦੇ ਲੜ ਲਾ ਚਲਿਆ, ਅਸਲੀ ਪਿਤਾ। ਤੁਸੀਂ ਰੋਜ਼ ਕਹਿ ਦਿੰਦੇ ਹੋ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਨਹੀਂ ਬੇਟੇ ਕਹਿਣਾ ਨਹੀਂ ਜੇ, ਅਸਲੀ ਮਾਤਾ ਪਿਤਾ ਇਹੀ ਜੇ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਸਾਡਾ ਅਸਲੀ ਮਾਤਾ ਪਿਤਾ। ਇਹ ਬੱਚਿਓ ਅੱਜ ਨੋਟ ਕਰੀ ਜੋ ਸਾਰੀਆਂ ਗੱਲਾਂ, ਇਹ ਜਿਹੜੇ ਮਾਤਾ ਪਿਤਾ ਸਾਡੇ ਆਏ ਆ ਨਾ, ਇਸ ਗੁਰੂ ਸਾਹਿਬ ਨੇ ਭੇਜੇ ਜੇ, ਇਹਨਾਂ ਨੇ ਸਾਨੂੰ ਸਿੱਖਿਆ ਦੇਣੀ ਹੈ, ਉਹਨਾਂ ਨੇ ਆਪ ਵੀ ਬਾਣੀ ਪੜ੍ਹਨੀ ਹੈ ਤੇ ਤੁਹਾਨੂੰ ਵੀ ਸਿਖਾਣੀ ਸੀ, ਪਰ ਭੁੱਲ ਗਏ ਵਿਚਾਰੇ। ਤੇ ਮਾਤਾ ਪਿਤਾ ਨੇ ਤਾਂ ਚਲੇ ਜਾਣਾ ਇੱਕ ਦਿਨ, ਤੇ ਇਹ ਗੁਰੂ ਗ੍ਰੰਥ ਸਾਹਿਬ ਨੇ ਸਦਾ ਰਹਿਣਾ ਹੈ। ਅਸਲੀ ਮਾਤਾ ਪਿਤਾ ਇਹੀ ਜੇ ਬੱਚਿਓ। ਤੇ ਮੈਂ ਬੱਚੀ ਨੂੰ ਕਿਹਾ ਬੇਟੇ ਤੂੰ ਤਾਂ ਬੇਟੇ ਤੈਨੂੰ ਮੈਂ ਅਸਲੀ ਮਾਤਾ ਪਿਤਾ ਲੜ ਲਾ ਚੱਲਿਆ, ਤੂੰ ਕਿਉਂ ਘਬਰਾਨੀ ਹੈ, ਰੋਂਦੀ ਕਿਉਂ ਪਈ ਹੈ, ਕੋਈ ਗੱਲ ਨਹੀਂ। ਤੇ ਬੇਟੇ ਡਾਕਟਰ ਨੇ ਕਿਹਾ ਸੀ ਉਹਨੂੰ, ਪਤਾ ਕੀ ਕਿਹਾ ਸੀ, ਅੰਗਰੇਜ਼ੀ ਚ ਮੈਂ ਦੱਸ ਕੇ ਤੇ ਫਿਰ ਪੰਜਾਬੀ ਚ ਵੀ ਦੱਸ ਦੇਣਾ ਵਾ, ਯੂਅਰ ਡੈਡ ਹੈਜ਼ 30 days to live, ਤੇਰੇ ਡੈਡੀ ਨੇ 30 ਦਿਨ ਬਾਅਦ ਮਰ ਜਾਣਾ ਹੈ। ਇੰਨੀ ਸੀਰੀਅਸ ਕੈਂਸਰ ਦੱਸੀ ਸੀ ਬੇਟੇ ਮੈਨੂੰ। ਪਰ ਬੇਟੇ ਜੀ ਅੱਜ ਤਾਂ 2006 ਤੋਂ 14-15 ਸਾਲ ਹੋ ਗਏ, ਮੈਂ ਤਾਂ ਮਰਿਆ ਕੋਈ ਨਹੀਂ। 40 ਦਿਨ ਬਾਅਦ ਅੰਗਰੇਜ਼ ਡਾਕਟਰ ਵੀ ਘਰ ਆ ਗਿਆ, ਮੈਂ ਸੱਚ ਬੋਲਦਾ ਜੇ, ਆ ਕੇ ਪੁੱਛਦਾ ਕਿਹੜੀ ਦਵਾਈ ਖਾਂਦਾ ਰਿਹਾ। ਤੇ ਬੇਟੇ ਮੈਨੂੰ ਅੰਗਰੇਜ਼ੀ ਬੋਲਣੀ ਆਉਂਦੀ ਹੈ, ਉਹਨੂੰ ਮੈਂ ਟ੍ਰਾਂਸਲੇਸ਼ਨ ਕਰਕੇ ਦੱਸੀ ਸੀ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਇੰਨੀ ਸ਼ਕਤੀ ਹੈ ਬਾਣੀ ਚ ਬੇਟੇ, ਇੰਨੀ ਪਾਵਰ ਹੈ ਬਾਣੀ ਚ। ਅੱਜ ਬੱਚਿਆਂ ਨੂੰ ਵਿਸ਼ਵਾਸ ਨਹੀਂ ਹੈ। ਬੱਚਿਓ ਪਲੀਜ਼ ਅੱਜ ਆਪਣਾ ਸਟਰੋਂਗ, ਹੋਰ ਵਿਸ਼ਵਾਸ ਸਟਰੋਂਗ ਕਰ ਲਓ। ਜਿੰਨੀ ਜ਼ਿਆਦਾ ਬਾਣੀ ਪੜ੍ਹੋਗੇ ਓਨੇ ਜ਼ਿਆਦਾ ਤੁਹਾਡੇ ਸੁੱਖ ਮਿਲਣਗੇ ਜੇ, ਓਨੀਆਂ ਜ਼ਿਆਦੀਆਂ ਪ੍ਰੋਬਲਮਾਂ ਸੋਲਵ ਹੋਣਗੀਆਂ ਜੇ। ਅੱਜ ਜਿੰਨੀਆਂ ਵੀ ਪ੍ਰੋਬਲਮਾਂ ਸਾਡੇ ਘਰਾਂ ਚ ਆਈਆਂ ਪਈਆਂ ਨਾ, ਉਹਦਾ ਕਾਰਨ ਅਸੀਂ ਪਤਾ ਕੀ ਕਹਿ ਦਿੰਦੇ ਆ, ਉਹ ਮੇਰੇ ਚਾਚਾ ਜੀ ਕਰਕੇ, ਮੇਰੇ ਮੰਮੀ ਕਰਕੇ, ਮੇਰੇ ਪਾਪਾ ਕਰਕੇ, ਦਾਦਾ ਜੀ ਕਰਕੇ। ਨਹੀਂ 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 ਨਹੀਂ, ਇਹ ਪ੍ਰੋਬਲਮਾਂ ਦੇਣ ਵਾਲਾ ਵੀ ਪਰਮਾਤਮਾ ਜੇ ਤੇ ਸੁੱਖ ਦੇਣ ਵਾਲੇ ਪਰਮਾਤਮਾ ਜੇ, ਕਿਉਂਕਿ ਅਸੀਂ ਪਰਮਾਤਮਾ ਦਾ ਕਹਿਣਾ ਨਹੀਂ ਮੰਨਦੇ। ਜਦੋਂ ਅਸੀਂ ਪਰਮਾਤਮਾ ਦਾ ਕਹਿਣਾ ਮੰਨਣ ਲੱਗ ਪਾਂਗੇ, ਦੇਖੋ ਤੁਸੀਂ ਹੁਣ ਆਪਣੇ ਮਾਤਾ ਪਿਤਾ ਜਦੋਂ ਕਹਿਣਾ ਮੰਨਦੇ ਹੋ, ਤੁਹਾਨੂੰ ਕਿੰਨਾ ਪਿਆਰ ਕਰਦੇ ਆ ਮਾਤਾ ਪਿਤਾ, ਬੜਾ ਪਿਆਰ ਕਰਦੇ ਆ, ਬਲਕਿ ਆਂਢ ਗੁਆਂਢ ਵਾਲੇ ਪਿਆਰ ਕਰਨ ਲੱਗ ਪੈਂਦੇ ਆ, ਉਹ ਬੜਾ ਅੱਛਾ ਬੱਚਾ ਹੈ, ਹਾਏ ਕਦੀ ਮੇਰਾ ਬੱਚਾ ਏਦਾਂ ਦਾ ਹੋਵੇ। ਇਹ ਇੰਨਾ ਪਿਆਰ ਮਿਲਦਾ ਹੈ। ਤੇ ਇਦਾਂ ਹੀ ਬੇਟੇ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਇਦਾਂ ਹੀ ਪਿਆਰ ਕਰਦੇ ਆ। ਪਰ ਜੇ ਕਹਿਣਾ ਨਹੀਂ ਮੰਨਣਗੇ ਤੇ ਸਾਡੇ ਮੰਮੀ ਪਾਪਾ ਵੀ ਥੱਪੜ ਲਾ ਦਿੰਦੇ ਸਾਨੂੰ, ਹੈ ਨਾ, ਕਈ ਵਾਰੀ ਕੁੱਟ ਪੈਂਦੀ ਹੈ ਸਾਨੂੰ। ਸੋ ਇਸ ਕਰਕੇ ਇਸ ਤਰ੍ਹਾਂ ਮੈਂ ਬੱਚਿਆਂ ਨੂੰ ਸਮਝਾਉਣਾ ਚਾਹੁੰਦਾ, ਮੇਰੇ ਨਾਲ ਜ਼ਿੰਦਗੀ 'ਚ ਹੋਇਆ ਬੇਟੇ, ਹਾਲਾਂਕਿ ਗਲਤੀਆਂ ਮੈਂ ਵੀ ਕੀਤੀਆਂ ਨੇ, ਐਸੀ ਕੋਈ ਗੱਲ ਨਹੀਂ, ਪਰ ਇੱਕ ਵਾਰੀ ਗਲਤੀ ਹੋ ਜਾਏ ਦੁਬਾਰਾ ਗਲਤੀ ਨਾ ਕਰੀਏ ਨਾ, ਉਹਦੀ ਮਾਫੀ ਹੈਗੀ ਹੈ ਬੱਚਿਓ। ਸੋ ਇਸ ਤਰ੍ਹਾਂ ਜ਼ਿੰਦਗੀ 'ਚ ਬੇਟੇ ਮੈਂ ਸਭ ਕੁਝ ਪ੍ਰਾਪਤ ਕੀਤਾ, ਅੱਜ ਬੜੀ ਬਖਸ਼ਿਸ਼ ਹੈ। ਇਹੋ ਜਿਹੇ ਬੜੇ ਕੇਸ ਹੈ ਅੱਖਰ ਤੇ, ਕਿਉਂਕਿ ਜਿਵੇਂ ਮੇਰੇ ਬੱਚੇ ਜਿਹੜੇ 1,70,000 ਬੱਚੇ ਆ, ਅੱਜ ਮੈਨੂੰ ਦੱਸਦੇ ਆ ਨਾ ਕਿ ਪਾਪਾ ਨੇ ਸ਼ਰਾਬ ਛੱਡਤੀ, ਵੀਰੇ ਨੇ ਕੇਸ ਰੱਖ ਲਏ, ਮੰਮੀ ਦੀ ਕੈਂਸਰ ਦੀ ਬਿਮਾਰੀ ਠੀਕ ਹੋ ਗਈ, ਇਹ ਸਾਰੀਆਂ ਗੱਲਾਂ ਬੱਚੇ ਮੈਨੂੰ ਆਪ ਦੱਸਦੇ ਆ। ਸੋ ਬੱਚਿਓ ਜੇ ਆਪਾਂ ਹੁਣ ਗੱਲਾਂ ਕਰੀਏ, ਹੁਣ ਮੈਂ ਤੁਹਾਡੇ ਕੋਲ ਜਦੋਂ ਇਹ ਸੇਵਾ ਕਰਨ ਆਉਂਦਾ ਸੀਗਾ ਤੇ ਮੈਂ ਬਾਣੀ ਦੀ ਪੰਕਤੀਆਂ ਲੈ ਲੈ ਕੇ ਹੁਣ ਦੱਸਾਂਗਾ ਤੁਹਾਨੂੰ, ਤੁਸੀਂ ਪੜ੍ਹ ਜਾਂਦੇ ਹੋ ਨਾ, ਮੈਂ ਵੀ ਪੜ੍ਹਦਾ ਸੀ ਸ਼ੁਰੂ ਤੋਂ, ਮੈਨੂੰ ਯਾਦ ਉੱਤੋਂ ਲੰਘ ਜਾਂਦੀ ਸੀ। ਨਹੀਂ, ਅੱਖਰ ਅੱਖਰ ਸੱਚ ਹੈ। ਮੈਂ 2 ਹਫ਼ਤੇ ਲਈ ਇੰਡੀਆ ਆਉਂਦਾ ਸੀ, ਮੈਨੂੰ ਯਾਦ ਹੈ 2006 ਤੋਂ ਬਾਅਦ ਨਾ, ਮੈਂ ਪਰਮਾਤਮਾ ਸ਼ੁਕਰਾਨਾ ਕਰਨਾ ਜਦੋਂ ਆਉਣਾ ਹੈ ਨਾ, ਬਾਬਾ ਜੀ ਕੀ ਕਰਾਂਗਾ 2 ਲੱਖ ਰੁਪਏ ਦਾ ਕਮਾ ਕੇ, ਤੇ ਮੈਂ 2 ਹਫ਼ਤੇ ਬਾਅਦ ਬਚ ਜਾਂਦਾ ਸੀ, ਕਿਉਂਕਿ ਮੇਰਾ ਕਾਰੋਬਾਰ ਵੱਡਾ ਸਾਰਾ ਸੀਗਾ, 2-3 ਲੱਖ ਰੁਪਇਆ ਰੋਜ਼ ਤਨਖਾਹ ਦਿੰਦਾ ਸੀ ਉਦੋਂ ਮੈਂ। ਤੇ ਮੈਂ ਕਿਹਾ ਡਰ ਲੱਗਦਾ ਸੀ ਪਿੱਛੋਂ ਕਾਰੋਬਾਰ ਮੁੱਕ ਨਾ ਜਾਵੇ, ਪਰ ਮੈਂ ਵੀ ਸਿੱਖਦਾ ਪਿਆ, ਕਿਉਂਕਿ ਸਿੱਖ ਤਾਂ ਸਾਰੀ ਉਮਰ ਸਿੱਖਦਾ ਹੈ ਨਾ। ਹਾਲਾਂਕਿ ਮੈਂ ਵੀ ਵਿਸ਼ਵਾਸ ਬਣਾਉਂਦਾ ਪਿਆ ਸੀਗਾ, ਤੇ ਬਾਣੀ ਪੜ੍ਹੀ ਨਾ, ਪੜ੍ਹਦੇ ਪੜ੍ਹਦੇ ਜਦੋਂ ਧਿਆਨ ਨਾਲ ਵਿਚਾਰ ਕੇ ਪੜ੍ਹੀ, ਉਹ ਤੁਕ ਸਾਹਮਣੇ ਆ ਗਈ, ਖਾਵੋ ਖਰਚੋ ਰਲ ਮਿਲ ਭਾਈ, ਟੋਟ ਨਾ ਆਵੋ ਵੱਧੋ ਜਾਈ। ਖਾਵੋ ਖਰਚੋ ਰਲ ਮਿਲ ਭਾਈ, ਦੇਖੋ ਨਾ, ਟੋਟ ਨਾ ਆਵੋ ਵੱਧੋ ਜਾਈ। ਹੁਣ ਮੇਰਾ ਕਾਰੋਬਾਰ ਬਚਿਓ 3 ਸਾਲ, ਮੈਂ 2 ਹਫ਼ਤੇ ਇੰਡੀਆ ਜਾਂਦਾ ਸੀ, 2 ਹਫ਼ਤੇ ਬਾਅਦ ਇੰਗਲੈਂਡ ਆ ਜਾਂਦਾ ਸੀ, 2 ਦਿਨ 50-50 ਹਜ਼ਾਰ ਰੁਪਏ ਟਿਕਟ ਲੱਗਦੀ ਸੀਗੀ। ਤੇ ਮੈਂ ਬੱਚੇ ਉਹ ਜਦੋਂ ਦੇਖਿਆ ਤਾਂ ਮੇਰਾ ਕਾਰੋਬਾਰ 1.5 ਗੁਣਾ ਹੋ ਗਿਆ 3 ਸਾਲਾਂ 'ਚ, 1.5 ਗੁਣਾ। ਬਾਣੀ ਇੰਨੀ ਸੱਚ ਜੇ ਬੱਚਿਓ, ਗੁਰੂ ਸਾਹਿਬ ਕਹਿ ਰਿਹਾ ਜੇ ਤੂੰ ਰਲ ਮਿਲ ਕੇ ਖਾਏ ਖਰਚੇਗਾ ਨਾ, ਬੱਚਿਆਂ ਨੂੰ ਵੀ ਦੇਏਗਾ ਤੇ ਆਪ ਵੀ ਖਾਏਗਾ, ਤੇ ਫਿਰ ਦਸਵੰਧ ਹੋ ਗਿਆ ਨਾ, ਦਸਵੰਧ। ਤੇ ਬੇਟੇ ਮੈਂ ਕਰਦਾ ਸੀਗਾ, ਗੁਰੂ ਸਾਹਿਬ ਦਾ ਕਹਿਣਾ ਮੰਨਦਾ ਸੀਗਾ, ਤੇ ਕਾਰੋਬਾਰ 1.5 ਗੁਣਾ। ਮੈਂ ਫਿਰ ਸਾਲ 6-6 ਮਹੀਨੇ ਵਾਪਸ ਨਹੀਂ ਜਾਂਦਾ ਸੀਗਾ, ਔਰ ਬੱਚੇ ਮੇਰਾ ਕਾਰੋਬਾਰ ਸੰਭਾਲਦੇ ਜੇ। ਸੋ ਇਹ ਵਿਸ਼ਵਾਸ ਤੁਹਾਨੂੰ ਦਵਾ ਰਿਹਾ, ਬਾਣੀ ਦੀ ਇੱਕ ਇੱਕ ਤੁਕ ਬਿਲਕੁਲ ਬੱਚਿਓ ਬਿਲਕੁਲ ਸੱਚ ਜੇ। ਇਸੇ ਤਰ੍ਹਾਂ ਹੀ ਕਿਹੜੀਆਂ ਗੱਲਾਂ ਕਹਿੰਦੇ ਆ, ਬੜੇ ਵਾਰੀ ਪੜ੍ਹਦੇ ਆ, ਇਹ ਬੱਚੇ ਸ਼ਬਦ ਸੁਣਦੇ ਆ ਨਾ ਰੋਜ਼, ਮੇਰਾ ਮੁਝ ਮੇਂ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ। ਲਓ ਹੁਣ ਦੇਖੋ ਕਹੀ ਜਾ ਰਹੇ ਆ, ਝੂਮੀ ਜਾ ਰਹੇ ਆ, ਮੇਰਾ ਮੁਝ ਮੇਂ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ। ਅਸੀਂ ਕਹੀ ਜਾ ਰਹੇ ਬਾਬਾ ਜੀ ਮੇਰਾ ਤੇ ਹੈ ਹੀ ਕੁਛ ਨਹੀਂ,
क्योंकि बंदा खाली आंदा खाली जांदा है, ते जो कुछ हैगा तुहाडा हैगा, जे मैं तुहानू दे देवां ते मेरा की जाना है? नहीं, खाली कहने असीं करदे कोई नहीं। जो देण दा वक्त आंदा है ते कहंदे मैं मेहनत करके कमाया, मैं बनाया मकान, मेरे बच्चे। नहीं बेटे, ये सच है। तुसीं ना बिल्कुल विश्वास करो, मेरे नाल होया जे। मैं तुहानू एक होर अपना उदाहरण दस के ते नाल सबक असीं 40 मिनट में मिले आ, मैं समाप्ति करांगा। मैनू पूरी उम्मीद है बच्चों को विश्वास बनता पिया होएगा। बच्चों, क्योंकि ना अज तुसीं परमात्मा का कहना मनना, इन्नी गल मेरी पक्की पल्ले बन लो, है ना। अमृत छकी जा रहे हैं बच्चे, मैं देखा 4-4 5-5 साल के बच्चे अमृत छका देने आ, पर असीं 5 बाणियां नहीं पढ़ पाते। तो असीं इस करके तैयारी जरूर करिए, बाणियां पढ़िए, अपना अमृत जरूर छकना है। ये नहीं कि अमृत छकना, जे अमृत छक के बाणियां नहीं पढ़ांगे ना, बहुत सारे बच्चे मैनूं मिलते हैं या उन्होंने माता पिता अमृत छकिया जी, नहीं बेटे। इसे करके अज कारण परमात्मा का कहना मनना है। 5 प्यारे तुहानूं कहंदे आ कि 5 बाणियां सवेरे पढ़नियां, 2 बाणियां शाम नूं पढ़नियां। ये असीं हर एक मर्यादा पूरी रखनी है। जो 5 प्यारे कहंदे आ, साडे गुरु जी कहंदे कि 5 प्यारे गुरु ही हुंदे आ। सो बच्चिओ, इस तरह ना गलतियां करना। तो मैं याद है जो नवां इंग्लैंड आया सी, ते मैनूं ये याद है कि यह शब्द लग्या होया सी। मैं कीर्तन सुनन गया सी गुरुद्वारे, अजे मेरी नौकरी भी लगी सी। मेरा मुझ में कुछ नहीं, जो कुछ है सो तेरा, तुझको तेरा तुझको सौंप दे, क्या लागे मेरा। ते बेटे, मेरे भूआ जी का बेटा 5 साल पहले इंग्लैंड आया होया सीगा। उन्हें ना 500 रुपए का नोट जेबे चों कढ के ना, इत्थों दी करंसी कढ के ते भाई साहब दे अगे रखता। बेटे, मेरे को तो उदों नवां आया ही सी, गोली टाफी खाण जोगे पैसे भी नहीं होंदे सी, ते मैंने नौकरी वगैरह लभनी सी। सो बच्चिओ, फिर की होया, ओ मैं बाबा जी नूं क्या मार मूंह च अपने मन च क्या, वाहिगुरू कदी 500 रुपया तुहाडे अगे रखण जोगा होवांगा? 500 रुपया असीं की दे सकने बेटे बाबा जी नूं? असीं तां बाबा जी दे मंगते हां, असीं मंगदे ही मंगदे हां, असीं की पर नहीं। ਉਹ ਤਾਂ ਬੇਟੇ ਇੱਕ ਤੁਹਾਡੀ ਨਾ ਸ਼ਰਧਾ ਦਾ ਭੁੱਖਾ ਹੁੰਦਾ, ਪਰਮਾਤਮਾ ਸ਼ਰਧਾ ਦਾ ਭੁੱਖਾ, ਬਈ ਇਹਦੇ ਅੰਦਰ ਚਾਹ ਹੈਗਾ ਕਿ ਵਾਕਈ ਕੋਈ ਦੇਣਾ ਚਾਹੁੰਦਾ ਮੈਨੂੰ। ਤੇ ਬੇਟੇ, ਮੈਂ ਫਿਰ ਆਪਣੇ ਜੇਬ ਚੋਂ ਤਿਲ ਫੁੱਲ ਕੱਢ ਕੇ ਨਾ, ਕਹਿੰਦੇ ਤਿਲ ਫੁੱਲ ਭਾਵੇਂ ਛੋਟੀ ਜਿਹੀ ਕੋਡੀ, ਭਾਵੇਂ 1 ਪੈਸਾ 2 ਪੈਸੇ ਕੱਢ ਕੇ ਮੈਂ ਬਾਬਾ ਜੀ ਉੱਥੇ ਰੱਖ ਦਿੱਤੇ। ਤੇ ਬੇਟਾ ਜੀ, ਪੂਰੇ 20 ਸਾਲ ਬਾਅਦ 1988 ਚ ਬਾਬਾ ਜੀ ਨੇ ਫਿਰ ਮੇਰਾ ਇਮਤਿਹਾਨ ਲਿਆ। ਬੜਾ ਝੂਮਦਾ ਸੀ, ਕਹਿੰਦਾ ਸੀ ਮੇਰਾ ਮੁਝ में कुछ नहीं, जो कि जैसो तेरा। ਤੇ ਤਾਂ ਤੱਕ ਬੱਚਿਓ, ਮੇਰੇ ਕੋਲ ਆਪਣੀ ਦੁਨੀਆ ਦੀ ਸਭ ਤੋਂ ਮਹਿੰਗੀ ਕਾਰ, ਮਹਿਲ ਵਰਗਾ ਮੇਰਾ ਘਰ, 4 ਸੀਟਾਂ ਦਾ ਆਪਣਾ ਹਵਾਈ ਜਹਾਜ਼, ਰਾਜਾ ਮਹਾਰਾਜਾ ਵਾਲਾ ਮੇਰਾ ਜੀਵਨ, ਵੱਡਾ ਕਾਰੋਬਾਰ, ਸਭ ਕੁਝ ਮੇਰੇ ਕੋਲ ਹੈਗਾ ਸੀ। ਤੇ 5 ਸਿੰਘ ਫਿਰ ਮੇਰੇ ਕੋਲ ਆ ਗਏ। ਮੈਨੂੰ ਯਾਦ ਹੈ 150 ਮੀਲ ਦੂਰ ਇੱਥੋਂ ਇੱਕ ਗੁਰਦੁਆਰਾ ਹੈਗਾ, ਗੁਰਦੁਆਰਾ ਸਾਹਿਬ, ਤੁਹਾਡੀ ਦੀਦੀ ਨੇ ਵੇਖਿਆ ਹੋਇਆ, ਜਸਪ੍ਰੀਤ ਦੀਦੀ ਨੇ। ਤੇ ਉਹ ਸਿੰਘ ਆਏ ਨਾ, ਆ ਕਹਿੰਦੇ ਆ, ਹੁਣ ਦੇਖੋ ਬਾਬਾ ਜੀ ਇਮਤਿਹਾਨ ਲੈਂਦੇ ਆ, ਇਹ ਬੜਾ ਪਾਠ ਕਰਦਾ, ਬੜਾ ਗੁਰਦੁਆਰੇ ਜਾਂਦਾ, ਇਹ ਵੇਖਾਂ ਮੇਰਾ ਕਹਿਣਾ ਵੀ ਮੰਨਦਾ ਕਿ ਨਹੀਂ ਮੰਨਦਾ। ਤੇ ਉਹ ਬੱਚੇ ਉੱਥੇ ਕੀ ਹੋਇਆ, 5 ਸਿੰਘ ਆ ਕਹਿੰਦੇ ਆ, ਵੀਰ ਜੀ ਸਾਡੇ ਕੋਲ ਜ਼ਮੀਨ ਹੈਗੀ ਹੈ, ਸਾਡੇ ਕੋਲ ਇੰਨੇ ਪੈਸੇ ਆ, ਪਰ ਸਾਨੂੰ ਸਮਝ ਨਹੀਂ ਆ ਰਹੀ ਇਹ ਗੁਰਦੁਆਰਾ ਸਾਹਿਬ ਕਿਵੇਂ ਬਣੇਗਾ, ਕਿਉਂਕਿ ਸਾਡਾ ਤਾਂ ਬਹੁਤਾ ਖਰਚਾ ਇੱਥੇ ਨਾ ਕੰਸਲਟੈਂਟ ਫੀਸ ਲੱਗ ਗਈ ਹੈ। ਬਈ ਗੁਰਦੁਆਰਾ ਬਣਾਉਣ ਵਾਸਤੇ, ਜਿਹੜੀ ਸਾਨੂੰ ਬਿਲਡਿੰਗ ਬਣਾਉਣ ਵਾਸਤੇ ਜਿਹੜੇ ਆਰਕੀਟੈਕਟ ਹੁੰਦੇ ਆ, ਉਹ ਬਿਲਡਰ ਉਹ ਸਲਾਹਾਂ ਕਰਦੇ, ਅੱਧੇ ਪੈਸੇ ਲੱਗ ਗਏ ਆ। ਸਾਨੂੰ ਨਹੀਂ ਪਤਾ, ਤੁਸੀਂ ਬੜੀਆਂ ਬਿਲਡਿੰਗਾਂ ਬਣਾਈਆਂ ਨੇ ਆਪਣੀਆਂ, ਘਰੋਂ-ਬਾਰ ਕਿੱਡਾ ਵੱਡਾ ਮਹਿਲ ਹੋ ਗਿਆ, ਘਰ ਵੀ ਬਣਾਇਆ, ਤੇ ਸਾਡੀ ਮਦਦ ਕਰੋ। ਮੈਂ ਗੱਲ ਹੀ ਕੋਈ ਨਹੀਂ, ਸਵੇਰੇ ਬਿਲਡਰ ਵੀ ਭੇਜ ਦਿਆਂਗਾ ਤੇ ਮੇਰਾ ਆਰਕੀਟੈਕਟ ਵੀ ਆ ਜਾਏਗਾ। ਨਹੀਂ ਨਹੀਂ ਵੀਰੋ, ਇੱਕ 50 ਲੱਖ ਰੁਪਇਆ ਵੀਰ ਚਾਹੀਦਾ। 50 ਲੱਖ ਰੁਪਇਆ ਬੇਟੇ 1988 ਮੇਰੇ ਕੋਲ ਮੰਗਿਆ ਉਹਨਾਂ ਨੇ। ਹੁਣ ਦੇਖੋ ਮੇਰੇ ਅੰਦਰ ਵੀ ਹੋਲ ਪੈ ਗਏ, ਹੋਲ ਪੈ ਗਏ, ਸਮਝਦੇ, ਮੈਂ ਅੰਦਰੋਂ ਘਬਰਾ ਪਿਆ। 50 ਲੱਖ ਰੁਪਇਆ ਕੋਈ ਕਿਸੇ ਦਿੰਦਾ? ਪਤਾ ਅੰਦਰੋਂ ਆਵਾਜ਼ ਆਈ, ਉਹ ਤੂੰ ਹਵਾਈ ਜਹਾਜ਼ ਆਪਣਾ ਰੱਖ ਕੇ ਬੈਠਾ ਹੈ, 5-5 ਕਰੋੜ ਦੀਆਂ ਕਾਰਾਂ ਚਲਾਉਣਾ ਹੈ, ਐਡਾ ਵੱਡਾ ਤੇਰਾ ਕਾਰੋਬਾਰ ਹੈ, 40 ਅੰਗਰੇਜ਼ ਤੇਰੇ ਕੰਮ ਕਰਦੇ ਆ, ਤੇ ਇਹ ਖਲੋਤੇ ਨਹੀਂ ਸਿੰਘ 5 ਤੇਰੇ ਸਾਹਮਣੇ, ਦੇ ਇਹਨਾਂ ਨੂੰ ਤੂੰ 50 ਲੱਖ ਜੋਗਾ ਹੈਗਾ। ਸੋ ਬੇਟੇ 2 ਮਿੰਟ ਕਸ਼ਮਕਸ਼ ਚੱਲੀ ਆਪਸ ਨਾ ਅੰਦਰ ਮਨ ਚ, ਹੈ ਕਿ ਹਾਏ ਕੋਈ 1 ਲੱਖ ਦੇ ਦੇਗਾ, 2 ਲੱਖ ਦੇ ਦੇਗਾ, 50 ਲੱਖ। ਤੇ ਉਹਨਾਂ ਵੀਰਾਂ ਨੇ ਕਿਹਾ ਸੀ ਜੇ ਸਾਡੇ ਕੋਲ ਹੋਏਗਾ ਤੇ ਵਾਪਸ ਦਿਆਂਗੇ, ਨਹੀਂ ਤਾਂ ਨਹੀਂ ਦੇ ਸਕਾਂਗੇ, ਤੁਸੀਂ ਜ਼ਰੂਰ ਸਾਨੂੰ ਦਿਓ। ਬੇਟੇ ਫਿਰ ਬਾਬਾ ਜੀ ਨੇ ਫਿਰ ਮੇਰੇ ਕੋਲੋਂ ਕਲਮ ਚਲਵਾਈ, ਮੈਂ ਚੈੱਕ ਬੁੱਕ ਮੰਗਾ ਕੇ ਆਪਣੀ ਸੈਕਟਰੀ ਕੋਲੋਂ, ਮੈਨੂੰ ਇਹ ਤਾਂ ਯਾਦ ਹੈ ਉਹ ਸੈਕਟਰੀ ਅੱਜ ਵੀ ਕੰਮ ਕਰਦੀ ਹੈ ਸਾਡੇ ਆਫਿਸ 'ਚ। ਬੇਟੇ ਮੈਂ ਚੈੱਕ 50 ਲੱਖ ਦਾ ਦੇ ਕੇ ਲਿਖ ਕੇ ਉਹਨਾਂ ਵੀਰਾਂ ਨੂੰ ਦੇ ਦਿੱਤਾ, ਔਰ ਉਹ ਵੀਰ ਚਲੇ ਗਏ। ਨੈਕਸਟ ਡੇ ਹੀ ਮੈਂ ਆਪਣਾ ਬਿਲਡਰ ਵੀ ਭੇਜਤਾ, ਆਰਕੀਟੈਕਟ ਵੀ ਭੇਜਤਾ। 10 ਮਹੀਨੇ ਬਾਅਦ ਗੁਰੂ ਘਰ ਬਣ ਗਿਆ ਉੱਥੇ, 150 ਮੀਲ ਦੂਰ, ਨਿਊ ਕਾਸਲ ਸ਼ਹਿਰ ਦਾ ਨਾਂ ਹੈ। ਇਹ ਬੱਚਿਓ ਉਹ ਗੁਰਦੁਆਰਾ ਬਣ ਗਿਆ। ਉਹਨਾਂ ਵੀਰਾਂ ਨੇ ਮੈਨੂੰ ਸੱਦਾ ਦਿੱਤਾ ਕਿ ਵੀਰ ਜੀ ਤੁਸੀਂ ਸਾਡੀ ਬੜੀ ਮਦਦ ਕੀਤੀ ਹੈ, ਤੁਸੀਂ ਜ਼ਰੂਰ ਇਹਦਾ ਨਾ ਕੀ ਆਣਾ, ਅਸੀਂ ਤੁਹਾਨੂੰ ਸਰੋਪਾ ਦੇਣਾ, ਅਖੰਡ ਪਾਠ ਸਾਹਿਬ ਦਾ ਭੋਗ ਪਾਉਣਾ ਹੈ। ਤੇ ਗੁਰਦੁਆਰਾ ਸਾਹਿਬ ਤਿਆਰ ਹੋ ਗਿਆ। ਮੈਂ ਕਿਹਾ ਨਹੀਂ ਵੀਰੋ, ਨਹੀਂ ਤੁਸੀਂ ਮੈਨੂੰ ਸਰੋਪਾ ਨਹੀਂ ਦੇਣਾ। ਅੱਜ ਸਰੋਪਿਆਂ ਦਾ ਬਹੁਤ ਰਿਵਾਜ ਚੱਲ ਪਿਆ। ਸਰੋਪਾ ਤੇ ਬੇਟੇ ਕੋ ਬੜੇ ਪੜ੍ਹੇ ਲਿਖੇ ਬੜੇ ਬ੍ਰਹਮ ਗਿਆਨੀ ਅਵਸਥਾ ਨੂੰ ਮਿਲਣਾ ਚਾਹੀਦਾ ਸੀਗਾ, ਪਰ ਚਲੋ ਮੈਂ ਉਧਰ ਨਾ ਜਾਵਾਂ। ਮੈਂ ਕਿਹਾ ਵੀਰੋ ਮੈਂ ਆਪਣਾ ਫਰਜ਼ ਨਿਭਾਇਆ ਹੈ, ਮੈਂ ਗੁਰੂ ਜੀ ਦਾ ਕਹਿਣਾ ਮੰਨਿਆ, ਮੇਰਾ ਮੁਝ में ਕੁਛ ਨਹੀਂ ਜੋ ਕਿ ਜੈਸੋ ਤੇਰਾ। ਤੇ ਮੈਂ ਆਪਣੀ ਤੁਹਾਨੂੰ ਦਸਵੰਧ ਚੋਂ ਮਦਦ ਕੀਤੀ ਹੈ। ਤੇ ਮੈਂ ਕਿਹਾ ਮੈਂ ਜ਼ਰੂਰ ਆਵਾਂਗਾ, ਤੁਸੀਂ ਮੈਨੂੰ ਪਿਆਰ ਕਰ ਦਿਓ। ਮੈਂ ਬੇਟੇ ਉਹਦੇ ਅਖੰਡ ਪਾਠ ਦੇ ਭੋਗ ਤੇ ਗਿਆ ਨਾ, ਤੇ 300-400 ਬੰਦਾ ਬੈਠਾ ਹੋਇਆ ਗੁਰਦੁਆਰੇ 'ਚ, ਔਰ ਆਲੀਸ਼ਾਨ ਗੁਰਦੁਆਰਾ ਨਵਾਂ ਬਣਿਆ ਹੋਇਆ।
ਤੇ ਵੀਰਾਂ ਨੇ ਉੱਥੇ ਅਨਾਉਂਸ ਕੀਤਾ ਕਿ ਸਾਧ ਸੰਗਤ ਜੀ ਇਸ ਵੀਰ ਨੇ ਸਾਨੂੰ 50 ਲੱਖ ਰੁਪਏ ਦਾ ਚੈੱਕ ਦਿੱਤਾ ਸੀਗਾ, ਕਿਉਂਕਿ ਸਾਡੇ ਕੋਲ ਪੈਸੇ ਨਹੀਂ ਸੀ, ਪਰ ਜਦੋਂ ਤੁਸੀਂ ਨੀਹਾਂ ਖੋਦਣੀਆਂ ਸ਼ੁਰੂ ਕੀਤੀਆਂ ਨਾ, ਗੁਰਦੁਆਰੇ ਦੀ ਫਾਊਂਡੇਸ਼ਨ ਸ਼ੁਰੂ ਹੋਈ, ਬਣਨਾ ਸ਼ੁਰੂ ਹੋਇਆ, ਤੇ ਸਾਧ ਸੰਗਤ ਜੀ ਤੁਸੀਂ ਇੰਨੀ ਮਾਇਆ ਦੇਣੀ ਸ਼ੁਰੂ ਕਰ ਦਿੱਤੀ, ਇੰਨੀ ਮਾਇਆ ਦੇਣੀ ਸ਼ੁਰੂ ਕਰਤੀ ਕਿ 1.5 ਗੁਣਾ ਗੁਰਦੁਆਰੇ ਦੀ ਰਕਮ ਲੱਗ ਚੁੱਕੀ ਹੈ। ਤੇ ਇਸ ਵੀਰ ਦਾ ਪੈਸੇ ਦੀ ਲੋੜ ਹੀ ਨਹੀਂ ਪਈ ਸਾਨੂੰ। ਤੇ ਬੱਚਿਓ ਉਹਨਾਂ ਨੇ ਮੈਨੂੰ ਇੱਕ ਸ਼ਾਲ ਸਰੋਪੇ ਦੇ ਰੂਪ ਵਿੱਚ ਦਿੱਤੀ ਸੀਗੀ, ਮੈਨੂੰ ਯਾਦ ਹੈ ਅਜੇ ਤੱਕ, ਤੇ ਮੇਰਾ 50 ਲੱਖ ਰੁਪਏ ਦਾ ਚੈੱਕ ਸ਼ਾਲ ਉੱਤੇ ਪਿਆ ਸੀ। ਤੇ ਵੀਰਾਂ ਨੇ ਧੰਨਵਾਦ ਕੀਤਾ ਕਿ ਸਾਨੂੰ ਚੈੱਕ ਦੀ ਲੋੜ ਹੀ ਨਹੀਂ ਪਈ, ਤੁਹਾਡੀ ਰਕਮ ਦੀ ਲੋੜ ਹੀ ਨਹੀਂ ਪਈ। ਇਹ ਬੱਚਿਓ ਬਾਬਾ ਜੀ ਇਮਤਿਹਾਨ ਵੀ ਲੈਂਦੇ ਜੇ, ਬੱਚਿਓ ਬਾਬਾ ਜੀ ਇਮਤਿਹਾਨ ਚੋਂ ਪਾਸ ਵੀ ਆਪੇ ਕਰਦੇ ਜੇ, ਅਸੀਂ ਬਾਬਾ ਜੀ ਦਾ ਕਹਿਣਾ ਮੰਨੀਏ। ਫਿਰ ਬੱਚੇ 5-6 ਲੱਖ ਰੁਪਇਆ ਸਿਰਫ ਆਰਕੀਟੈਕਟ ਦੀ ਫੀਸ ਆਪਣੇ ਕੋਲੋਂ ਦੇ ਦਿੱਤੀ, ਤੇ 50 ਲੱਖ ਰੁਪਇਆ ਮੇਰਾ ਨਹੀਂ ਬਾਬਾ ਜੀ ਨੇ ਵਰਤਿਆ। ਅੱਜ ਇਸੇ ਕਰਕੇ ਬੇਟੇ ਜਦੋਂ ਮੈਂ ਤੁਹਾਡੇ ਉੱਤੇ ਫੀਸਾਂ ਲਾਣਾ ਵਾ, ਮੈਨੂੰ ਯਾਦ ਹੈ ਹੁਣ ਵੀ ਹੋ ਰਿਹਾ ਮੇਰੇ ਨਾਲ, ਮੈਨੂੰ ਪੂਰੀ ਮੇਰਾ ਤੁਹਾਡਾ ਵਿਸ਼ਵਾਸ ਬਣੇਗਾ ਬੇਟਿਓ। ਤੁਸੀਂ ਵਿਸ਼ਵਾਸ ਕਰੋ, ਵਿਚਾਰ ਕੇ ਬਾਣੀ ਪੜੋ ਤੇ ਅਮਲ ਕਰੋ, ਅਮਲ ਕਰੋ। ਅੱਜ ਮੇਰਾ ਮੇਨ ਮਕਸਦ ਇਹੀ ਹੈ, ਕਿਉਂਕਿ ਮੈਂ ਬੱਚਿਆਂ ਤੇ ਫੀਸਾਂ ਦੇਣਾ ਵਾ, ਮੈਨੂੰ ਨਹੀਂ ਪਤਾ ਮੈਨੂੰ ਚਾਰੋਂ ਤਰਫੋਂ ਪੈਸੇ ਆਈ ਜਾਂਦੇ ਪਿਆ, ਬਲਕਿ ਮੇਰੇ ਕੋਲ ਆਪਣੇ ਕਿੰਨੇ ਪੈਸੇ ਜੇ ਪਏ ਆ, ਕਿਉਂਕਿ ਮੈਂ ਮਰ ਜਾਣਾ, ਇੱਥੇ ਹੀ ਰਹਿ ਜਾਣੇ ਆ। ਬੱਚੇ ਮੇਰੇ ਸੈੱਟ ਹੈ, ਵੋਟੀ ਮੇਰੀ ਪਤਨੀ ਮੇਰੀ ਸੈੱਟ ਹੈ, ਤੇ ਮੈਂ ਬਾਬਾ ਜੀ ਅੱਗੇ ਰੋਜ਼ ਅਰਦਾਸ ਕਰਦਾ, ਬਲਕਿ ਤੁਹਾਨੂੰ ਵੀ ਕਹਾਂਗਾ ਅਰਦਾਸ ਕਰੋ ਕਿ ਇਹ ਜਿੰਨੇ ਮੇਰੇ ਕੋਲ ਪੈਸੇ ਮੇਰੇ ਆਪਣੇ ਹੈ ਨਾ, ਇਹ ਸਾਰਾ ਕੁਝ ਗੁਰੂ ਨਾਨਕ ਟਰਸਟ ਮੈਂ ਪਾਇਆ ਹੋਇਆ, ਤੇ ਬਾਬਾ ਜੀ ਇਹ ਮੇਰੇ ਕੋਲ ਲਗਵਾ ਲੈਣਾ, ਨਹੀਂ ਤਾਂ ਕੱਲ ਨੂੰ ਫਿਰ ਮੇਰੇ ਬੱਚੇ ਪਿੱਛੋਂ ਕਿਤੇ ਲੜਾਈ ਨਾ ਕਰਨ ਪੈਸਿਆਂ ਪਿੱਛੇ। ਸੋ ਬੱਚਿਓ ਇਹ ਤੁਸੀਂ ਵਿਸ਼ਵਾਸ ਕਰੋ, ਅੱਜ ਮੈਂ ਤੁਹਾਡੀ ਇਹ ਮਦਦ ਕਰਨਾ ਚਾਹਨਾ, ਕੱਲ ਨੂੰ ਤੁਸੀਂ ਵੱਡੇ ਹੋ ਕੇ ਵੱਡੀਆਂ ਪੜ੍ਹਾਈਆਂ ਤੇ ਜਾ ਕੇ ਤੇ ਫਿਰ ਵੱਡੀ ਵੱਡੀ ਗੁਰਮਤ ਨਾਲ ਜੁੜੇ ਰਹਿਣਾ, ਕਦੀ ਨਾ ਟੁੱਟਣਾ, ਹੈ ਨਾ। ਥੋੜੇ ਪੈਸੇ ਜ਼ਿਆਦਾ ਆ ਜਾਂਦੇ ਆ ਨਾ, ਤੇ ਫਿਰ ਅਸੀਂ ਪਰਮਾਤਮਾ ਕੋਲ ਦੂਰ ਹੋਣੇ ਸ਼ੁਰੂ ਹੋ ਜਾਂਦੇ ਆ। ਯਾਦ ਰੱਖਣਾ, ਕਦੀ ਨਾ ਕਰਨਾ ਇਹੋ ਜਿਹੀ ਗਲਤੀਆਂ। ਤੇ ਅੱਜ ਬਾਬਾ ਜੀ ਤੁਹਾਨੂੰ ਵੀ ਫਿਰ ਕੀ ਕਰਨਗੇ ਕਿ ਤੁਸੀਂ ਵੀ ਹੋਰਾਂ ਦੀ ਮਦਦ ਕਰਨਾ। ਸੋ ਮੈਂ ਹੋਰ ਕੋਈ ਕਦੀ ਪੰਕਤੀ ਲੈ ਕੇ ਨਾ, ਜਿਸ ਤਰ੍ਹਾਂ ਮੇਰੇ ਮਨ ਚ ਆ ਜਾਂਦਾ, ਹੁਣ ਦੇਖੋ ਅਸੀਂ ਬੜੀਆਂ ਸੇਵਾਵਾਂ ਕਰਦੇ ਹਾਂ, ਹੈ ਨਾ ਬੱਚਿਓ, ਮੰਮੀ ਵੀ ਸੇਵਾ ਕਰਦੀ ਆ, ਜਾ ਗੁਰਦੁਆਰੇ ਝਾੜੂ ਵੀ ਮਾਰਦੀ ਆ, ਅਸੀਂ ਭਾਂਡੇ ਵੀ ਮਾਂਜਦੇ ਆ, ਪਰ ਸ਼ਬਦ ਦੀ ਸੇਵਾ ਕਰਨੀ ਮੀਨਸ ਸ਼ਬਦ ਦੀ ਵਿਚਾਰ ਕਰਨੀ ਵੀ ਇੱਕ ਸੇਵਾ ਹੈ। ਬੱਚਿਆਂ ਨੂੰ ਨਹੀਂ ਪਤਾ, ਗੁਰ ਕੀ ਸੇਵਾ ਸ਼ਬਦ ਵਿਚਾਰ। ਹੁਣ ਦੇਖੋ ਨਾ, ਸ਼ਬਦ ਵਿਚਾਰ ਕਰਨੀ ਵੀ ਇੱਕ ਸੇਵਾ ਹੈ। ਤਦ ਹੀ ਤੁਹਾਨੂੰ ਅਸੀਂ ਕਹਿੰਦੇ ਸਹਿਜ ਪਾਠ ਤੋਂ ਸ਼ੁਰੂ ਹੋ ਜਾਓ, ਬੱਚੇ ਉਹ ਸੇਵਾ ਕਰ ਸਕਦੇ ਆ। ਮੰਮੀ ਭਾਂਡੇ ਮਾਂਜੇ, ਮੰਮੀ ਸਫਾਈਆਂ ਕਰੇ, ਬੱਚੇ ਸ਼ਬਦ ਵਿਚਾਰ ਦੀ ਸੇਵਾ ਕਰਨ, ਹੈ ਨਾ। ਸੋ ਇਸ ਤਰ੍ਹਾਂ ਬੇਟੇ ਗੁਰ ਕੀ ਸੇਵਾ ਸ਼ਬਦ ਵਿਚਾਰ। ਤੇ ਦਰਸ਼ਨ ਦੀ ਗੱਲ ਹੋ ਰਹੀ ਸੀ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ। ਜਦ ਤੱਕ ਅਸੀਂ ਇੱਕ ਇੱਕ ਅੱਖਰ ਗੁਰੂ ਗ੍ਰੰਥ ਸਾਹਿਬ ਦਾ ਨਹੀਂ ਪੜਾਂਗੇ ਨਾ, ਆਪ ਗੁਰੂ ਗ੍ਰੰਥ ਸਾਹਿਬ ਪਾਠ ਪੂਰਾ ਆਪ ਨਹੀਂ ਪੜਾਂਗੇ, ਅਸੀਂ ਕੋਈ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਕੀਤੇ। ਮੱਥੇ ਟੇਕ ਤੇ 13 ਥਾਂ ਤੇ 12 ਜਗ੍ਹਾ ਤੇ, ਇਹ ਦਰਸ਼ਨ ਨਹੀਂ ਹੈਗੇ। ਇਹ ਤਾਂ ਰੁਮਾਲੇ ਦਰਸ਼ਨ ਹੋ ਗਏ ਜਾਂ ਪਾਲਕੀ ਸਾਹਿਬ ਦਰਸ਼ਨ ਹੋ ਗਏ, ਇਹ ਮੰਮੀ ਪਾਪਾ ਨੂੰ ਦੱਸਣੀਆਂ ਗੱਲਾਂ ਆਪਾਂ। ਸੋ ਆਪਾਂ ਬਹੁਤ ਵੱਡੇ ਵੱਡੇ ਲੰਗਰ ਲਾਈ ਜਾ ਰਹੇ ਹਾਂ, ਰੁਮਾਲੇ ਢਾਈ ਜਾ ਰਹੇ ਹਾਂ। ਬੇਟੇ ਮੈਂ ਪਹਿਲੇ ਵੀ ਕਿਹਾ ਸੀ ਕਿ ਜਿੰਨੇ ਮਰਜ਼ੀ ਹੀਰਿਆਂ ਦੇ ਰੁਮਾਲੇ ਵੀ ਥੋੜੇ ਆ, ਪਰ ਸਮੇਂ ਦੀ ਲੋੜ ਹੈ, ਆਪਣੇ ਬੱਚਿਆਂ ਨੂੰ ਪੜ੍ਹਾਈਆਂ ਕਰਾਈਏ, ਵਾਧੂ ਪੜ੍ਹਾਈਆਂ ਕਰਾਈਏ। ਸੋ ਬੇਟੇ ਇਸ ਤਰ੍ਹਾਂ ਹੀ ਸੁਖਮਨੀ ਸਾਹਿਬ ਦੇ ਵਿਚਕਾਰ ਕਿੰਨੀਆਂ ਵਧੀਆ ਵਧੀਆ ਤੁਕਾਂ ਹੈਗੀਆਂ, ਹੈ ਨਾ। ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਰਮ ਕਰਦੇ ਹਾਂ, ਕਰਮ, ਹੈ ਨਾ। ਹਰ ਇੱਕ ਕੰਮ ਕਰਨਾ ਸਾਡਾ ਇੱਕ ਕਰਮ ਹੈ। ਇਹ ਬੱਚੇ ਹੁਣ ਧਿਆਨ ਨਾਲ ਸੁਣਨਾ, ਇਹ ਬੜੇ ਕੰਮ ਦੀ ਗੱਲ ਜੇ। ਹਰ ਇੱਕ ਕਰਮ ਸਾਡਾ ਇੱਕ ਬੀਜ ਬਣ ਜਾਂਦਾ। ਜੇ ਅਸੀਂ ਗਲਤੀ ਕੀਤੀ, ਝੂਠ ਬੋਲਿਆ ਜਾਂ ਮਨ 'ਚ ਮਾੜਾ ਖਿਆਲ ਲਿਆਂਦਾ, ਹੈ ਨਾ, ਤੇ ਇਹ ਕਰਮ ਹੈ। ਇਹ ਕਰਮ ਕੀ ਹੁੰਦਾ ਬੇਟੇ, ਇਹ ਧਿਆਨ ਰੱਖਣਾ, ਇੱਕ ਬੀਜ ਜੇ, ਇਹ ਬੀਜ ਹੈ, ਬੀਜ ਅੰਦਰ ਪੈ ਗਿਆ। ਤੇ ਜੇ ਅਸੀਂ ਮਾੜਾ ਕਰਮ ਕੀਤਾ, ਹੁਣ ਬਾਬਾ ਜੀ ਸਾਨੂੰ ਕਹਿੰਦੇ ਆ, ਸਾਹਮਣੇ ਇੱਕ ਅਗਰ ਬੱਚੀ ਆ ਰਹੀ ਹੈ ਤੇ ਵੱਡੀ ਹੈ ਤੇ ਮਾਤਾ ਜੀ ਹੈ, ਸਾਡੀ ਮਾਤਾ ਜੀ ਜੇ ਬਰਾਬਰ ਦੀ ਹੈ ਤੇ ਭੈਣ ਹੈ, ਤੇ ਛੋਟੀ ਹੈ ਤੇ ਮੇਰੀ ਬੱਚੀ ਹੈ। ਠੀਕ ਹੈ ਬੇਟੇ। ਸੋ ਆਪਾਂ ਕਿਤੇ ਹੋਰ ਕੋਈ ਸੋਚ ਲਿਆ, ਏਦਾਂ ਹੀ ਬੱਚੀਆਂ ਵਾਸਤੇ ਵੀ ਹੁੰਦਾ। ਸੋ ਅਸੀਂ ਗਲਤ ਸੋਚ ਵੀ ਕਰਾਂਗੇ, ਉਹ ਸਾਡਾ ਕਰਮ ਕੀ ਬਣੇਗਾ, ਬੀਜ ਬਣ ਜਾਏਗਾ, ਉਹ ਦੁੱਖ ਦਾ ਕਾਰਨ ਬਣ ਸਕਦਾ ਬਾਅਦ ਚ। ਕਿਉਂਕਿ ਬਾਬਾ ਜੀ ਕਹਿੰਦੇ ਆ, ਸੁਖਮਨੀ ਸਾਹਿਬ ਦੇ ਮੇਰੇ ਬੱਚੇ ਪੜ੍ਹਦੇ ਆ, ਔਰ ਮੇਰੇ ਬੱਚੀਆਂ ਨੂੰ ਖਾਸ ਕਰਕੇ ਮੈਂ ਸੁਖਮਨੀ ਸਾਹਿਬ ਵਾਸਤੇ ਬਹੁਤ ਕਹਿੰਦਾ ਹੁੰਦਾ, ਕਿਉਂਕਿ ਮੇਰੀ ਗ੍ਰੈਂਡ ਡਾਟਰ ਹੈ, ਤੁਹਾਨੂੰ ਪਤਾ ਸੁਖਮਨੀ ਕੌਰ ਆਪਣੀ ਮਾਤਾ ਦੇ ਪੇਟ ਸੀਗੀ, ਮੇਰੀ ਬੇਟੀ ਵੀ ਇੱਥੋਂ ਹੀ ਜੰਮਪਲ ਹੈ, ਤੇ ਇੱਕ ਸੁਖਮਨੀ ਸਾਹਿਬ ਦਾ ਪਾਠ ਰੋਜ਼ ਸੁਣਦੀ ਸੀ, ਔਰ ਜਨਮ ਹੋਇਆ, ਉਹਦਾ ਨਾਂ ਸੁਖਮਨੀ ਕੌਰ। 11 ਸਾਲ ਦੀ ਨੂੰ ਸੁਖਮਨੀ ਸਾਹਿਬ ਦਾ ਪਾਠ ਮੂੰਹ ਜ਼ਬਾਨੀ ਯਾਦ। 39 ਅੰਗਰੇਜ਼ ਬੱਚੀਆਂ ਕਲਾਸ 'ਚ, ਇੱਕ ਸਿੱਖ ਬੱਚੀ ਹਰ ਸਬਜੈਕਟ A+ ਗ੍ਰੇਡ ਲੈ ਕੇ ਆਂਦੀ ਸੀਗੀ। ਔਰ ਫਿਰ ਦੇਖੋ ਬੇਟੇ, ਔਰ 11 ਸਾਲ ਦੀ ਬੱਚੀ ਨੂੰ ਸੁਖਮਨੀ ਸਾਹਿਬ ਪਾਠ ਯਾਦ ਹੋ ਜਾਣਾ। ਤੇ ਮੈਂ ਗੱਲ ਕਰ ਰਿਹਾ ਸੀ, ਅੱਜ ਬੱਚੀ ਸੁਖਮਨੀ ਕੌਰ ਮੈਰਿਟਸ ਪਾਸ ਹੋਈ ਕਿੰਗ ਕਾਲਜ ਲੰਡਨ ਤੋਂ, ਤੇ ਪਿੱਛੇ ਉਹਦਾ ਆਨੰਦ ਕਾਰਜ ਕੀਤਾ। ਇਹ ਗੁਰੂ ਸਾਹਿਬ ਦੀ ਕਿਰਪਾ, ਗੁਰਸਿੱਖ ਵੀਰ, ਗੁਰਸਿੱਖ ਬੱਚੇ ਨਾਲ। ਨਾ ਕਿ ਆਪਾਂ ਆਨੰਦ ਕਾਰਜ ਕਰਨੇ ਆ, ਬੱਚਾ ਨਾਈ ਦੀ ਦੁਕਾਨ ਤੋਂ ਤਿਆਰ ਹੋ ਕੇ ਆ ਰਿਹਾ, ਬੱਚੀ ਬਿਊਟੀ ਪਾਰਲਰ ਤੇ ਆ ਕੇ ਆ ਰਹੀ ਹੈ ਨਾ। ਮੇਰੀਆਂ ਬੱਚੀਆਂ, ਮੈਨੂੰ ਪਤਾ ਬੜੀ ਮੁਸ਼ਕਿਲ ਆ ਰਹੀ ਬੱਚੀਆਂ ਨੂੰ, ਸਾਰੀ ਉਮਰ ਤਾਂ ਕਰਨਗੀਆਂ ਬੱਚੀਆਂ 22, 23, 24 ਸਾਲ ਦੀ ਉਮਰ ਤੱਕ ਆਪਣੇ ਨਹੀਂ ਗਲਤੀ ਕਰਨਗੀਆਂ ਕਿ ਬਿਊਟੀ ਪਾਰਲਰ ਵਾਲੀਆਂ, ਤੇ ਉਹ ਫਿਰ ਭੂਆ ਜਾਂ ਦਾਦੀ ਆ ਨਾ ਹੀ ਫੜ ਕੇ ਲੈ ਜਾਏਗੀ, ਤੇ ਆਨੰਦ ਕਾਰਜ ਵੇਲੇ ਉਹਨੂੰ ਬਿਊਟੀ ਪਾਰਲਰ ਜਾ ਕੇ ਸਾਰਾ ਕੁਝ ਦਾ ਕੰਮ ਖਰਾਬ ਕਰ ਦੇਗੀ, ਸਾਰਾ ਫੇਸ ਸ਼ਕਲ। ਸੋ ਬੇਟੇ ਇਹ ਤੁਸੀਂ ਮਜ਼ਬੂਤ ਬਣੋ, ਸਟਰੋਂਗ ਬਣੋ, ਏਦਾਂ ਦੇ ਕੰਮ ਆਪਾਂ ਨਹੀਂ ਕਰਨੇ। ਗੁਰੂ ਦਾ ਕਹਿਣਾ ਹੈ
ਅਸੀਂ ਕੇਸਾਂ ਦੀ ਬੇਦਬੀ ਨਹੀਂ ਕਰਨੀ ਬੇਟੇ। ਸੋ ਬੇਟਾ ਜੀ ਇਸ ਤਰ੍ਹਾਂ ਹੀ ਅੱਜ 7.5 ਲੱਖ ਅੰਗਰੇਜ਼ ਤੇ ਅਮਰੀਕਨ ਦਾੜੀ ਕੇਸ ਵੀ ਰੱਖ ਕੇ ਬੈਠੇ ਜੀ। ਆਪਣੇ ਮੰਮੀ ਬਾਪ ਨੂੰ ਦੱਸੋ ਜਿਨ੍ਹਾਂ ਨੇ ਦਾੜੀ ਕੇਸ ਕੱਟੇ ਹੋਏ ਆ, ਉਹ ਦੱਸੋ ਅੱਜ ਤਾਂ ਅੰਗਰੇਜ਼ ਵੀ ਸਿੱਖ ਬਣੀ ਜਾ ਰਹੇ, ਬੱਚੇ ਵੀ ਸਿੱਖ ਬਣ ਗਏ। ਇਹ ਤਾਂ ਗੁਰੂ ਦਾ ਹੁਕਮ ਹੈ, ਸਾਰਿਆਂ ਵਾਸਤੇ ਹੈ, ਇਕੱਲੇ ਸਿੱਖਾਂ ਵਾਸਤੇ ਨਹੀਂ ਹੈ, ਹੈ ਨਾ ਜੀ ਬੇਟੇ। ਸੋ ਇਹ ਇਸ ਤਰ੍ਹਾਂ ਹੀ ਜੇ ਮੈਂ ਸੁਖਮਨੀ ਸਾਹਿਬ ਦੀ ਪੰਕਤੀ ਦੱਸਣ ਲੱਗਾ ਸੀ ਤੁਹਾਨੂੰ ਕਿ ਬਈ ਜਪ ਜਨ ਸਦਾ ਸਦਾ ਦਿਨ ਰਹਿਣੀ, ਹੈ ਨਾ, ਇਹ ਪੰਕਤੀ ਪੜ੍ਹਦੇ ਆ। ਮਹਾਰਾਜ ਕਹਿ ਰਹੇ ਆ ਗੁਰੂ ਅਰਜਨ ਸਾਹਿਬ ਕਿ ਬੰਦਿਆ ਦਿਨ ਰਾਤ ਜਪ, ਹੈ ਨਾ, ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲੇ ਕਰਨੀ, ਸਭ ਤੋਂ ਉੱਤਮ ਕਰਨੀ ਹੈ। ਕਿੰਨੇ ਕਰਮ ਕਰਦੇ ਆ ਨਾ, ਸਭ ਤੋਂ ਉੱਤਲਾ ਕਰਮ ਕਿਹੜਾ ਹੈ? ਨਾਨਕ ਦਾ ਬਾਣੀ ਦਾ ਪਾਠ ਕਰਨਾ ਬੇਟੇ। ਸੋ ਆਪਾਂ ਇਸ ਤਰ੍ਹਾਂ ਵਿਚਾਰ ਕੇ ਪੜਾਂਗੇ। ਸੋ ਬੇਟਾ ਜੀ ਇਹ ਤੁਹਾਨੂੰ ਬਾਣੀ ਦੀ ਤੁਕਾਂ ਇਸ ਤਰ੍ਹਾਂ ਸਮਝ ਆਉਣਗੀਆਂ। ਸੱਚ ਜਾਣਾ ਬੇਟੇ, ਬੜੀ ਕਿਰਪਾ ਜੇ। ਸੋ ਬੇਟੇ ਇਸ ਤਰ੍ਹਾਂ ਹੀ ਮੈਂ ਹੋਰ ਕਈ 2-3 ਪੰਕਤੀਆਂ ਕੱਢ ਕੇ ਰੱਖੀਆਂ ਹੋਈਆਂ ਕਿ ਬੱਚਿਆਂ ਨੂੰ ਮੈਂ ਦੱਸਾਂਗਾ। ਬੱਚੇ ਜ਼ਰੂਰ ਦੇਣਾ ਕਿ ਕਿਉਂਕਿ ਇਹ ਬੱਚਿਆਂ ਨੂੰ ਪਤਾ ਹੀ ਨਹੀਂ ਹੈ। ਮੇਰੀ ਉਮਰ ਮੈਨੂੰ ਨਹੀਂ ਸੀ ਪਤਾ ਕਿ ਅਸੀਂ ਗੁਰਬਾਣੀ ਨੂੰ ਪੜ੍ਹੀ ਜਾ ਰਹੇ ਹਾਂ, ਭਾਈ ਸਾਹਿਬ ਬੋਲੀ ਜਾ ਰਹੇ ਆ, ਅੰਦਰ ਕੁਛ ਨਹੀਂ ਜਾ ਰਿਹਾ। ਬੜੇ ਸਾਲ ਹੋ ਗਏ ਹੈ ਜੀ, ਤੇ ਗੁਰੂ ਨੂੰ ਮੰਨਦੇ ਆ ਤੇ ਗੁਰੂ ਦੀ ਗੱਲ ਨਹੀਂ ਮੰਨਦੇ। ਸੋ ਬੱਚਿਓ ਮੈਂ ਨਾ ਬਹੁਤਾ ਤੁਹਾਡਾ ਮੇਰਾ ਖਿਆਲ ਇੰਨੀਆਂ ਗੱਲਾਂ ਨਾਲ ਤੁਹਾਨੂੰ ਸਮਝ ਆ ਗਿਆ ਹੋਣਾ ਕਾਫੀ ਸਾਰਾ। ਤੇ ਬੱਚਿਓ ਮੈਂ ਤੁਹਾਨੂੰ ਦੱਸਣ ਜਾ ਰਿਹਾ ਸੀ ਮੈਂ ਇੰਗਲੈਂਡ ਕਿਵੇਂ ਪਹੁੰਚਿਆ, ਹੈ ਨਾ। ਇੰਗਲੈਂਡ ਕਿਵੇਂ ਪਹੁੰਚਿਆ ਮੈਨੂੰ ਯਾਦ ਹੈ, 12ਵੀਂ ਕਲਾਸ ਕਰ ਲਈ, ਮੰਮੀ ਕਹਿੰਦੀ ਹੋਰ ਨਹੀਂ ਪੜ੍ਹਾ ਸਕਦੀ ਬੇਟੇ, ਜਾ ਛੋਟੀ ਛੋਟੀ ਨੌਕਰੀ ਨਿਕਲੀ ਆ 700 ਰੁਪਏ ਮਹੀਨੇ ਦੀ। ਤਾਂ ਤੱਕ ਬੇਟੇ ਮੈਂ ਸਹਿਜ ਪਾਠ ਕਰ ਲੈਂਦਾ ਸੀਗਾ। ਮੈਨੂੰ ਮੇਰੇ ਕੋਲ 4-5 ਮਿੰਟ ਹੋ ਰਿਹਾ ਬੱਚਿਓ, ਮੈਂ ਸਮਾਪਤੀ ਕਰਾਂਗਾ ਇਹ ਦੱਸ ਕੇ ਤੁਹਾਨੂੰ, ਤਾਂ ਕਿ ਤੁਹਾਡਾ ਵਿਸ਼ਵਾਸ ਬਣੇ ਕਿ ਕਿਵੇਂ ਗੁਰੂ ਨੇ ਮੈਨੂੰ ਇੰਗਲੈਂਡ ਭੇਜਿਆ। ਮੇਰੇ ਕੋਲ ਪੈਸੇ ਤੇ ਹੁੰਦੇ ਹੀ ਕੋਈ ਨਹੀਂ ਸੀ, ਬਾਬਾ ਜੀ ਬਿੱਧ ਬਣਾਉਂਦੇ ਆ। ਸੋ ਬੇਟਾ ਜੀ ਉਹ ਮੇਰੀ ਮੰਮੀ ਕਹਿੰਦੀ ਜਾਂ ਨੌਕਰੀ ਨਿਕਲੀ ਆ 700 ਮਹੀਨੇ ਦੀ। 700 ਮਹੀਨਾ ਉਹਨਾਂ ਦਿਨਾਂ ਬੇਟੇ ਬੜੀ ਵੱਡੀ ਰਕਮ ਸੀਗੀ। ਤੇ ਜਾਂ ਤਾਂ ਨੌਕਰੀ ਮਿਲ ਜਾਏਗੀ, ਕਿਉਂਕਿ ਨੌਕਰੀ ਦੇਣ ਵਾਲਾ ਕਿਹਾ ਸੀ ਤੁਹਾਨੂੰ ਖਿਡਾਰੀ ਚਾਹੀਦਾ, ਸਪੋਰਟਸਮੈਨ। ਔਰ ਸ਼ਾਇਦ ਬੱਚਿਆਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਮੈਂ ਛੋਟੇ ਹੁੰਦਿਆਂ ਸਕੂਲ ਕਾਲਜ ਬੇਟੇ ਬੜਾ ਤਕੜਾ ਐਥਲੀਟ ਸੀਗਾ। 800 ਮੀਟਰ ਦੀ ਮੈਂ ਦੌੜ ਲਾਉਂਦਾ ਸੀ ਔਰ ਆਲ ਇੰਡੀਆ ਯੂਨੀਵਰਸਿਟੀ ਰੈਕਾਰਡ ਹੋਲਡਰ ਰਿਹਾ ਮੈਂ। ਹਿੰਦੁਸਤਾਨ ਦਾ ਰਿਕਾਰਡ ਬਣਾਇਆ ਸੀ ਮੈਂ 800 ਮੀਟਰ ਦਾ, ਜਿਹਨੂੰ 10 ਸਾਲ ਕੋਈ ਤੋੜ ਨਹੀਂ ਸਕਿਆ। ਸੋ ਉਹਨਾਂ ਨੇ ਖਿਡਾਰੀ ਮੰਗਿਆ ਸੀਗਾ ਤੇ ਮੈਂ ਬੇਟੇ ਇੰਟਰਵਿਊ ਦੇਣ ਗਿਆ ਸੀ। ਮੈਨੂੰ ਦਿੱਲੀ ਦਾ ਜੰਮਪਲ ਜੇ, ਮੈਨੂੰ ਪੰਜਾਬ ਦੀ ਧਰਤੀ ਨਾਲ ਪਿਆਰ ਹੈ, ਮੇਰੇ ਗੁਰੂਆਂ ਦੀ ਧਰਤੀ ਹੈ, ਬੱਚੇ ਬੜੇ ਪਿਆਰੇ ਮਿਲਦੇ ਪੰਜਾਬ ਵਿੱਚ। ਸੋ ਮੈਂ ਦਿੱਲੀ ਬੰਗਲਾ ਸਾਹਿਬ ਗੁਰਦੁਆਰੇ ਰੋਜ਼ ਉਦਾਂ ਹੀ ਜਾਂਦਾ ਸੀਗਾ। ਤੇ ਉਸ ਦਿਨ ਮੈਂ ਖਾਸ ਕਰਕੇ ਮੱਥਾ ਟੇਕ ਕੇ ਅਰਦਾਸ ਕਰਕੇ ਕਿਹਾ ਬਾਬਾ ਜੀ ਮੈਨੂੰ ਨੌਕਰੀ ਦੇ ਦੇਣਾ, ਘਰ 'ਚ ਪੈਸੇ ਆ ਜਾਣਗੇ, ਗਰੀਬੀ ਬਹੁਤ ਹੈ ਘਰ 'ਚ। ਤੇ ਮੈਂ ਇੰਟਰਵਿਊ ਦੇਣ ਚਲਾ ਗਿਆ ਨਾ, ਦੇਖੋ ਹੁਣ ਅੱਗੇ ਬਾਬਾ ਜੀ ਕੀ ਕਹਿੰਦੇ ਆ। ਮੈਂ ਜੋ ਨੌਕਰੀ ਲੈਣ ਵਾਸਤੇ ਨਾ ਇੰਟਰਵਿਊ ਦੇ ਰਿਹਾ ਸੀ ਤੇ ਉਸ ਵੀਰ ਨੇ ਪਤਾ ਕੀ ਕੀਤਾ, ਇਹ ਬੱਚਿਆਂ ਨੇ ਦੇਖਿਆ ਨਾ ਇਸ਼ਾਰਾ ਇੰਝ ਕਰਕੇ ਹੱਥ में ਕਰਦੇ ਆ ਇੰਝ ਕਰਕੇ ਨਾ ਮੇਰੇ ਕੋਲ ਪੈਸੇ ਮੰਗੇ, ਰਿਸ਼ਵਤ, ਹੈ ਨਾ। ਹੁਣ ਬਾਣੀ ਪੜ੍ਹੀ ਹੋਈ ਸੀ ਮੈਂ ਵਿਸ਼ਵਾਸ ਕਿ ਬਾਈ ਬਾਬਾ ਦਾ ਕਹਿਣਾ ਮੰਨਣਾ। ਬਾਬਾ ਵੇਖਦਾ ਪਿਆ ਖੱਬੇ ਸੱਜੇ ਮੇਰੇ ਨਾਲ ਹੈਗਾ, ਉਹਨੇ ਮੇਰੇ ਕੋਲ ਰਿਸ਼ਵਤ ਮੰਗ ਲਈ ਬੱਚਿਓ। ਤੇ ਸਿੱਖ ਤਾਂ ਰਿਸ਼ਵਤ ਦਿੰਦਾ ਹੀ ਨਹੀਂ। ਉਧਰੋਂ ਮੈਂ ਘਬਰਾਇਆ, ਨੌਕਰੀ ਵੀ ਚਾਹੀਦੀ ਹੈ, ਅਸੀਂ ਡੋਲ ਜਾਂਦੇ ਹਾਂ। ਨਹੀਂ ਡੋਲਣਾ ਨਹੀਂ ਹੈ, ਤੂੰ ਗੁਰੂ ਦਾ ਕਹਿਣਾ ਮੰਨ, ਗੁਰੂ ਤੇਰੇ ਕੰਮ ਕਰੇਗਾ। ਲੋ ਬੱਚਿਓ 700 ਦੀ ਨੌਕਰੀ ਮੈਂ ਲੈਣ ਗਿਆ ਸੀਗਾ ਤੇ ਉਹਨੇ ਰਿਸ਼ਵਤ ਮੰਗ ਲਈ। ਮੈਂ ਰਿਸ਼ਵਤ ਨਹੀਂ ਦਿੱਤੀ, ਮੈਂ ਕਿਹਾ ਮੈਂ ਤਾਂ ਨਹੀਂ ਦੇਵਾਂਗਾ ਭਾਵੇਂ ਕੁਛ ਹੋ ਜਾਏ, ਮੇਰਾ ਕੰਮ ਗੁਰੂ ਆਪੇ। ਇਹ ਵਿਸ਼ਵਾਸ ਤੁਹਾਡਾ ਬਣਾਉਣਾ ਅੱਜ। ਮੈਂ ਨਹੀਂ ਮਿਲੀ ਨੌਕਰੀ ਬੱਚਿਓ। ਮੇਰੇ ਨਾਲ ਇੱਕ ਹੋਰ ਵੀਰ ਬੈਠਾ ਸੀ, ਮੈਨੂੰ ਯਾਦ ਹੈ ਤੱਕ, ਉਹ ਖਿਡਾਰੀ ਵੀ ਨਹੀਂ ਸੀਗਾ ਔਰ ਉਹਨੇ ਰਿਸ਼ਵਤ ਦਿੱਤੀ, ਨੌਕਰੀ ਲੈ ਘਰ ਨੂੰ ਚਲੇ ਗਿਆ। ਮੈਂ ਆਪਣੇ ਘਰ ਨੂੰ ਤੁਰ ਗਿਆ। ਬੱਚਿਓ ਤੁਸੀਂ ਹੈਰਾਨ ਹੋਵੋਗੇ, ਮੈਂ ਵਿਸ਼ਵਾਸ ਕਰਨਾ ਬੇਟੇ, ਅਚਿੰਤ ਕੰਮ ਕਰੇ ਤਿੰਨ ਕੇ ਜਿਨ ਹਰ ਕਾ ਨਾਮ ਪਿਆਰਾ। ਇਹ ਪਰਮਾਤਮਾ ਅਚਿੰਤ ਕੰਮ ਕਰਨਾ, ਤੁਹਾਡੇ ਹੈਰਾਨ ਹੋ ਜਾਓਗੇ ਤੁਹਾਡੇ ਕੰਮ ਕਿਵੇਂ ਹੋ ਰਿਹਾ। ਤੁਸੀਂ ਕਹੋਗੇ ਕਿਵੇਂ ਹੋ ਗਿਆ, ਇਹ ਕਿਵੇਂ ਹੋ ਗਿਆ। ਅਗਲੇ ਦਿਨ ਸਵੇਰੇ ਮੈਂ ਦੇਖਿਆ ਮੇਰੇ ਘਰ 'ਚ ਇੱਕ ਚਿੱਠੀ ਆ ਗਈ। ਚਿੱਠੀ ਕਿੱਥੋਂ ਆਈ ਸੀ? ਇੰਗਲੈਂਡ ਤੋਂ। ਵਰਕ ਪਰਮਿਟ ਉਹਦੇ ਵਿੱਚ, ਵਰਕ ਪਰਮਿਟ, ਬਈ ਚਿੱਠੀ ਲੈ ਕੇ ਇੰਗਲੈਂਡ ਆ ਜਾ ਤੇ ਆ ਕੇ 7000 ਰੁਪਏ ਮਹੀਨੇ ਦੀ ਨੌਕਰੀ ਕਰ ਲੈ। ਲਓ ਬੱਚਿਓ ਰਿਸ਼ਵਤ ਦੇ ਕੇ 700 ਦੀ ਨੌਕਰੀ ਤੇ ਪਰਮਾਤਮਾ ਦਾ ਕਹਿਣਾ ਮੰਨ ਕੇ 7000 ਦੀ ਨੌਕਰੀ ਹੈ। ਪਰਮਾਤਮਾ ਦਾ ਕਹਿਣਾ ਮੰਨ ਕੇ 7000 ਦੀ। ਔਰ ਬੱਚਿਓ ਮੈਂ ਤੁਹਾਨੂੰ ਵਿਸ਼ਵਾਸ ਦਿਵਾਵਾਂ, ਜੇ ਤੁਸੀਂ ਕੱਢ ਕੇ ਪਤਾ ਕਰ ਲਓ, ਤੁਹਾਡੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਹੁੰਦੀ ਸੀ 1968 ਚ, ਉਹਦੀ ਤਨਖਾਹ 7000 ਰੁਪਏ ਮਹੀਨਾ ਹੁੰਦੀ ਸੀ। ਜੇ ਨੀਚੋਂ ਊਂਚ ਕਰੇ ਮੇਰਾ ਗੋਬਿੰਦ, ਇਹ ਬਾਣੀ ਦੀ ਸ਼ਕਤੀ ਜੇ ਬੱਚਿਓ। ਪ੍ਰਧਾਨ ਤੁਹਾਡੇ ਬਾਬਾ ਜੀ ਦੀ ਅੱਜ ਬੱਚਿਓ, ਕੀ ਤੁਸੀਂ ਨਹੀਂ ਕਰ ਸਕੋਗੇ? ਪਰਮਾਤਮਾ ਦਾ ਕਹਿਣਾ ਮੰਨਣਾ। ਉਹ ਚਿੱਠੀ ਲੈ ਕੇ ਮੈਂ ਇੰਗਲੈਂਡ ਆ ਗਿਆ ਸੀ। ਫਿਰ ਇੰਗਲੈਂਡ ਆ ਕੇ ਬਾਬਾ ਜੀ ਨੇ ਫਿਰ ਇਮਤਿਹਾਨ ਲਿਆ ਸੀ, ਤੁਹਾਨੂੰ ਮੈਂ ਦੱਸ ਚੁੱਕਾ ਆਲਰੇਡੀ। ਇਸ ਤਰ੍ਹਾਂ ਬੇਟੇ ਮੇਰੀ ਜੀਵਨ ਕਹਾਣੀ ਜੇ। ਸੋ ਬੇਟੇ ਵਿਸ਼ਵਾਸ ਕਰੋ ਤੁਸੀਂ ਥੋੜਾ ਜਿਹਾ, ਇਹ ਮੇਰੀ ਬੜੀ ਇੱਛਾ ਹੈ ਕਿ ਮੈਂ ਘੱਟੋ ਘੱਟ 2-2.5 ਲੱਖ ਬੱਚਾ ਤਿਆਰ ਕਰਕੇ ਜਾਵਾਂ, ਤਾਂ ਕਿ ਅੱਜ ਇਹ ਬੱਚੇ ਫਿਰ ਕੱਲ ਮਲਟੀਪਲਾਈ ਕਰਨਗੇ। ਇਹ ਦੀਦੀ ਜਸਪ੍ਰੀਤ ਕੌਰ ਵਰਗੀ ਬੱਚੀਆਂ ਬਣ ਜਾਣ, ਮੇਰੀਆਂ ਬੱਚੀਆਂ ਸਾਰੀਆਂ ਬਣ ਸਕਦੀਆਂ। ਤੇ ਵਾਧੂ ਪੜ੍ਹਾਈਆਂ ਕਰੋ ਤੇ ਬੇਟੇ ਬਾਕੀ ਥੋੜਾ ਚੱਲੀਏ ਕੰਮ ਛੱਡ ਦਿਓ, ਹੈ ਨਾ। ਬਹੁਤ ਸਾਰੇ ਬੱਚੇ ਗਲਤੀਆਂ ਕਰਦੇ ਆ, ਹੈ ਨਾ, ਬॉयਫ੍ਰੈਂਡ ਗਰਲਫ੍ਰੈਂਡ
ਬੇਟੇ ਥੋੜੀ ਦੇਰ ਲਈ ਛੱਡ ਦਿਓ, ਤੁਸੀਂ 22 21 23 ਸਾਲ ਦੇ ਹੋ ਜਾਓਗੇ ਨਾ ਤੇ ਤੁਹਾਡੇ ਮੰਮੀ ਪਾਪਾ ਤੁਹਾਨੂੰ ਆਪੇ ਸੈੱਟ ਕਰਨਗੇ। ਇਹ ਗਲਤੀਆਂ ਨਹੀਂ ਕਰਨੀਆਂ ਬੇਟੇ, ਬਾਬਾ ਜੀ ਹਰ ਵੇਲੇ ਤੁਹਾਨੂੰ ਵੇਖਦੇ ਪਏ ਆ। ਫਿਰ ਦੇਖੋ ਬੇਟੇ, ਹੁਣ ਗੱਲ ਇਹ ਹੈ ਕਿ ਪੈਸਾ ਸਭ ਕੁਝ ਨਹੀਂ ਹੈ, ਪਰ ਪੈਸੇ ਬਿਨਾਂ ਵੀ ਗੱਲ ਨਹੀਂ ਹੈ। ਫਿਰ ਕੀ ਆ, ਫਿਰ ਦੁੱਖ ਆਉਂਦੇ ਆ, ਫਿਰ ਮੁਸ਼ਕਲਾਂ ਆਉਂਦੀਆਂ ਹੈ ਨਾ। ਤੁਸੀਂ ਸਾਰੀ ਜ਼ਿੰਦਗੀ ਫਿਰ ਇਹ ਥੋੜਾ ਕਿ ਸਕਾਲਰਸ਼ਿਪ ਹੀ ਲੈਂਦੇ ਰਹੋਗੇ, ਨਹੀਂ ਬੇਟੇ, ਤੁਸੀਂ ਹੋਰਾਂ ਦੀ ਮਦਦ ਵੀ ਕਰਨੀ ਹੈ, ਇਹਨਾਂ ਨੇ ਵੱਡੇ ਬਣ ਜਾਣਾ ਹੈ। ਤਾਂ ਅਸੀਂ ਇਹ ਬਾਣੀ ਦੀ ਸ਼ਕਤੀ ਨੂੰ ਆਪਣੇ ਨਾਲ ਜੋੜਨਾ, ਖਾਲੀ ਇਸ ਕਰਕੇ ਪਾਠ ਨਹੀਂ ਕਰਨਾ ਕਿ ਸਾਨੂੰ ਸਕਾਲਰਸ਼ਿਪ ਮਿਲ ਰਹੀ ਹੈ। ਗਲਤੀਆਂ ਨਹੀਂ ਕਰਨੀਆਂ ਏਦਾਂ ਦੀਆਂ ਵੀ, ਆਪਾਂ ਹੋਰਾਂ ਨੂੰ ਵੀ ਸਮਝਾਉਣਾ ਹੈ। ਸੋ ਆਓ ਬੱਚਿਓ, ਰਲ ਮਿਲ ਕੇ ਆਪਾਂ ਇਸ ਸੰਸਥਾ ਨਾਲ ਜੁੜੀਏ, ਹੋਰਾਂ ਨੂੰ ਵੀ ਜੋੜੀਏ, ਔਰ ਆਪਣੇ ਮਾਤਾ ਪਿਤਾ ਨੂੰ ਵੀ ਸਮਝਾਓ ਜਿਨ੍ਹਾਂ ਨੇ ਦਾੜੀ ਕੇਸ ਕਤਲ ਕੀਤੇ ਹੋਏ ਆ, ਪਿਆਰ ਨਾਲ ਸਮਝਾਓ ਉਹਨਾਂ ਨੂੰ। ਤੁਹਾਡੇ ਘਰਾਂ 'ਚ ਸੁੱਖ ਆਉਣਗੇ। ਮੈਂ ਵਿਸ਼ਵਾਸ ਦਵਾਨਾ ਤੁਹਾਨੂੰ ਕਿ ਮੈਨੂੰ ਪੁੱਛ ਕੇ ਦੇਖ ਲਓ, ਅੱਜ 74 ਸਾਲ ਦਾ ਹੋ ਗਿਆ, ਕੋਈ ਦੁੱਖ ਨਹੀਂ ਆ ਬੇਟੇ। ਜੇ ਦੁੱਖ ਆ ਵੀ ਗਿਆ ਸੀਗਾ ਤੇ ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਮਹਾਰਾਜ ਆਪੇ ਕਰ ਦਿੰਦੇ ਆ। ਸੋ ਹਰ ਸਰਬ ਰੋਗ ਕਾ ਔਖਦ ਨਾਮ, ਸਾਰੇ ਦੁੱਖਾਂ ਦਾ ਇਲਾਜ ਨਾਮ ਹੈ ਬੇਟੇ। ਮੇਰੇ ਨਾਲ ਹੋਇਆ, ਸਭ ਕੁਝ ਹੋਇਆ। ਸੋ ਬਾਣੀ ਹੀ ਪੜ੍ਹਨੀ ਹੈ। ਸੋ ਬੱਚਿਓ, ਮੈਂ ਨਾ ਬਹੁਤਾ ਹੋਰ ਸਮਾਂ ਲੈਂਦਾ ਹੋਇਆ, ਮੈਨੂੰ ਪੂਰਾ ਵਿਸ਼ਵਾਸ ਹੈ ਤੁਸੀਂ ਜਿੰਨੇ ਬੱਚੇ ਵੀ ਅੱਜ ਜੁੜੇ ਹੋ, ਗੁਰੂ ਸਾਹਿਬ ਮਿਹਰ ਕਰਨ। ਮੈਂ ਚਾਹੁੰਦਾ ਕਿ ਵੱਧ ਤੋਂ ਵੱਧ ਬੱਚਿਆਂ ਨੂੰ, ਹੋਰਾਂ ਨੂੰ ਜੋੜੀਏ। ਤੁਸੀਂ ਇੱਕ ਕੰਮ ਕਰੋ, ਤੁਸੀਂ ਅਜੇ ਬਹੁਤੀ ਮਾਇਆ ਦਾ ਸਵੰਤ ਨਹੀਂ ਦੇ ਸਕਦੇ ਨਾ, ਇੱਕ ਇੱਕ ਹੋਰ ਬੱਚੇ ਨੂੰ ਜੋੜਿਆ ਕਰੋ, ਹੈ ਨਾ। ਬੱਚਿਆਂ ਨੂੰ ਮੇਰੀ ਕਹਾਣੀ ਸੁਣਾਓ ਬੇਸ਼ੱਕ, ਔਰ ਤੁਹਾਡੇ ਨਾਲ ਵੀ ਹੋਇਆ ਹੋਣਾ। ਬਹੁਤ ਸਾਰੇ ਬੱਚੇ ਹੈਗੇ ਜਿਹੜੇ ਆਪਣੇ ਐਕਸਪੀਰੀਅੰਸ ਦੱਸਦੇ ਆ ਕਿ ਬੱਚਿਆਂ ਦੇ ਘਰਾਂ 'ਚ ਕਿੰਨੇ ਸੁੱਖ ਆਉਣੇ ਸ਼ੁਰੂ ਹੋ ਗਏ ਆ। ਤਾਂ ਇਹ ਕੰਮ ਤੁਸੀਂ ਸ਼ੁਰੂ ਕਰ ਦਿਓ, ਇਹ ਵੀ ਤੁਹਾਡਾ ਦਸਵੰਧ ਹੋਏਗਾ, ਕਿਉਂਕਿ ਆਪਾਂ ਸਮੇਂ ਦਾ ਦਸਵੰਧ ਵੀ ਦੇਣਾ ਨਾ। ਸੋ ਇਸ ਤਰ੍ਹਾਂ ਹੀ ਮੈਂ ਨਾ ਕੁਝ ਕਹਿੰਦੇ ਹੋਏ ਤੇ ਆਪਣਾ ਸਮਾਪਤੀ ਕਰਦਾ ਬੱਚਿਓ, ਕਿਉਂਕਿ ਮੈਂ ਭੁੱਲ ਵੀ ਗਿਆ ਸੀਗਾ। ਮੈਂ ਆਪਣੀ ਭੁੱਲ ਤੁਹਾਨੂੰ ਦੱਸੀ ਹੋਈ ਹੈ। 9 ਸਾਲ ਮੈਂ ਭੁੱਲ ਕਰਦਾ ਰਿਹਾ। ਮੇਰੀ ਪਤਨੀ ਪਾਠ ਕਰਦੀ ਸੀਗੀ ਤੇ ਮੇਰੀ ਭੁੱਲ ਵੀ ਬਖਸ਼ੀ ਗਈ, ਬਾਬਾ ਜੀ ਨੇ ਮੈਨੂੰ ਵੀ ਬਖਸ਼ ਦਿੱਤਾ। ਸੋ ਇਹ ਬੜਾ ਦਿਆਲੂ ਪਰਮਾਤਮਾ ਜੇ, ਗਲਤੀਆਂ ਹੁੰਦੀਆਂ ਇਨਸਾਨ ਤੋਂ ਹੁੰਦੀਆਂ, ਪਰ ਆਓ ਆਪਾਂ ਰਲ ਕੇ ਐਜੂਕੇਟ ਪੰਜਾਬ ਪ੍ਰੋਜੈਕਟ ਨੂੰ ਸਟਰੋਂਗ ਕਰੀਏ। ਇਹ ਮੇਰੀ ਸਾਰੀ ਟੀਮ ਹੈ, 150-60 ਮੇਰੇ ਵੀਰ ਭੈਣਾਂ ਦੀ, ਔਰ ਆਪਾਂ ਸਾਰੇ ਸੱਚ ਤੇ ਚੱਲੀਏ, ਸੱਚ ਤੇ ਚੱਲੀਏ। ਅਖੀਰ ਜਾਂਦੇ ਜਾਂਦੇ ਮੇਰਾ ਲਫ਼ਜ਼ ਸੱਚ ਫਿਰ ਕੰਟਰੋਲ ਕਰ ਲਓ, ਕਿਉਂਕਿ ਮੈਂ ਵੀ ਕਈ ਗਲਤੀਆਂ ਕਰਦਾ ਹੁੰਦਾ ਸੀ, ਹੈ ਨਾ। ਪਰ ਜੋ ਸੱਚ ਤੇ ਚੱਲਣਾ ਸ਼ੁਰੂ ਕੀਤਾ, ਮੈਂ ਵੀ ਸਿੱਖਦਾ ਪਿਆ ਵਾਂ। ਤੇ ਬੇਟੇ ਬਰਕਤਾਂ ਹੀ ਬਰਕਤਾਂ ਪਈ ਜਾਂਦੀਆਂ, ਥੋੜੇ ਵੀ ਬਹੁਤੇ ਲੱਗਦੇ ਆ, ਪੈਸੇ ਮੁੱਕਣ ਤੇ ਨਹੀਂ ਆ ਰਹੇ। ਤੇ ਮੇਰੇ ਬੱਚਿਓ, ਆਓ ਆਪਾਂ ਇਹ ਸੱਚ ਪੱਲੇ ਬੰਨ ਲਈਏ, ਗੁਰੂ ਦਾ ਕਹਿਣਾ ਮੰਨਣਾ ਸ਼ੁਰੂ ਕਰ ਦਈਏ। ਗੁਰੂ ਗੋਬਿੰਦ ਸਿੰਘ ਜੀ ਨੇ ਐਵੇਂ ਸਰਬੰਸ ਨਹੀਂ ਸੀ ਵਾਰਿਆ ਬੇਟੇ, 4 ਪੁੱਤਰ ਵਾਰਨੇ, ਪਿਤਾ ਵਾਰਨਾ, ਸਰਬੰਸ ਵਾਰਨਾ। ਅੱਜ ਕਿਸੇ ਕੌਮ 'ਚ ਨਹੀਂ ਇਹੋ ਜਿਹੀ ਗੱਲ ਹੋਈ। ਸੋ ਅੱਜ ਅੰਗਰੇਜ਼ ਕਿਉਂ ਸਮਝ ਗਏ? ਅੰਗਰੇਜ਼ਾਂ ਨੇ ਪੈਸਾ ਵੀ ਦੇਖ ਲਿਆ, ਪੜ੍ਹਾਈਆਂ ਵੀ ਕਰ ਲਈਆਂ, ਤੇ ਅੱਜ ਸਾਰੀਆਂ ਚਰਚਾਂ ਖਾਲੀ ਪਈਆਂ, ਇੱਥੋਂ ਦੇ ਗਿਰਜਾਘਰ ਸਾਰੇ ਖਾਲੀ ਪਏ, ਸ਼ਰਾਬਖਾਨੇ ਭਰੇ ਪਏ। ਸੋ ਇੱਥੇ ਹੀ ਸਮਾਪਤੀ ਕਰਦੇ ਹਾਂ ਅੱਜ ਦਾ। ਮੇਰਾ ਇੰਨਾ ਕੀ ਹੈ ਬੱਚਿਓ, ਮੈਂ ਤੁਹਾਨੂੰ ਫਿਰ ਕਿਹਾ ਮੈਂ ਪ੍ਰਚਾਰਕ ਨਹੀਂ ਹਾਂ, ਮੈਨੂੰ ਬੋਲਣਾ ਬਾਲਣਾ ਕੋਈ ਨਹੀਂ ਆਉਂਦਾ, ਪਰ ਹਾਂ ਮੂਰਖ ਕਾਰੇ ਲਾਇਆ। ਜਿੰਨੇ ਸਵਾਸ ਮੇਰੇ ਬਾਕੀ ਆ, ਮੈਂ ਸੇਵਾ ਕਰਨੀ ਹੈ। ਮੇਰਾ ਅਰਦਾਸ ਕਰਨਾ ਮੈਂ ਫਟਾਫਟ ਆਵਾਂ, ਕਿਉਂਕਿ ਜੇ ਜੂਨ 'ਚ ਕੈਂਪ ਲੱਗ ਸਕਦਾ ਤਾਂ ਮੈਂ ਕੈਂਪ ਤੱਕ ਪਹੁੰਚ ਜਾਵਾਂ। ਮੇਰੀ ਕੋਸ਼ਿਸ਼ ਹੈ ਕਿ ਮੈਂ 21 ਜੂਨ ਤੋਂ ਇੱਥੋਂ ਨਾ, ਸਾਨੂੰ ਛੁੱਟੀ ਮਿਲ ਜਾਏਗੀ ਇੰਗਲੈਂਡ ਤੋਂ, 21 ਜੂਨ ਦੇ ਨੇੜੇ ਤੇ ਅਸੀਂ ਕੈਂਪ ਰੱਖੀਏ ਬੱਚਿਆਂ ਦਾ, ਤੇ ਮੈਂ ਆ ਕੇ ਪੰਜਾਬ ਜਾ ਕੇ ਹੋਰ ਸੇਵਾ ਕਰ ਸਕਾਂ। ਸੋ ਇੰਨਾ ਕੁਝ ਕਹਿੰਦੇ ਹੋਏ ਮੈਂ ਸਾਰੇ ਬੱਚੇ ਬੱਚੀਆਂ ਦਾ, ਖਾਸ ਕਰਕੇ ਆਪਣੀ ਟੀਮ ਦੇ ਸਾਰੇ ਵੀਰਾਂ ਭੈਣਾਂ ਦਾ ਧੰਨਵਾਦ ਕਰਦਾ ਵਾਂ, ਜਿਹੜੇ ਕਿ ਬੜੇ ਵਫਾਦਾਰੀ ਨਾਲ, ਬੜੀ ਮਿਹਨਤ ਕਰਕੇ ਸਾਰਾ ਕੁਝ ਸੇਵਾ ਕਰ ਰਹੇ ਆ। ਸੋ ਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ। ਮੈਂ ਅਰਦਾਸ ਹੀ ਕਰਾਂਗਾ, ਤੁਸੀਂ ਮੇਰੇ ਵਾਸਤੇ ਬੱਚੇ ਅਰਦਾਸ ਕਰਨਾ ਕਿ ਗੁਰੂ ਸਾਹਿਬ ਮੇਰੇ ਕੋਲ ਸੇਵਾ ਲੈਂਦੇ ਰਹਿਣ, ਜਿੰਨੇ ਅਖੀਲੇ ਸਵਾਸ ਆ ਮੈਂ ਸੱਚੀ ਸੁੱਚੀ ਸੇਵਾ ਕਰ ਸਕਾਂ, ਖਾਲੀ ਤੁਹਾਨੂੰ ਨਾ ਸਮਝਾਉਂਦਾ ਰਵਾਂ, ਮੈਂ ਆਪ ਵੀ ਇਹ ਕਮਾਈ ਕਰਾਂ। ਸੋ ਇੱਥੇ ਹੀ ਫਤਿਹ ਬੁਲਾਉਂਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਪਿਆਰੇ ਬੱਚਿਓ, ਆਪਾਂ ਸਾਰਿਆਂ ਨੇ ਅੰਕਲ ਜੀ ਤੋਂ ਜੋ ਗੁਰੂ ਦੇ ਕਿਰਪਾ, ਗੁਰੂ ਦੇ ਗਿਆਨ ਨੂੰ ਸਮਝ ਕੇ, ਅੰਕਲ ਜੀ ਨੇ ਗੁਰੂ ਤੇ ਵਿਸ਼ਵਾਸ ਕਰਕੇ ਜੀਵਨ ਦੇ ਵਿੱਚ ਜੋ ਉਹਨਾਂ ਨੂੰ ਪ੍ਰਾਪਤ ਹੋਇਆ ਹੈ, ਉਹ ਪ੍ਰੈਕਟੀਕਲ ਜਦੋਂ ਸਾਡੇ ਸਾਹਮਣੇ ਆਉਂਦਾ ਤਾਂ ਸਾਡਾ ਵਿਸ਼ਵਾਸ ਹੋਰ ਬਣ ਜਾਂਦਾ ਹੈ। ਸੋ ਆਓ, ਪਿਛਲੇ ਕੈਂਪ ਦੇ ਦੌਰਾਨ ਬੇਟੇ ਜਿਹੜੇ ਬੱਚਿਆਂ ਨੇ ਗੁਰੂ ਦੀ ਗੱਲ ਮੰਨੀ, ਗੁਰੂ ਦੇ ਗਿਆਨ ਨੂੰ ਸਮਝ ਕੇ ਜੀਵਨ 'ਚ ਲਾਗੂ ਕੀਤਾ, ਉਹਨਾਂ ਕੁਝ ਕੁ ਬੱਚਿਆਂ ਦੇ ਆਪਾਂ ਐਕਸਪੀਰੀਅੰਸ ਸਾਂਝੇ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਬੇਟੀ ਪ੍ਰਭਜੋਤ ਕੌਰ ਜੀ ਨੇ 16170 ਬਰਨਾਲਾ ਜ਼ੋਨ ਤੋਂ। ਸੋ ਬੇਟੇ ਸੰਖੇਪ ਜਿਹੇ ਸਮੇਂ 'ਚ ਪੂਰੇ ਟਾਈਮ 'ਚ ਤੁਸੀਂ ਆਪਣੀ ਵਿਚਾਰ ਰੱਖਿਓ। ਪ੍ਰਭਜੋਤ ਕੌਰ ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਜੀ ਕੀ ਜੀ ਫਤਿਹ। ਫਤਿਹ। ਮੈਂ ਪ੍ਰਭਜੋਤ ਕੌਰ ਬਰਨਾਲਾ ਤੋਂ, EPP ਨੰਬਰ 16170। ਮੇਰਾ 1 ਸਾਲ ਦਾ ਐਕਸਪੀਰੀਅੰਸ ਬਹੁਤ ਹੀ ਜ਼ਿਆਦਾ ਵਧੀਆ ਰਿਹਾ ਹੈ, ਜਿਸ ਲਈ ਮੈਂ ਅੰਕਲ ਜਸਵਿੰਦਰ ਸਿੰਘ ਜੀ ਖਾਲਸਾ ਅਤੇ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਸਾਨੂੰ ਲਾਕਡਾਊਨ
दौरान कैंप लगा के गुरबानी जनरल नॉलेज बारे समझाया है। इस नाल एक ਤਾਂ ਸਾਡਾ फ्री टाइम जिंदगी दी तेज ਅਤੇ अनेकों तरह ਦੀਆਂ ਜਾਣਕਾਰੀਆਂ ਪ੍ਰਾਪਤ ਕਰਦੇ ਹੋਏ ਗੁਜ਼ਰਿਆ ਸੀ। ਪਿਛਲੇ 1 ਸਾਲ ਵਿੱਚ ਮੈਂ ਗੁਰਬਾਣੀ ਦੇ ਬਹੁਤ ਜ਼ਿਆਦਾ ਨੇੜੇ ਆਈ। ਉਸ ਦਿਨ ਤੋਂ ਮੈਂ ਹਰ ਰੋਜ਼ ਨਿਤਨੇਮ ਅਤੇ ਰਹਿਰਾਸ ਸਾਹਿਬ ਸੋਹਿਲਾ ਸਾਹਿਬ ਦੀਆਂ ਬਾਣੀਆਂ ਦਾ ਪਾਠ ਕਰਨ ਲੱਗੀ। ਮੇਰਾ ਪਰਮਾਤਮਾ ਨਾਲ ਇੰਨਾ ਪਿਆਰ ਪੈ ਗਿਆ ਕਿ ਮੈਂ ਕਿਸੇ ਵੀ ਕਰਮ ਕਾਂਡ ਵਿੱਚ ਨਹੀਂ ਫਸਦੀ। ਮੈਂ ਇੱਕ ਅਕਾਲ ਪੁਰਖ ਵਿੱਚ ਵਿਸ਼ਵਾਸ ਰੱਖ ਕੇ ਅਰਦਾਸ ਕਰਦੀ ਹਾਂ ਤੇ ਕਦੇ ਵੀ ਕਿਸੇ ਤਰ੍ਹਾਂ ਦੀ ਮੁਸ਼ਕਿਲ ਵਿੱਚ ਨਹੀਂ ਫਸਦੀ। ਪਰਮਾਤਮਾ ਨੇ ਮੈਨੂੰ ਮੁਸੀਬਤਾਂ ਦਾ ਸਾਹਮਣਾ ਕਰਨ ਦੀ ਹਿੰਮਤ ਤਾਕਤ ਬਖਸ਼ੀ ਹੈ। ਇਸ ਨਾਲ ਮੇਰੇ ਦਿਮਾਗ ਦੀ ਪ੍ਰੋਗਰੈਸ ਵਿੱਚ ਵੀ ਵਾਧਾ ਹੋਇਆ ਹੈ, ਜਿਸ ਕਾਰਨ ਮੈਂ ਆਪਣੀ ਪੜ੍ਹਾਈ ਜਿਵੇਂ ਮੈਥ, ਇੰਗਲਿਸ਼, ਸਾਇੰਸ, SST, ਹਿੰਦੀ ਅਤੇ ਪੰਜਾਬੀ ਦੇ ਪ੍ਰਸ਼ਨ ਉੱਤਰ ਸੌਖੇ ਅਤੇ ਘੱਟ ਸਮੇਂ ਵਿੱਚ ਯਾਦ ਕਰ ਲੈਂਦੀ ਹਾਂ, ਜਿਸ ਕਰਕੇ ਮੇਰੇ ਟਾਈਮ ਦੀ ਬਚਤ ਹੁੰਦੀ ਹੈ। ਮੈਂ ਆਪਣੀ ਪਰਸੈਂਟੇਜ ਵੀ ਵਾਧਾ ਕੀਤਾ ਹੈ। ਗੁਰਬਾਣੀ ਨਾਲ ਜੁੜ ਕੇ ਮੇਰੇ ਅੰਦਰ ਗੁਣਾਂ ਦਾ ਵਿਕਾਸ ਹੋਇਆ ਹੈ। ਉਸ ਦਿਨ ਤੋਂ ਮੈਂ ਸਭ ਨਾਲ ਪਿਆਰ ਨਾਲ ਬੋਲਦੀ ਹਾਂ, ਜਾਤ ਪਾਤ ਦਾ ਭੇਦਭਾਵ ਨਹੀਂ ਕਰਦੀ, ਲੋੜਵੰਦਾਂ ਦੀ ਮਦਦ ਵੀ ਕਰਦੀ ਹਾਂ। ਸਭ ਤੋਂ ਅਹਿਮ ਗੱਲ ਇਹ ਹੈ ਕਿ ਮੈਂ ਸਾਦਗੀ ਦਾ ਜੀਵਨ ਬਤੀਤ ਕਰਦੀ ਹਾਂ ਅਤੇ ਦਸਤਾਰ ਵੀ ਸਜਾਉਂਦੀ ਹਾਂ। ਮੈਂ ਹੋਰਨਾਂ ਨੂੰ ਵੀ ਸਾਦਾ ਜੀਵਨ, ਗਰੀਬਾਂ ਦੀ ਮਦਦ ਅਤੇ ਗੁਰਬਾਣੀ ਨਾਲ ਜੁੜਨ ਦੀ ਪ੍ਰੇਰਨਾ ਦਿੰਦੀ ਹਾਂ। ਉਸ ਦਿਨ ਤੋਂ ਪ੍ਰਣ ਕੀਤਾ ਸੀ ਕਿ ਮੈਂ ਕਦੇ ਦਿਖਾਵੇ ਦੀ ਜ਼ਿੰਦਗੀ ਬਤੀਤ ਨਹੀਂ ਕਰਾਂਗੀ। ਹਮੇਸ਼ਾ ਸਾਦਗੀ ਵਿੱਚ ਰਹਿੰਦੇ ਹੋਏ, ਗਰੀਬਾਂ ਦੀ ਮਦਦ ਕਰਦੇ ਹੋਏ, ਦਸਾਂ ਨੌਹਾਂ ਦੀ ਕਿਰਤ ਕਮਾਈ ਕਰਾਂਗੀ ਤੇ ਗੁਰੂ ਨਾਨਕ ਦੇਵ ਜੀ ਦੇ 3 ਉਪਦੇਸ਼ ਵੰਡ ਛਕੋ, ਕਿਰਤ ਕਰੋ ਅਤੇ ਨਾਮ ਜਪੋ ਤੇ ਚੱਲਦੇ ਹੋਏ ਇਮਾਨਦਾਰੀ ਤੇ ਸੱਚਾਈ ਦਾ ਜੀਵਨ ਗੁਜ਼ਾਰਾਂਗੀ। ਪਰਮਾਤਮਾ ਦਾ ਨਾਮ ਜਪਣ ਕਾਰਨ ਹੀ ਅੱਜ ਮੈਂ 4ਥੀ ਕਲਾਸ ਵਿੱਚੋਂ 99% ਮਾਰਕਸ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਮੇਰੇ 600 ਵਿੱਚੋਂ 592 ਨੰਬਰ ਆਏ ਹਨ, ਜਿਸ ਲਈ ਮੈਂ ਪੰਜਾਬ ਐਜੂਕੇਟ ਪੰਜਾਬ ਪ੍ਰੋਜੈਕਟ ਅੰਕਲ ਜਸਵਿੰਦਰ ਸਿੰਘ ਖਾਲਸਾ ਜੀ ਤੇ ਆਪਣੇ ਵਾਈਸੀ ਮੈਡਮ ਅਮਨਦੀਪ ਕੌਰ ਧਨੌਲਾ ਅਤੇ ਵਾਈਸੀ ਸਰਦਾਰ ਮਲਕੀਤ ਸਿੰਘ ਮਹਿਲ ਕਲਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਜਿਨ੍ਹਾਂ ਦੇ ਸਦਕਾ ਅੱਜ ਮੇਰੀ ਪੜ੍ਹਾਈ ਵਿੱਚ ਮਦਦ ਵੀ ਹੋ ਰਹੀ ਹੈ। ਮੈਂ ਸਾਰੇ ਹੀ ਬੱਚਿਆਂ ਨੂੰ ਬੇਨਤੀ ਕਰਦੀ ਹਾਂ ਕਿ ਵੱਧ ਤੋਂ ਵੱਧ ਬਾਣੀ ਪੜ੍ਹੋ ਤੇ ਵਿਚਾਰੋ ਤੇ ਸਮਝ ਕੇ ਆਪਣੀ ਜ਼ਿੰਦਗੀ 'ਚ ਕਾਮਯਾਬੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਭਜੋਤ ਕੌਰ ਜੀ ਬੇਟੇ ਬਹੁਤ ਬਹੁਤ ਤੁਹਾਡਾ ਧੰਨਵਾਦ ਬੇਟੇ ਜੀ। ਸੋ ਬੇਟੇ, ਇਸ ਬੇਟੀ ਨੇ ਲੋਕਡਾਊਨ ਦੇ ਦੌਰਾਨ ਪੂਰਾ ਲਗਾਤਾਰ ਕੈਂਪ ਅਟੈਂਡ ਕੀਤਾ ਸੀ ਤੇ ਕੈਂਪ ਦੇ ਵਿੱਚ ਵੀ ਇਸ ਬੇਟੀ ਨੇ ਪ੍ਰਾਈਜ਼ ਜਿੱਤਾ ਸੀ ਤੇ ਪੜ੍ਹਾਈ ਦੇ ਵਿੱਚ ਵੀ ਤੁਹਾਡੇ ਸਾਹਮਣੇ ਬੇਟੇ ਦੱਸਿਆ ਬੱਚੀ ਨੇ ਵੀ ਕਿੰਨਾ ਇਹਨਾਂ ਦੇ ਵਿੱਚ ਚੇਂਜ ਆ ਗਿਆ ਤੇ ਕਿ ਇਹਨਾਂ ਨੇ ਦਮਾਲਾ ਸਜਾਉਣ ਦਾ ਪ੍ਰੋਮਿਸ ਕੀਤਾ ਸੀ ਕੈਂਪ ਦੇ ਵਿੱਚ। ਬੇਟੇ ਅੱਜ ਬੱਚੀ ਤੁਹਾਡੇ ਸਾਹਮਣੇ ਆ। ਬੇਟੇ ਪ੍ਰਭਜੋਤ ਕਿਹੜੀ ਕਲਾਸ 'ਚ ਪੜ੍ਹਦੇ ਹੋ ਤੁਸੀਂ? ਸਰ 5ਵੀਂ 'ਚ ਹੋਏ ਆ। ਓਕੇ ਬੇਟੇ, ਬੇਟੇ ਬਹੁਤ ਬਹੁਤ ਵਧਾਈਆਂ ਬੇਟੇ ਤੁਹਾਡੇ ਵਾਈਸੀ ਕੌਣ ਨੇ ਦੱਸਿਆ? ਅਮਨਦੀਪ ਕੌਰ ਭੈਣ ਜੀ। ਹਾਂਜੀ। ਓਕੇ ਬੇਟੇ, ਸ਼ਾਬਾਸ਼, ਹੋਰ ਮਿਹਨਤ ਕਰਨੀ ਹੈ। ਸੋ ਸਾਰੇ ਬੱਚਿਆਂ ਨੂੰ ਬੇਨਤੀ ਹੈ ਬੇਟੇ, ਗਿਆਨ ਬਹੁਤ ਹੈ, ਸਾਨੂੰ ਸੁਣਨ ਨੂੰ ਬਹੁਤ ਮਿਲਦਾ, ਗਿਆਨ ਦੇਖਣ ਨੂੰ ਬਹੁਤ ਮਿਲਦਾ ਹੈ ਨਾ, ਪਰ ਜੇ ਉਹ ਜੀਵਨ 'ਚ ਨਹੀਂ ਆਇਆ ਬੇਟੇ, ਦੇਖੋ ਕਿੰਨਾ ਸੋਹਣਾ ਇਸ ਬੱਚੀ ਨੇ ਜੀਵਨ ਬਣਾ ਲਿਆ। ਸੋ ਅਗਲੀ ਬੇਟੀ ਆਪਣੇ ਕੋਲ ਹੈਗੇ ਨੇ ਜੀ ਮਨਪ੍ਰੀਤ ਕੌਰ, 15183 ਰੋਪੜ ਜ਼ੋਨ, ਵਾਈਸੀ ਵੀਰ ਕੁਲਦੀਪ ਸਿੰਘ ਜੀ ਦੇ ਬੱਚੇ ਨੇ। ਹਾਂਜੀ ਬੇਟਾ ਜੀ।
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। Am I audible, sir? हाँ जी, हाँ बेटा, थोड़ा जिहा उच्ची बोलियो है। ਮੇਰਾ ਨਾਮ ਮਨਪ੍ਰੀਤ ਕੌਰ ਹੈ ਤੇ ਮੇਰਾ EPP ਨੰਬਰ 15183 ਹੈ। ਮੈਂ ਰੋਪੜ ਜ਼ੋਨ ਦੀ ਹਾਂ। ਮੇਰੇ ਵਾਈਸੀ ਸਰ ਦਾ ਨੇਮ ਕੁਲਦੀਪ ਸਿੰਘ ਜੀ ਹੈ। ਸਭ ਤੋਂ ਪਹਿਲਾਂ ਮੈਂ ਪੂਰੀ ਐਜੂਕੇਟ ਪੰਜਾਬ ਪ੍ਰੋਜੈਕਟ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ, ਜਿਨ੍ਹਾਂ ਨੇ ਮੈਨੂੰ ਇਸ ਕੈਪੇਬਲ ਸਮਝਿਆ ਕਿ ਮੈਂ ਆਪਣੇ ਜੋ ਲਾਈਫ ਐਕਸਪੀਰੀਅੰਸ ਹੈ ਆਪ ਜੀ ਨਾਲ ਸ਼ੇਅਰ ਕਰ ਸਕਾਂ। ਪਿਛਲੇ ਸਾਲ ਆਰੰਭ ਹੋਇਆ ਪਰਸਨੈਲਿਟੀ ਡਿਵੈਲਪਮੈਂਟ ਕੈਂਪ ਵਿੱਚ ਮੈਂ ਸ਼ਾਮਲ ਹੋਈ ਅਤੇ ਇਸ ਨਾਲ ਮੈਨੂੰ ਬਹੁਤ ਸਾਰੀ ਜਾਣਕਾਰੀ ਮਿਲੀ ਅਤੇ ਮੇਰੇ ਗਿਆਨ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ। ਇਸ ਕੈਂਪ ਨੂੰ ਅਟੈਂਡ ਕਰਨ ਲਈ ਜਿੱਥੇ ਮੈਂ ਆਪਣੇ ਪੂਰੇ ਦਿਨ ਦੇ ਵਿੱਚੋਂ 1 ਘੰਟਾ ਕੱਢ ਕੇ ਬਹੁਤ ਚੰਗੀਆਂ ਗੱਲਾਂ ਸਿੱਖਦੀ, ਉੱਥੇ ਮੈਨੂੰ ਹਰ ਰੋਜ਼ ਕੁਛ ਨਾ ਕੁਛ ਨਵਾਂ ਸਿੱਖਣ ਨੂੰ ਵੀ ਮਿਲਦਾ। ਮੈਨੂੰ ਇਸ ਕੈਂਪ ਵਿੱਚੋਂ ਸਿੱਖਣ ਨੂੰ ਮਿਲਿਆ ਕਿ ਸਾਨੂੰ ਪਰਮਾਤਮਾ ਦਾ ਹਮੇਸ਼ਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਅਤੇ ਇਸ ਚੀਜ਼ ਨੂੰ ਮੈਂ ਆਪਣੀ ਲਾਈਫ ਵਿੱਚ ਲਾਗੂ ਵੀ ਕੀਤਾ। ਹੁਣ ਮੈਂ ਪਰਮਾਤਮਾ ਦਾ ਹਰ ਇੱਕ ਵੇਲੇ, ਭਾਵੇਂ ਕੋਈ ਚੀਜ਼ ਹੋਵੇ, ਛੋਟੀ ਹੋਵੇ ਵੱਡੀ ਹੋਵੇ, ਹਮੇਸ਼ਾ ਸ਼ੁਕਰਾਨਾ ਕਰਦੀ ਹਾਂ। ਮੈਂ ਹੁਣ ਕੋਸ਼ਿਸ਼ ਕਰਦੀ ਹਾਂ ਮੈਂ ਵਾਹਿਗੁਰੂ ਜੀ ਨੂੰ ਕਿਸੇ ਵੀ ਚੀਜ਼ ਲਈ ਬਲੇਮ ਨਾ ਕਰਾਂ, ਸਗੋਂ ਮੈਂ ਹੁਣ ਐਵੇਂ ਸੋਚਦੀ ਹਾਂ ਕਿ ਮੇਰੇ ਭਲੇ ਲਈ ਪਰਮਾਤਮਾ ਤੋਂ ਜ਼ਿਆਦਾ ਮੇਰਾ ਕੌਣ ਸੋਚ ਸਕਦਾ ਹੈ। ਸਾਨੂੰ ਇਸ ਕੈਂਪ ਤੋਂ ਸਿੱਖਣ ਨੂੰ ਮਿਲਿਆ ਕਿ ਪਰਮਾਤਮਾ ਹਮੇਸ਼ਾ ਸਾਡੇ ਨਾਲ ਹਨ, ਅੰਗ ਸੰਗ ਹਨ। ਸੋ ਸਾਨੂੰ ਵਾਹਿਗੁਰੂ ਜੀ ਨੂੰ ਐਜ਼ ਅ ਫਰੈਂਡ ਸਮਝ ਕੇ ਆਪਣੀ ਸਾਰੀ ਪ੍ਰੋਬਲਮਸ ਡਿਸਕਸ ਕਰਨੀਆਂ ਚਾਹੀਦੀਆਂ ਹਨ, ਕਿਉਂਕਿ ਪਰਮਾਤਮਾ ਹੀ ਨੇ ਜੋ ਸਾਡੀ ਪ੍ਰੋਬਲਮਸ ਸੋਲਵ ਕਰ ਸਕਦੇ ਹਨ। ਇਸ ਤੋਂ ਇਲਾਵਾ ਪ੍ਰਿੰਸੀਪਲ ਕੁਲਵੰਤ ਕੌਰ ਮੈਮ ਜੀ ਨੇ ਜਿੰਨੇ ਵੀ ਸਾਡੇ ਸੈਸ਼ਨ ਲਏ, ਉਸ ਨਾਲ ਮੇਰੀ ਵੋਕੈਬਲਰੀ ਬਹੁਤ ਜ਼ਿਆਦਾ ਸਟਰੋਂਗ ਹੋਈ ਹੈ ਅਤੇ ਮੇਰੇ ਵੋਕੈਬਲਰੀ ਵਰਡਸ ਜੋ ਨੇ ਉਹ ਇਨਕਰੀਜ਼ ਹੋਏ ਨੇ, ਜੋ ਕਿ ਮੇਰੇ ਫਿਊਚਰ ਵਿੱਚ ਬਹੁਤ ਜ਼ਿਆਦਾ ਹੈਲਪ ਕਰਨਗੇ। ਮੈਨੂੰ ਇਸ ਕੈਂਪ ਵਿੱਚੋਂ ਇਹ ਵੀ ਸਿੱਖਣ ਨੂੰ ਮਿਲਿਆ ਕਿ ਅਸੀਂ ਗੁਰਦੁਆਰਾ ਸਾਹਿਬ ਪਰਮਾਤਮਾ ਦਾ ਸ਼ੁਕਰਾਨਾ ਕਰਨ ਜਾਣਾ ਹੈ, ਨਾ ਕਿ ਆਪਣੇ ਜੋ ਡਿਮਾਂਡਸ ਦੀ ਲਿਸਟ ਹੈ ਉਹ ਦੱਸਣ ਜਾਣੀ ਹੈ। ਅਸੀਂ ਗੁਰਦੁਆਰਾ ਸਾਹਿਬ ਜਾਣਾ ਹੈ ਆਪਣੇ ਔਗੁਣ ਛੱਡਣ ਅਤੇ ਵੱਧ ਤੋਂ ਵੱਧ ਗੁਣ ਲੈ ਕੇ ਆਣੇ ਹਨ। ਸਾਂਝ ਕਰੀ ਜੈ ਗੁਣੇ ਕੇਰੀ, ਛੋੜ ਅਵਗੁਣ ਚੱਲੀਏ। ਅਸੀਂ ਗੁਣਾਂ ਨਾਲ ਸਾਂਝ ਪਾਉਣੀ ਹੈ ਅਤੇ ਅਵਗੁਣ ਛੱਡਣੇ ਹਨ। ਇਸ ਤੋਂ ਇਲਾਵਾ ਮੇਰੇ ਗਿਆਨ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ। ਮੈਨੂੰ ਉਹ ਚੀਜ਼ਾਂ ਪਤਾ ਲੱਗੀਆਂ ਨੇ ਜੋ ਮੈਨੂੰ ਕਦੇ ਪਤਾ ਵੀ ਨਹੀਂ ਸੀ। ਸਾਨੂੰ ਚਾਹੀਦਾ ਹੈ ਕਿ ਅਸੀਂ ਪਰਮਾਤਮਾ ਪ੍ਰਤੀ ਜੋ ਸਾਡੀ ਇੱਕ ਡਿਊਟੀ ਹੈ ਗੁਰਬਾਣੀ ਪੜ੍ਹਨ ਦੀ, ਜਿੱਥੇ ਅਸੀਂ ਗੁਰਬਾਣੀ ਪੜ੍ਹੀਏ ਉੱਥੇ ਅਸੀਂ ਉਹਨੂੰ ਸ਼ੁੱਧ ਉਚਾਰਨ ਕਰਕੇ ਵਿਚਾਰ ਕੇ ਆਪਣੇ ਜੀਵਨ ਵਿੱਚ ਲਾਗੂ ਵੀ ਕਰੀਏ। ਇਸ ਲਈ ਮੈਂ ਪੂਰੇ ਐਜੂਕੇਟ ਪੰਜਾਬ ਪ੍ਰੋਜੈਕਟ ਅਤੇ ਅੰਕਲ ਜਸਵਿੰਦਰ ਸਿੰਘ ਖਾਲਸਾ ਜੀ ਦਾ ਦਿਲੋਂ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਇਸ ਕੈਂਪ ਦੀ ਸ਼ੁਰੂਆਤ ਕੀਤੀ ਅਤੇ ਸਾਨੂੰ ਇੰਨੀ ਸਾਰੀ ਜਾਣਕਾਰੀ ਬਖਸ਼ੀ। ਬੋਲਦੇ ਸਮੇਂ ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ, ਅਣਜਾਣ ਬੱਚੀ ਸਮਝ ਕੇ ਮਾਫ ਕਰ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਟੀ ਮਨਪ੍ਰੀਤ ਕੌਰ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਸੀਂ ਕੋਸ਼ਿਸ਼ ਕਰ ਰਹੇ ਹੋ, ਹਨਾ, ਆਪਾਂ ਹੋਰ ਸਭ ਨੇ ਵਧੀਆ ਕਰਨਾ ਆਪਣੀ ਜ਼ਿੰਦਗੀ ਵਿੱਚ। ਸੋ ਬੇਟੇ ਸਾਰੇ ਬੱਚਿਆਂ ਨੇ ਇੱਕ ਸੂਚਨਾ ਸੁਣਿਓ ਪਲੀਜ਼, ਹਨਾ, ਅਟੈਂਡੈਂਸ ਤੋਂ ਤੁਸੀਂ ਆਊਟ ਨਾ ਹੋਇਓ। ਅਟੈਂਡੈਂਸ ਲਾਉਂਦੇ ਕਿ ਜਿਹੜਾ ਕੈਂਪ ਆਪਣਾ 10 ਅਪ੍ਰੈਲ ਤੱਕ ਚੱਲੇਗਾ, ਜਿਹੜਾ ਸਕੂਲਾਂ ਦਾ ਹਜੇ ਕਲੋਜ਼, ਸੋ 10 ਅਪ੍ਰੈਲ ਤੱਕ ਆਪ ਜੀ ਨੇ ਕੈਂਪ ਦੇ ਵਿੱਚ ਹਾਜ਼ਰੀ ਭਰਨੀ ਹੈ। ਹੋਰ ਜਿਹੜੇ ਤੁਹਾਡੇ ਫਰੈਂਡ ਸਰਕਲ, ਭੈਣ ਭਰਾ, ਸਾਕ ਸੰਬੰਧੀ ਬੱਚੇ ਜਿੰਨੇ ਵੀ ਵੱਧ ਤੋਂ ਵੱਧ ਭਰ ਸਕਦੇ ਨੇ ਉਹਨਾਂ ਨੂੰ ਮੋਟੀਵੇਟ ਕਰਿਓ। ਤੇ ਜਿਹੜੇ ਬੱਚਿਆਂ ਨੇ ਅੱਜ 3 ਬੱਚੇ ਅੱਜ ਹੋਰ ਬੋਲਣੇ ਸੀਗੇ, ਬੇਟੀ ਜਸਨਜੋਤ ਕੌਰ, ਅਨਮੋਲਦੀਪ ਕੌਰ ਤੇ ਸੁਖਪ੍ਰੀਤ ਕੌਰ, ਆਪਣੇ ਐਕਸਪੀਰੀਅੰਸ, ਸੋ ਉਹਨਾਂ ਨੂੰ ਕੱਲ ਸਮਾਂ ਦਿੱਤਾ ਜਾਏਗਾ ਜੀ। ਸੋ ਉਮੀਦ ਹੈ ਕਿ ਜਿੰਨਾ ਤੁਸੀਂ ਗਿਆਨ ਪ੍ਰਾਪਤ ਕਰ ਰਹੇ ਹੋ ਉਹਦੇ ਵਿੱਚੋਂ ਜੇਕਰ ਕੁਝ ਵੀ ਇੱਕ ਕਿਣਕੇ ਦਾ ਅਰਥ ਹੈ ਕੋਈ ਇੱਕ ਬਚਨ, 2 ਬਚਨ, ਜਿਸ ਤਰ੍ਹਾਂ ਬੇਟੀ ਪ੍ਰਭਜੋਤ ਕੌਰ ਜੀ ਦਾ ਜਿਹੜਾ ਐਕਸਪੀਰੀਅੰਸ ਹੈ ਨਾ ਆਪਣੇ ਸਾਰਿਆਂ ਦੇ ਸਾਹਮਣੇ ਹੈ। ਜੇਕਰ ਉਹਨਾਂ ਨੂੰ ਇਹ ਸੰਗਤ, ਇਹ ਪਲੇਟਫਾਰਮ ਉਹਨਾਂ ਨੂੰ ਨਾ ਮਿਲਦਾ, ਜੋ 5ਵੀਂ ਕਲਾਸ ਵਿੱਚ ਬੇਟੀ ਹੈ ਤੇ ਜਦੋਂ 12ਵੀਂ ਕਲਾਸ ਹਾਇਰ ਐਜੂਕੇਸ਼ਨ ਉੱਪਰ ਪੜ੍ਹਾਈ ਵਿੱਚ ਚਲੀ ਗਈ, ਤਾਂ ਉਹਨੇ ਆਉਣ ਵਾਲੇ ਸਮੇਂ ਵਿੱਚ ਕਿੰਨਾ ਵਧੀਆ ਗੁਰੂ ਦੀ ਸਿੱਖਿਆ ਲੈ ਕੇ ਜੀਵਨ ਹੋਰ ਲੋਕਾਂ ਨੂੰ ਵੀ ਵੰਡਣਾ ਗਿਆਨ, ਹਨਾ, ਜਿਸ ਤਰ੍ਹਾਂ ਅੰਕਲ ਜੀ ਨੇ ਦੱਸਿਆ ਵੀ ਗਿਆਨ ਵੀ ਆਪਾਂ ਵੰਡ ਸਕਦੇ ਹਾਂ। ਸੋ ਕੋਸ਼ਿਸ਼ ਕਰੀਏ ਆਪਾਂ ਸਾਰੇ ਰਲ ਮਿਲ ਕੇ ਆਪਣੇ ਜੀਵਨ ਵਿੱਚ ਗੁਰੂ ਦੀ ਮੱਤ ਨੂੰ ਕਮਾਈਏ। ਗਿਆਨ, ਸਮਝ, ਅਕਲ ਲੈ ਕੇ ਗੁਰੂ ਜੀ ਤੋਂ, ਗੁਰਬਾਣੀ ਦਾ ਸੱਚਾ ਗਿਆਨ ਜਦੋਂ ਬੇਟੇ ਸਾਡੀ ਜ਼ਿੰਦਗੀ ਵਿੱਚ ਆਏਗਾ, ਫਿਰ ਆਪਾਂ ਗੁਰੂ ਦੀ ਕਿਰਪਾ ਦੇ ਪਾਤਰ ਬਣਾਂਗੇ। ਜਿਸ ਤਰ੍ਹਾਂ ਆਪਾਂ ਪੜ੍ਹਦੇ ਹਾਂ ਕਿ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਨਦਰ ਮੀਨਜ਼ ਕਿਰਪਾ, ਕਿਰਪਾ ਦਾ ਅਰਥ ਗੁਰੂ ਦੀ ਸਮਝ। ਜਦੋਂ ਗੁਰੂ ਦੇ ਬਚਨ ਮੰਨਣੇ ਸ਼ੁਰੂ ਕਰਾਂਗੇ ਤਾਂ ਸਾਡੇ ਜਿਹੜੇ ਔਗਣ ਚਲੇ ਜਾਣਗੇ, ਗੁਣ ਆ ਜਾਣਗੇ ਤੇ ਖੁਸ਼ ਰਹਿਣ ਲੱਗ ਜਾਵਾਂਗੇ। ਇਸ ਤਰੀਕੇ ਨਾਲ ਸਾਨੂੰ ਗੁਰੂ ਦੀਆਂ ਲੱਖਾਂ ਖੁਸ਼ੀਆਂ ਮਿਲਣਗੀਆਂ।
ਸੋ ਸਾਰੇ ਹੀ ਪੇਰੈਂਟਸ ਮੈਂ ਦੇਖ ਰਿਹਾ ਬਹੁਤੇ ਬੱਚਿਆਂ ਦੇ ਨਾਲ ਉਹਨਾਂ ਦੇ ਪੇਰੈਂਟਸ ਅੱਜ ਬੈਠੇ ਆ, ਭੈਣਾਂ ਉਹਨਾਂ ਦੀਆਂ ਬੈਠੀਆਂ ਨੇ, ਕਈ ਬੱਚਿਆਂ ਦੇ ਪਿਤਾ ਜੀ ਵੀ ਬੈਠੇ ਆ, ਦਾਦੀਆਂ ਵੀ ਬੈਠੀਆਂ ਨੇ। ਸੋ ਇਹ ਉਹਨਾਂ ਬੱਚਿਆਂ ਨੂੰ ਬਹੁਤ-ਬਹੁਤ ਵਧਾਈਆਂ ਕਿ 1 ਘੰਟਾ ਆਪਣੀ ਕਲਾਸ ਹੁੰਦੀ ਹੈ ਕਿ ਆਪਣੇ ਪਰਿਵਾਰ ਨੂੰ ਵੀ ਤੁਸੀਂ ਨਾਲ ਲੈ ਕੇ ਬੈਠਦੇ ਹੋ। ਬਾਕੀ ਬੱਚੇ ਵੀ ਬੇਟੇ ਪਲੀਜ਼ ਹੈ ਨਾ, ਕਿਉਂਕਿ ਸਿੱਖਣ ਨਾਲ ਸਾਡਾ ਉਮਰ ਨਾਲ ਮਨੁੱਖ ਵੱਡਾ ਨਹੀਂ ਹੁੰਦਾ, ਸਿੱਖਣ ਨਾਲ ਮਨੁੱਖ ਵੱਡਾ ਹੁੰਦਾ। ਸਿੱਖਿਆ ਨਾਲ ਵੱਡੇ ਹੋਣਾ ਹੈ ਅਸੀਂ। ਜਿਹੜੀ ਗਿਆਨ ਤੋਂ ਵਾਂਝੇ ਤੁਹਾਡੇ ਪੇਰੈਂਟਸ ਰਹਿ ਗਏ ਉਹ ਹੁਣ ਵੀ ਸਿੱਖ ਸਕਦੇ ਆ। ਜ਼ਰੂਰੀ ਨਹੀਂ ਕਿ ਅਸੀਂ ਵੱਡੇ ਹੋ ਕੇ ਨਹੀਂ ਸਿੱਖ ਸਕਦੇ, ਉਹਨਾਂ ਨੂੰ ਮੌਕਾ ਨਹੀਂ ਮਿਲਿਆ ਜਾਂ ਉਹਨਾਂ ਨੂੰ ਇਦਾਂ ਦਾ এনवायरमेंट ਨਹੀਂ ਮਿਲਿਆ ਸਿੱਖਣ ਲਈ। ਸੋ ਉਹਨਾਂ ਪੇਰੈਂਟਸ ਦਾ ਵੀ ਬਹੁਤ-ਬਹੁਤ ਧੰਨਵਾਦ। ਅੰਕਲ ਜੀ ਨੇ ਆਪਣੇ ਵਿਚਾਰ ਸਾਂਝੇ ਕੀਤੇ। ਅੰਕਲ ਜੀ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਚੜ੍ਹਦੀ ਕਲਾ ਬਖਸ਼ਣ ਪੂਰੀ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਟੀਮ ਨੂੰ। ਸੋ ਹੋਈਆਂ ਭੁੱਲਾਂ ਲਈ ਖਿਮਾ। ਸਭ ਦਾ ਬਹੁਤ-ਬਹੁਤ ਧੰਨਵਾਦ। ਕੱਲ ਦੇ ਕੈਂਪ ਵਿੱਚ ਫੇਰ ਆਪਾਂ ਸਾਰੇ ਇਸ ਤਰ੍ਹਾਂ ਮਿਲਦੇ ਹਾਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬੇਟੇ ਇੱਕ ਜਿਹੜੇ ਬੱਚੇ ਆਪਣਾ ਐਕਸਪੀਰੀਅੰਸ ਸਾਂਝਾ ਕਰਨਾ ਚਾਹੁੰਦੇ ਆ ਉਹ ਨੰਬਰ ਭੈਣ ਜੀਆਂ ਨੇ ਤੁਹਾਨੂੰ ਸਾਰਿਆਂ ਨੂੰ ਦਿੱਤਾ ਹੋਇਆ ਹੈਗਾ 78884 91769। ਤਾਂ ਤੁਸੀਂ ਉਸ ਨੰਬਰ ਤੇ ਆਪਣੇ ਐਕਸਪੀਰੀਅੰਸ ਭੇਜ ਸਕਦੇ ਹੋ ਤਾਂ ਕਿ ਆਉਣ ਵਾਲੇ ਸਮਿਆਂ ਵਿੱਚ ਬੱਚਿਆਂ ਨੂੰ ਟਾਈਮ ਦਿੱਤਾ ਜਾਵੇ ਜੋ ਵੀ ਤੁਸੀਂ ਆਪਣਾ ਪ੍ਰੈਕਟੀਕਲ ਜਿਉਂ ਰਹੇ ਹੋ, ਹਨਾ। ਜਿਸ ਤਰ੍ਹਾਂ ਹੁਣ ਬਹੁਤੇ ਬੱਚੇ ਇਹ ਦੱਸਦੇ ਆ ਵੀ ਸਾਨੂੰ ਆਹ ਕਰਨਾ ਚਾਹੀਦਾ, ਨਿਤਨੇਮ ਕਰਨਾ ਚਾਹੀਦਾ, ਗੁਰਦੁਆਰੇ ਜਾਣਾ ਚਾਹੀਦਾ। ਗਿਆਨ ਤਾਂ ਹੈ, ਕਰਨਾ ਚਾਹੀਦਾ ਹੈ, ਪਰ ਕਰਾਂਗੇ ਕਦੋਂ ਆਪਾਂ, ਹਨਾ। ਜਿਹੜੇ ਬੱਚੇ ਕਰ ਰਹੇ ਆ ਵੀ ਮੈਂ ਆਹ ਕੀਤਾ ਜੀ, ਆਹ ਮੈਨੂੰ ਮਿਲਿਆ, ਤੇ ਜੇ ਅਸੀਂ ਕਿਸੇ ਚੀਜ਼ ਦਾ ਹੁਣ ਕਹੀ ਜਾਈਏ ਜੀ ਮਟਰ ਪਨੀਰ ਵੀ ਸੀਗਾ ਸਬਜ਼ੀ ਦੇ ਵਿੱਚ, ਥਾਲ ਦੇ ਵਿੱਚ ਖੀਰ ਵੀ ਸੀ, 7 ਤਰ੍ਹਾਂ ਦੀਆਂ ਕੌਲੀਆਂ ਲੱਗੀਆਂ ਸੀ, ਬਹੁਤ ਸੋਹਣਾ ਖਾਣਾ ਬਣਿਆ ਸੀ, ਪਰ ਬਈ ਟੇਸਟ ਤਾਂ ਕਰਕੇ ਵੇਖ ਲੈ ਨਾ। ਜੇ ਤੂੰ ਟੇਸਟ ਹੀ ਨਹੀਂ ਕੀਤਾ ਤੈਨੂੰ ਇੰਨੇ ਪਦਾਰਥ ਦਾ ਕੀ ਫਾਇਦਾ ਬਈ, ਹੈਨਾ। ਸੋ ਬੇਟੇ ਸੱਚੇ ਗਿਆਨ ਨੂੰ ਟੇਸਟ ਕਰੀਏ, ਜੀਵਨ ਬਦਲ ਜਾਣਾ, ਸੱਚੀ ਬਦਲ ਜਾਣਾ, ਇੰਨਾ ਆਨੰਦ ਆ ਜਾਣਾ ਨਾ, ਬਸ ਚੜ੍ਹਦੀ ਕਲਾ ਹਰ ਸਮੇਂ। ਸੋ ਜਿਹੜੇ ਵੀ ਬੱਚੇ ਹੋਰ ਬੋਲਣਾ ਚਾਹੁੰਦੇ ਆਪਣਾ ਐਕਸਪੀਰੀਅੰਸ ਉਹ 78884 91769 ਤੇ ਆਪਣੇ ਬੇਟੇ ਆਡੀਓ ਤੇ ਲਿਖ ਕੇ ਉਹ ਤੁਸੀਂ ਭੇਜ ਸਕਦੇ ਹੋ। ਜਿਹੜੇ ਬੱਚੇ ਦਾ ਪ੍ਰੈਕਟੀਕਲ ਜੀਵਨ ਵਿੱਚ ਬਦਲਾਅ ਆਇਆ ਹੋਏਗਾ ਉਹਨਾਂ ਨੂੰ ਮੌਕਾ ਦਿੱਤਾ ਜਾਏਗਾ। ਸੋ ਇਹ ਬੇਨਤੀ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।